गुड आफ्टरनून एवरीवन। आज ਆਪਾਂ डिस्कस करेंगे ब्लॉक 2 ਦਾ ਯੂਨਿਟ 4। ਉਹ ਹੈ ਮੈਮਰੀ ਯਾਨੀ ਕਿ ਯਾਦ। ਯਾਦ ਕਿਸ ਨੂੰ ਕਿਹਾ ਜਾਂਦਾ ਹੈ, ਯਾਦ ਦੀ ਪਰਿਭਾਸ਼ਾ ਕੀ ਹੈ ਤੇ ਯਾਦ ਦੀ ਵਿਧੀਆਂ। ਤਾਂ ਹੁਣ ਇੱਕ ਮੈਮਰੀ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜੋ ਆਪਾਂ ਅੱਜ ਤੱਕ ਦੀ ਜੋ ਵੀ ਚੀਜ਼ ਆਪਾਂ ਨੇ ਨੋਟਿਸ ਕੀਤੀ ਹੈ, ਲਰਨ ਕੀਤੀ ਹੈ, ਸਮਝੀ ਹੈ, ਦੇਖੀ ਹੈ, ਐਕਸਪੀਰੀਅੰਸ ਕੀਤੀ ਹੈ, ਉਹ ਸਭ ਆਪਣੀ ਮੈਮਰੀ ਦਾ ਇੱਕ ਪਾਰਟ ਬਣ ਜਾਂਦਾ ਹੈ। ਇੱਕ ਛੋਟਾ ਬੱਚਾ ਜਦੋਂ ਕ੍ਰੋਲ ਕਰਨਾ ਸਿੱਖਦਾ ਹੈ, ਕ੍ਰੋਲ ਕਰਦਾ ਕਰਦਾ ਫਿਰ ਚੱਲਣਾ ਸਿੱਖਦਾ ਹੈ, ਚੱਲਣ ਤੋਂ ਦੌੜਨਾ ਸਿੱਖਦਾ ਹੈ, ਇਹ ਸਭ ਉਸਦੀ ਮੈਮਰੀ ਦਾ ਪਾਰਟ ਬਣ ਜਾਂਦਾ ਹੈ। ਹੌਲੀ ਹੌਲੀ ਆਪਾਂ ਫਿਰ ਉਸ ਚੀਜ਼ ਨੂੰ ਦੇਖ ਪਾਉਂਦੇ ਹਾਂ ਕਿ ਬੱਚਾ ਜਦੋਂ ਕੋਈ ਵੀ ਉਸੇ ਚੀਜ਼ ਨੂੰ ਪਿਕ ਕਰਨਾ ਹੈ, ਕਿਸੇ ਚੀਜ਼ ਨੂੰ ਰੱਖਣਾ ਹੈ, ਕਿਸੇ ਚੀਜ਼ ਨੂੰ ਲਿਖਣਾ ਹੈ, ਕੁਝ ਕਰਨਾ ਹੈ, ਉਹ ਬੱਚਾ ਹੁਣ ਜ਼ਿਆਦਾ ਦਿਮਾਗ ਨਹੀਂ ਲਗਾਉਂਦਾ ਕਿ ਕੋਈ ਚੀਜ਼ ਨੂੰ ਆਪਾਂ ਕਿੱਦਾਂ ਕਰਨਾ ਹੈ, ਕਿਉਂਕਿ ਹੁਣ ਉਹ ਚੀਜ਼ ਉਸਦੀ ਮੈਮਰੀ ਦੇ ਵਿੱਚ ਇੱਕ ਉਸਦਾ ਪਾਰਟ ਬਣ ਜਾਂਦੀ ਹੈ। ਤੇ ਜਦੋਂ ਉਸਦੀ ਮੈਮਰੀ ਉਸਦਾ ਸਬਕੌਂਸ਼ੀਅਸ ਲੈਵਲ ਤੇ ਵਰਕ ਕਰਨੀ ਸਟਾਰਟ ਕਰ ਦਿੰਦੀ ਹੈ ਤਾਂ ਉਸ ਤੋਂ ਆਪਣੇ ਦਿਮਾਗ ਨੂੰ ਜ਼ਿਆਦਾ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ। ਉਹ ਆਟੋਮੈਟਿਕਲੀ ਆਪਣੀ ਕੋਈ ਵੀ ਚੀਜ਼ ਨੂੰ ਸੋਲਵ ਕਰਨਾ ਹੈ, ਸੋਚਣਾ ਹੈ ਜਾਂ ਕਿਸੇ ਚੀਜ਼ ਦਾ ਐਕਸਪੀਰੀਅੰਸ ਲੈਣਾ ਹੈ, ਸਮਝਣਾ ਹੈ, ਉਹ ਆਟੋਮੈਟਿਕਲੀ ਕਰ ਪਾਉਂਦਾ ਹੈ। ਜੋ ਆਪਣੀ ਮੈਮਰੀ ਹੈ ਉਹ ਆਪਾਂ ਨੂੰ ਯਾਦ ਦਿਲਾਉਂਦੀ ਹੈ ਕਿ ਕੋਈ ਚੀਜ਼ ਨੂੰ ਆਪਾਂ ਨੇ ਕਿੱਦਾਂ ਸੋਲਵ ਕਰਨਾ ਹੈ, ਕਿਸੇ ਚੀਜ਼ ਦਾ ਐਕਸਪੀਰੀਅੰਸ ਕਿੱਦਾਂ ਦਾ ਹੋਣਾ ਚਾਹੀਦਾ ਹੈ ਤੇ ਕਿਸੇ ਚੀਜ਼ ਨੂੰ ਸਮਝਣ ਦੇ ਲਈ ਆਪਾਂ ਨੂੰ ਕਿਆ-ਕਿਆ ਚੀਜ਼ਾਂ ਕਰਨੀਆਂ ਪੈਂਦੀਆਂ ਹਨ। ਜੇ ਇੱਕ ਇਨਸਾਨ ਨੂੰ ਪਿਆਸ ਲੱਗਦੀ ਹੈ ਤਾਂ ਉਹ ਆਰਾਮ ਨਾਲ ਉੱਠ ਕੇ ਕਿਚਨ 'ਚ ਜਾ ਕੇ ਗਲਾਸ ਪਿਕ ਕਰਦਾ ਹੈ ਤੇ ਆਪਣੇ ਫਿਲਟਰ ਤੋਂ ਪਾਣੀ ਲੈ ਕੇ ਉਹ ਪੀ ਕੇ ਵਾਪਸ ਆਪਣਾ ਗਲਾਸ ਰੱਖ ਕੇ ਵਾਪਸ ਆਪਣੀ ਸੀਟ ਤੇ ਆ ਜਾਂਦਾ ਹੈ ਜਿੱਥੇ ਵੀ ਬੈਠਾ ਹੁੰਦਾ ਹੈ। ਇਹ ਇੱਕ ਮੈਮਰੀ ਦਾ ਪਾਰਟ ਹੈ। ਹੁਣ ਉਸ ਇਨਸਾਨ ਨੂੰ ਕੀ ਪਤਾ ਹੈ ਕਿ ਕਿੱਧਰ ਨੂੰ ਜਾ ਕੇ ਉਸਦੇ ਘਰ ਦੇ ਵਿੱਚੋਂ ਕਿਚਨ ਆਏਗੀ, ਕਿਚਨ ਤੋਂ ਕਿੱਥੋਂ ਉਹਨੇ ਆਪਣੇ ਬਰਤਨ ਉਠਾਣੇ ਹਨ ਤੇ ਕਿੱਥੋਂ ਪਾਣੀ ਭਰ ਕੇ ਪੀਣਾ ਹੈ। ਇਹ ਸਭ ਉਸਦੀ ਮੈਮਰੀ ਦਾ ਪਾਰਟ ਹੈ ਕਿਉਂਕਿ ਉਹ ਬਚਪਨ ਤੋਂ ਲੈ ਕੇ ਜਿੰਨੀ ਏਜ ਤੱਕ ਦਾ ਹੁੰਦਾ ਹੈ ਉਹ ਸਾਰੀ ਉਸਦੀ ਮੈਮਰੀ ਦੇ ਵਿੱਚ ਇੱਕ ਪਾਰਟਿਸਿਪੇਸ਼ਨ ਬਣ ਜਾਂਦੀ ਹੈ। ਜੋ ਉਸਦੀ ਮੈਮਰੀ ਨੂੰ ਪਤਾ ਹੁੰਦਾ ਹੈ ਕਿ ਕੋਈ ਚੀਜ਼ ਕਿੱਦਾਂ ਕਰਨੀ ਹੈ, ਕਿਹੜੀ ਚੀਜ਼ ਨੂੰ ਕਿੱਥੇ ਰੱਖਣਾ ਹੈ, ਕਿੱਥੋਂ ਚੱਕਣਾ ਹੈ, ਇਹ ਸਭ ਉਸਦੀ ਮੈਮਰੀ ਉਸ ਨੂੰ ਯਾਦ ਦਿਲਾਉਂਦੀ ਰਹਿੰਦੀ ਹੈ ਕਿ ਕੋਈ ਚੀਜ਼ ਕਿੱਥੇ ਹੈ ਤੇ ਕਿਆ ਕਰਨਾ ਹੈ, ਕਿੱਦਾਂ ਕਰਨਾ ਹੈ। ਛੋਟਾ ਬੱਚਾ ਜਦੋਂ ਸਾਈਕਲ ਚਲਾਉਣਾ ਸਿੱਖਦਾ ਹੈ, ਸਾਈਕਲ ਤੋਂ ਫਿਰ ਉਹ ਹੌਲੀ ਹੌਲੀ ਜਦੋਂ ਵੱਡਾ ਹੁੰਦਾ ਹੈ ਤਾਂ ਫਿਰ ਉਹ ਐਕਟਿਵਾ, ਬਾਈਕ ਜਾਂ ਕਾਰ ਚਲਾਉਣਾ ਸਿੱਖ ਜਾਂਦਾ ਹੈ। ਤੇ ਹੌਲੀ ਹੌਲੀ ਆਪਾਂ ਇਹ ਦੇਖਦੇ ਹਾਂ ਕਿ ਉਹ ਬੱਚਾ ਇੰਨਾ ਜ਼ਿਆਦਾ ਫੁਰਤੀ ਦੇ ਨਾਲ ਉਹ ਵਹੀਕਲ ਨੂੰ ਚਲਾ ਪਾਉਂਦਾ ਹੈ ਕਿ ਉਸਨੂੰ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਕਿ ਮੈਂ ਵਹੀਕਲ ਕਿੱਦਾਂ ਸਟਾਰਟ ਕਰਾਂ ਤੇ ਕਿੱਦਾਂ ਉਸਨੂੰ ਲੈ ਕੇ ਜਾਵਾਂ, ਕਿੱਦਾਂ ਉਸਨੂੰ ਸਟਾਰਟ ਕਰਕੇ ਰੋਕਾਂ ਤੇ ਕਿੱਥੇ ਬ੍ਰੇਕ ਮਾਰਾਂ। ਇਹ ਸਭ ਚੀਜ਼ਾਂ ਉਸਦੇ ਆਟੋਮੈਟਿਕਲੀ ਹੋਣੀਆਂ ਸਟਾਰਟ ਹੋ ਜਾਂਦੀਆਂ ਹਨ ਕਿਉਂਕਿ ਉਸਨੂੰ ਇਸ ਚੀਜ਼ ਦਾ ਆਈਡੀਆ ਲੱਗ ਜਾਂਦਾ ਹੈ, ਉਸ ਚੀਜ਼ ਦਾ ਉਸਨੂੰ ਐਕਸਪੀਰੀਅੰਸ ਹੋ ਰੱਖਿਆ ਹੁੰਦਾ ਹੈ ਤੇ ਉਹ ਬਾਰ-ਬਾਰ ਉਸਦੀ ਲਰਨਿੰਗ ਦਾ ਇੱਕ ਰੈਪੀਟੀਸ਼ਨ ਵੇ ਬਣ ਜਾਂਦਾ ਹੈ ਉਸ ਚੀਜ਼ ਨੂੰ ਯਾਦ ਰੱਖਣ ਦਾ ਕਿ ਕੋਈ ਚੀਜ਼ ਨੂੰ ਕਿੱਦਾਂ ਸੋਲਵ ਕਰਨਾ ਹੈ, ਕਿੱਦਾਂ ਕਰਨਾ ਹੈ। ਤੇ ਉਸਦੇ ਐਕਸਪੀਰੀਅੰਸ ਹੀ ਉਸਨੂੰ ਦੱਸਦਾ ਹੈ ਕਿ ਇਹ ਪੁਰਾਣਾ ਉਸਦੇ ਮੈਮਰੀ ਦੇ ਵਿੱਚ ਕਿਹੜੀ ਚੀਜ਼ ਉਸਨੇ ਹਜੇ ਕੀਤੀ ਸੀਗੀ ਜੋ ਗਲਤ ਸੀਗੀ ਔਰ ਇਸ ਵਾਰ ਉਸਨੇ ਨਹੀਂ ਕਰਨੀ ਹੈ, ਕਿਹੜਾ ਰਸਤਾ ਸਹੀ ਹੈ, ਕਿਹੜਾ ਰਸਤਾ ਗਲਤ ਹੈ, ਕਿਸ ਰਸਤੇ ਨੂੰ ਚੂਜ਼ ਕਰਨਾ ਚਾਹੀਦਾ ਹੈ ਤਾਂ ਉਹ ਜਲਦੀ ਪਹੁੰਚ ਸਕਦਾ ਹੈ, ਕਿਸ ਰਸਤੇ ਤੋਂ ਲੇਟ ਹੋ ਸਕਦਾ ਹੈ, ਕਿਸ ਰਸਤੇ ਦੇ ਵਿੱਚ ਜ਼ਿਆਦਾ ਭੀੜ ਹੈ, ਕਿਹੜਾ ਰਸਤਾ ਜ਼ਿਆਦਾ ਰੋਡ ਟੁੱਟੀ ਹੋਈ ਹੈ ਤੇ ਉਸਨੂੰ ਉਹ ਵਰਤਣੀ ਨਹੀਂ ਚਾਹੀਦੀ। ਇਹ ਸਭ ਉਸਦੀ ਮੈਮਰੀ ਦਾ ਪਾਰਟ ਬਣ ਜਾਂਦੀ ਹੈ ਕਿਉਂਕਿ ਜੋ ਉਸਦੀ ਮੈਮਰੀ ਹੁੰਦੀ ਹੈ ਉਸਨੂੰ ਯਾਦ ਦਿਲਾਉਂਦੀ ਰਹਿੰਦੀ ਹੈ ਕਿ ਉਸਦੇ ਪੁਰਾਣੇ ਐਕਸਪੀਰੀਅੰਸਿਸ ਦੇ ਵਿੱਚ ਕਿਆ ਚੇਂਜਿਸ ਆਏ ਸੀ ਤੇ ਉਸ ਐਕਸਪੀਰੀਅੰਸਿਸ ਤੋਂ ਉਹ ਆਪਣੇ ਜਿਹੜੇ ਪ੍ਰੈਜ਼ੈਂਟ ਵਾਲੇ ਐਕਸਪੀਰੀਅੰਸਿਸ ਹੈ ਜਾਂ ਪ੍ਰੈਜ਼ੈਂਟ ਦੇ ਵਿੱਚ ਹੋਣ ਵਾਲੀ ਕੋਈ ਵੀ ਅਜਿਹੀ ਗਲਤੀ ਹੈ ਉਸ ਚੀਜ਼ ਨੂੰ ਸੁਧਾਰ ਪਾਉਂਦਾ ਹੈ। ਇਹ ਸਭ ਉਸਨੂੰ ਇੱਕ ਮੈਮਰੀ ਹੀ ਦੱਸਦੀ ਹੈ। ਆਪਣੀ ਜੋ ਵੀ ਮੈਮਰੀ ਹੁੰਦੀ ਹੈ ਉਹ ਰੋਜ਼ਾਨਾ ਜਿੰਨੇ ਵੀ ਆਪਾਂ ਐਕਸਪੀਰੀਅੰਸਿਸ ਆਪਣੇ ਆਸ-ਪਾਸ ਤੋਂ ਲੈਂਦੇ ਹਾਂ ਉਹ ਆਪਣੇ ਐਕਸਪੀਰੀਅੰਸਿਸ ਕਾਊਂਟ ਹੁੰਦੇ ਰਹਿੰਦੇ ਆ ਤੇ ਆਪਣੇ ਮੈਮਰੀ ਦਾ ਪਾਰਟ ਬਣਦੇ ਰਹਿੰਦੇ ਹਨ। ਕੁਝ ਮੈਮਰੀ ਆਪਣੀ ਸ਼ਾਰਟ ਟਰਮ ਲੈਵਲ ਤੇ ਰਹਿੰਦੀ ਹੈ, ਕੁਝ ਮੈਮਰੀ ਆਪਾਂ ਨੂੰ ਹਮੇਸ਼ਾ ਯਾਦ ਰਹਿੰਦੀ ਹੈ ਜੋ ਕਿ ਸਬਕੌਂਸ਼ੀਅਸ ਲੈਵਲ ਤੇ ਵਰਕ ਕਰਦੀ ਹੈ ਤੇ ਜਦ ਵੀ ਆਪਾਂ ਉਸਨੂੰ ਯਾਦ ਕਰਨਾ ਪਵੇ ਤਾਂ ਆਪਾਂ ਨੂੰ ਉਹ ਇੱਕਦਮ ਯਾਦ ਆ ਜਾਂਦਾ ਹੈ। ਮੈਮਰੀ ਨੂੰ ਯਾਦ ਰੱਖਣ ਦੇ ਲਈ ਉਸਦੀਆਂ ਕੁਝ ਪਰਿਭਾਸ਼ਾਵਾਂ ਹਨ ਜਿੱਦਾਂ ਕਿ ਮੈਮਰੀ ਉਸ ਚੀਜ਼ ਨੂੰ ਬੋਲਿਆ ਜਾਂਦਾ ਹੈ ਜੋ ਵੀ ਇਨਫੋਰਮੇਸ਼ਨ ਆਪਾਂ ਨੇ ਸਟੋਰ ਕਰਕੇ ਰੱਖੀ ਹੁੰਦੀ ਹੈ ਆਪਣੇ ਦਿਮਾਗ ਦੇ ਵਿੱਚ, ਉਸ ਚੀਜ਼ ਨੂੰ ਮੈਮਰੀ ਬੋਲਿਆ ਜਾਂਦਾ ਹੈ। ਜੋ ਵੀ ਮੈਮਰੀ ਆਪਾਂ ਸਮੇਂ-ਸਮੇਂ ਬਾਅਦ ਆਪਾਂ ਉਸ ਚੀਜ਼ ਨੂੰ ਵਰਤ ਸਕਦੇ ਹਾਂ, ਉਸ ਚੀਜ਼ ਦਾ ਉਪਯੋਗ ਕਰ ਸਕਦੇ ਹਾਂ, ਉਹ ਆਪਣੀ ਮੈਮਰੀ ਦਾ ਇੱਕ ਹਿੱਸਾ ਹੁੰਦਾ ਹੈ। ਮੈਮਰੀ ਆਪਣੀ ਜਿੰਨੀ ਵੀ ਅੱਜ ਤੋਂ ਲੈ ਕੇ ਪੁਰਾਣੀ ਜਿੰਨੀਆਂ ਵੀ ਚੀਜ਼ਾਂ ਆਪਾਂ ਨੇ ਸਿੱਖ ਰੱਖੀਆਂ ਹਨ, ਕਰ ਰੱਖੀਆਂ ਹਨ, ਯਾਦ ਰੱਖੀਆਂ ਹੋਈਆਂ ਹਨ, ਜਿਵੇਂ ਆਪਾਂ ਇੱਕ ਪਰਿਭਾਸ਼ਾ ਹੈ ਜਾਂ ਜਿਵੇਂ ਕਿਸੇ ਚੀਜ਼ ਨੂੰ ਬੋਲਣ ਦਾ ਇੱਕ ਤਰੀਕਾ ਹੈ, ਜਿਵੇਂ ਪੰਜਾਬੀ ਬੋਲਣ ਦੀ ਇੱਕ ਫੁਰਤੀ ਹੁੰਦੀ ਹੈ ਜਾਂ ਇੰਗਲਿਸ਼ ਬੋਲਣ ਦੀ ਇੱਕ ਫੁਰਤੀ ਹੁੰਦੀ ਹੈ, ਇਹ ਇੱਕ ਦਿਨ ਦੇ ਵਿੱਚ ਨਹੀਂ ਆਉਂਦੀ ਹੈਗੀ ਬਲਕਿ ਆਪਾਂ ਰੋਜ਼ਾਨਾ ਕੁਝ ਚੀਜ਼ਾਂ ਸਿੱਖਦੇ ਹਾਂ ਤੇ ਉਹ ਚੀਜ਼ਾਂ ਸਿੱਖ ਕੇ ਆਪਾਂ ਨੂੰ ਉਹ ਪੂਰਾ ਇੱਕ ਸੈਂਟੈਂਸ ਬੋਲਣਾ ਆ ਜਾਂਦਾ ਹੈ। ਹੌਲੀ ਹੌਲੀ ਆਪਾਂ ਇੱਕ ਪੈਰਾਗ੍ਰਾਫ ਬੋਲਣਾ ਸਿੱਖ ਜਾਂਦੇ ਹਾਂ।
ਹੌਲੀ-ਹੌਲੀ ਪੂਰਾ ਆਪਾਂ ਇੱਕ ਚੈਪਟਰ ਪੜ੍ਹਨਾ ਸਿੱਖ ਜਾਂਦੇ ਹਾਂ। ਇਹ ਹੌਲੀ-ਹੌਲੀ ਆਪਾਂ ਜਦ ਯਾਦ ਰੱਖਦੇ ਹਾਂ ਐਲਫਾਬੈਟਸ ਦੇ ਥਰੂ। ਸਭ ਤੋਂ ਪਹਿਲਾਂ ਆਪਾਂ ਆਪਣੀ ਸਟਾਰਟਿੰਗ ਹੀ ਐਲਫਾਬੈਟਸ ਤੋਂ ਹੁੰਦੀ ਹੈ। ਪਹਿਲਾਂ ਆਪਾਂ ਇੱਕ-ਇੱਕ ਅੱਖਰ ਲਰਨ ਕਰਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਅੱਖਰਾਂ ਨੂੰ ਜੋੜ ਕੇ ਉਸ ਚੀਜ਼ ਨੂੰ ਸਮਝਦੇ ਹਾਂ, ਤੇ ਫਿਰ ਹੌਲੀ-ਹੌਲੀ ਆਪਾਂ ਉਸ ਨੂੰ ਐਜ਼ ਅ ਸੈਂਟੈਂਸ ਲਰਨ ਕਰਨਾ ਸਟਾਰਟ ਕਰ ਦਿੰਦੇ ਹਾਂ। ਤੇ ਇੱਦਾਂ ਹੀ ਜਿਹੜੀ ਆਪਣੀ ਇੱਕ ਪਰਿਭਾਸ਼ਾ ਹੈ, ਉਹ ਆਪਾਂ ਨੂੰ ਯਾਦ ਰੱਖ ਪਾਉਂਦੇ ਹਾਂ। ਕਿਸੇ ਚੀਜ਼ ਦੀ ਡੈਫੀਨੇਸ਼ਨ ਹੈ, ਕਿਸੇ ਇਨਸਾਨ ਦਾ ਕੁਝ ਇੱਕ ਵੱਡੀ ਗੱਲ ਕਹੀ ਹੋਈ ਹੁੰਦੀ ਹੈ, ਉਸ ਚੀਜ਼ ਨੂੰ ਆਪਾਂ ਐਜ਼ ਇਟ ਇਜ਼ ਲਰਨ ਕਰਦੇ ਹਾਂ ਕਿ ਕਿਹੜਾ ਸੈਂਟੈਂਸ ਕਿਸਨੇ ਬਣਾਇਆ ਹੈ, ਕਿਹੜੀ ਪਰਿਭਾਸ਼ਾ ਨੂੰ ਕਿਸਨੇ ਯੂਟੀਲਾਈਜ਼ ਕੀਤਾ ਹੈ, ਯਾਦ ਰੱਖਿਆ ਹੈ, ਸੰਭਾਲਿਆ ਹੈ ਤੇ ਅੱਗੇ ਆਪਣੇ ਅੱਗੇ ਲੈ ਕੇ ਆਏ ਹਨ। ਇਹ ਸਭ ਆਪਾਂ ਨੂੰ ਹੈਲਪ ਕਰਦਾ ਹੈ ਆਪਣੀ ਮੈਮਰੀ ਦੇ ਥਰੂ। ਆਪਣੀ ਜੋ ਮੈਮਰੀ ਹੈ ਉਹੀ ਆਪਾਂ ਨੂੰ ਯਾਦ ਦਿਲਾਉਂਦਾ ਹੈ ਕਿ ਕਿਸ ਦਾ ਕਿਹਾ ਹੋਇਆ ਕਿੱਦਾਂ ਵਰਤਿਆ ਜਾਂਦਾ ਹੈ, ਤੇ ਕਿਹਨੇ ਕਿਹੜੀ ਪਰਿਭਾਸ਼ਾ ਯੂਜ਼ ਕੀਤੀ ਹੈ, ਕਿਹੜੀ ਸਟੇਟਮੈਂਟ ਯੂਜ਼ ਕੀਤੀ ਹੈ, ਜਾਂ ਕਿਸਨੇ ਕਿਸ ਚੀਜ਼ ਦੀ ਖੋਜ ਕੀਤੀ ਹੈ। ਹੁਣ ਜਦੋਂ ਆਪਾਂ ਕਿਸੇ ਮੈਮਰੀ ਨੂੰ ਯਾਦ ਰੱਖਦੇ ਹਾਂ, ਉਸਦੇ ਵਿੱਚ 3 ਸਟੈਪਸ ਯੂਜ਼ ਹੁੰਦੇ ਹਨ, ਤੇ ਜਿਹੜੇ ਉਹ ਸਟੈਪਸ ਹੁੰਦੇ ਹਨ ਉਹ ਆਪਾਂ ਨੂੰ ਯਾਦ ਦਿਲਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਪ੍ਰਾਪਤ ਆਪਾਂ ਕਰ ਪਾਉਂਦੇ ਹਾਂ। ਯਾਦ ਕਰਨ ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਹਨ? ਉਹ ਹਨ, ਸਭ ਤੋਂ ਪਹਿਲਾਂ ਆਉਂਦੀ ਹੈ ਇਨਕੋਡਿੰਗ, ਫਿਰ ਆਉਂਦੀ ਹੈ ਸਟੋਰੇਜ, ਫਿਰ ਆਉਂਦੀ ਹੈ ਰਿਟਰੀਵਲ। ਇਨਕੋਡਿੰਗ ਦੇ ਵਿੱਚ ਹੁੰਦਾ ਹੈ ਹੁਣ ਆਪਾਂ ਕੋਈ ਵੀ ਚੀਜ਼ ਆਪਣੇ ਆਸ-ਪਾਸ ਨੋਟਿਸ ਕਰ ਰਹੇ ਹਾਂ, ਧਿਆਨ ਦੇ ਰਹੇ ਹਾਂ, ਸਮਝ ਰਹੇ ਹਾਂ, ਕਿਸੇ ਚੀਜ਼ ਨੂੰ ਆਪਾਂ ਦੇਖ ਪਾ ਰਹੇ ਹਾਂ, ਪਰ ਆਪਾਂ ਹਰ ਚੀਜ਼ ਨੂੰ ਇੱਕੋ ਹੀ ਟਾਈਮ ਦੇ ਵਿੱਚ ਆਪਾਂ ਨੋਟਿਸ ਨਹੀਂ ਕਰ ਪਾਉਂਦੇ। ਤਾਂ ਆਪਾਂ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਕਿਸੇ ਥੋੜੀ ਜਿਹੀ ਚੀਜ਼ ਨੂੰ ਜਿਹਦੇ ਵਿੱਚ ਆਪਾਂ ਆਕਰਸ਼ਿਤ ਹੋ ਰਹੇ ਹਾਂ, ਕਿਸੇ ਚੀਜ਼ ਨੂੰ ਆਪਾਂ ਯਾਦ ਰੱਖਣਾ ਚਾਹੁੰਦੇ ਹਾਂ, ਤਾਂ ਫਿਰ ਆਪਾਂ ਨੂੰ ਆਸ-ਪਾਸ ਜਿੰਨਾ ਵੀ ਰੌਲਾ ਆ ਰਿਹਾ ਹੁੰਦਾ ਹੈ, ਆਪਾਂ ਸਾਰੀਆਂ ਚੀਜ਼ਾਂ ਨੂੰ, ਆਪਣੀ ਜਿੰਨੀਆਂ ਵੀ ਡਿਸਟਰੈਕਸ਼ਨਸ ਹਨ, ਆਪਾਂ ਉਹਨਾਂ ਚੀਜ਼ਾਂ ਨੂੰ ਸਾਈਡ ਕਰਕੇ ਆਪਾਂ ਧਿਆਨ ਨਾਲ ਸੁਣਦੇ ਹਾਂ ਕਿ ਕੋਈ ਆਪਾਂ ਨੂੰ ਕੀ ਸਾਈਡ ਤੋਂ ਬਾਹਰ ਤੋਂ ਆਵਾਜ਼ ਵੀ ਆ ਰਹੀ ਹੁੰਦੀ ਹੈ, ਸ਼ੋਰ ਵੀ ਸੁਣ ਰਿਹਾ ਹੁੰਦਾ ਹੈ, ਤੇ ਆਪਾਂ ਨੂੰ ਕਈ ਵਾਰ ਵਹੀਕਲ ਦੀ ਵੀ ਆਵਾਜ਼ ਸੁਣ ਰਹੀ ਹੁੰਦੀ ਹੈ, ਜਾਂ ਫਿਰ ਕੁਝ ਮੌਸਮ ਦੀ ਹੈ ਆਵਾਜ਼, ਜਿਵੇਂ ਬੱਦਲ ਗਰਜ ਰਿਹਾ ਹੈ, ਕੋਈ ਵੀ ਇਹੋ ਜਿਹੀ ਆਵਾਜ਼ ਆਪਾਂ ਨੂੰ ਆਸ-ਪਾਸ ਸੁਣਨ ਨੂੰ ਮਿਲਦੀ ਹੈ। ਫੈਨ ਦੀ ਆਵਾਜ਼ ਸੁਣ ਰਹੀ ਹੁੰਦੀ ਹੈ, ਪਰ ਤੇ ਟੀਚਰ ਦੀ ਆਵਾਜ਼ ਵੀ ਸੁਣ ਰਹੀ ਹੁੰਦੀ ਹੈ। ਹੁਣ ਆਪਣਾ ਸਭ ਤੋਂ ਮੇਨ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸੁਣਨ ਦੀ? ਉਹ ਹੈ ਕਿ ਜੋ ਟੀਚਰ ਆਪਾਂ ਨੂੰ ਕਲਾਸ ਦੇ ਵਿੱਚ ਸਮਝਾ ਰਹੀ ਹੈ, ਜੋ ਵੀ ਆਪਾਂ ਨੂੰ ਉਹ ਪੜ੍ਹਾ ਰਹੀ ਹੈ, ਉਸ ਚੀਜ਼ ਨੂੰ ਸੁਣਨਾ ਆਪਣੇ ਲਈ ਜ਼ਿਆਦਾ ਜ਼ਰੂਰੀ ਤੇ ਕੀਮਤੀ ਹੁੰਦਾ ਹੈ। ਤੇ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਆਪਾਂ ਉਸ ਚੀਜ਼ ਨੂੰ ਹੁਣ ਇਨਕੋਡਿੰਗ ਕਰ ਲੈਂਦੇ ਹਾਂ, ਉਸ ਚੀਜ਼ ਨੂੰ ਆਪਾਂ ਬ੍ਰੇਕਆਊਟ ਕਰ ਲੈਂਦੇ ਹਾਂ। ਜੋ ਕਲਾਸ ਦੇ ਵਿੱਚ ਟੀਚਰ ਸਮਝਾ ਰਹੀ ਹੈ, ਆਪਾਂ ਉਸ ਚੀਜ਼ ਨੂੰ ਸੁਣਨਾ ਜ਼ਿਆਦਾ ਸਹੀ ਸਮਝਦੇ ਹਾਂ, ਤੇ ਜੋ ਵੀ ਆਪਾਂ ਨੂੰ ਆਪਣੇ ਆਸ-ਪਾਸ ਤੋਂ ਸੁਣਨ ਨੂੰ ਮਿਲ ਰਿਹਾ ਹੈ, ਜੋ ਵੀ ਟੀਚਰ ਆਪਾਂ ਨੂੰ ਸੁਣਾ ਰਹੀ ਹੈ, ਉਹਨੂੰ ਆਪਾਂ ਧਿਆਨ ਨਾਲ ਸੁਣ ਪਾਉਂਦੇ ਹਾਂ, ਉਸ ਨੂੰ ਆਪਾਂ ਲਿਖਦੇ ਵੀ ਹਾਂ, ਤੇ ਉਸ ਚੀਜ਼ ਵੱਲ ਆਪਾਂ ਆਪਣਾ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜੋ ਵੀ ਟੀਚਰ ਬੋਲ ਰਹੇ ਆਪਾਂ ਫਸਟ ਹੈਂਡ ਇਨਫੋਰਮੇਸ਼ਨ ਉਠਾ ਸਕੀਏ। ਤੇ ਜੋ ਵੀ ਆਪਾਂ ਨੂੰ ਇਨਵਾਇਰਨਮੈਂਟ ਤੋਂ ਡਿਸਟਰੈਕਸ਼ਨਸ ਮਿਲ ਰਹੀਆਂ ਹਨ, ਉਸ ਚੀਜ਼ ਨੂੰ ਆਪਾਂ ਥੋੜਾ ਪਿੱਛੇ ਲਿਜਾਇਆ ਜਾਂਦਾ ਹੈ, ਤੇ ਆਪਾਂ ਉਸ ਚੀਜ਼ ਨੂੰ ਥੋੜਾ ਜਿਹਾ ਇਗਨੋਰ ਕਰਦੇ ਹਾਂ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਣੇ ਲਈ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਕੀਮਤੀ ਕਿਸ ਚੀਜ਼ ਨੂੰ ਸੁਣਨਾ ਹੈ। ਤੇ ਆਪਾਂ ਟੀਚਰ ਦੀ ਗੱਲ ਨੂੰ ਜ਼ਿਆਦਾ ਜ਼ਰੂਰੀ ਸੁਣਦੇ ਹਾਂ, ਸਮਝਦੇ ਹਾਂ, ਤੇ ਉਸਨੂੰ ਲਿਖ ਵੀ ਲੈਂਦੇ ਹਾਂ, ਕਿਉਂਕਿ ਉਹ ਚੀਜ਼ ਆਪਣੇ ਲਈ ਕੀਮਤੀ ਹੁੰਦੀ ਹੈ। ਆਪਣੀ ਪੜ੍ਹਾਈ ਦੇ ਵਿੱਚ ਉਹ ਘਰ ਜਾ ਕੇ ਆਪਾਂ ਨੇ ਉਹੀ ਚੀਜ਼ ਨੂੰ ਪੜ੍ਹਨਾ ਹੁੰਦਾ ਹੈ, ਮੇਬੀ ਉਸ ਚੀਜ਼ ਦਾ ਟੈਸਟ ਵੀ ਹੋ ਸਕਦਾ ਹੈ, ਤਾਂ ਬੱਚਾ ਉਸ ਚੀਜ਼ ਨੂੰ ਜ਼ਿਆਦਾ ਧਿਆਨ ਨਾਲ ਸੁਣਦਾ ਹੈ। ਤੇ ਜਿਹੜੀ ਵੀ ਇਨਵਾਇਰਨਮੈਂਟ ਤੋਂ ਆਉਣ ਵਾਲੀਆਂ ਆਵਾਜ਼ਾਂ ਹਨ, ਤੇ ਬੱਚਾ ਉਸ ਚੀਜ਼ ਨੂੰ ਜ਼ਿਆਦਾ ਧਿਆਨ ਨਹੀਂ ਦਿੰਦਾ ਹੈਗਾ, ਤੇ ਸਿਰਫ ਟੀਚਰ ਦੀ ਗੱਲਾਂ ਦੇ ਵੱਲ ਜ਼ਿਆਦਾ ਗੌਰ ਫਰਮਾਉਂਦਾ ਹੈ। ਹੁਣ ਇਹ ਹੋ ਗਈ ਇਨਕੋਡਿੰਗ। ਇਨਕੋਡਿੰਗ ਯਾਨੀ ਕਿਹੜੀ ਚੀਜ਼ ਆਪਾਂ ਸੁਣਨਾ ਚਾਹੁੰਦੇ ਹਾਂ, ਤੇ ਉਸ ਚੀਜ਼ ਨੂੰ ਆਪਾਂ ਸੁਣ ਕੇ ਧਿਆਨ ਦਿੰਦੇ ਹਾਂ। ਫਿਰ ਆਉਂਦਾ ਹੈ ਸਟੋਰੇਜ। ਹੁਣ ਜੋ ਵੀ ਮੈਡਮ ਨੇ ਬੋਲਿਆ ਸੀਗਾ, ਲਾਈਨ ਵਾਈਜ਼ ਲਾਈਨ ਆਪਾਂ ਜੋ ਵੀ ਸੁਣਿਆ, ਲਿਖਿਆ, ਸਮਝਿਆ, ਤੇ ਉਸ ਚੀਜ਼ਾਂ ਰਿਪਲਾਈ ਦਿੱਤਾ, ਹੁਣ ਇਸ ਚੀਜ਼ ਨੂੰ ਆਪਾਂ ਕਿਆ ਕਰੂੰਗੇ? ਸਟੋਰ ਕਰ ਲਵਾਂਗੇ। ਹੁਣ ਇਹਨੂੰ ਆਪਾਂ ਆਪਣੀ ਮੈਮਰੀ ਦੇ ਵਿੱਚ ਸਟੋਰ ਕਰ ਲਵਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਆਪਾਂ ਸੇਮ ਉਹੀ ਸਿਚੁਏਸ਼ਨ ਤੇ ਆਉਂਗੇ, ਜਦੋਂ ਆਪਾਂ ਸੇਮ ਉਹੀ ਚੀਜ਼ ਨੂੰ ਪੜ੍ਹਨ ਲੱਗੋਗੇ, ਜੋ ਵੀ ਟੀਚਰ ਨੇ ਜਿਹੜਾ ਚੈਪਟਰ ਆਪਾਂ ਨੂੰ ਪੜ੍ਹਾਇਆ ਸੀਗਾ, ਤਾਂ ਆਪਾਂ ਉਸਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੰਨੇ ਚੰਗੀ ਤਰ੍ਹਾਂ ਸਮਝ ਸਕੀਏ, ਪੜ੍ਹ ਸਕੀਏ, ਕਿ ਜਦੋਂ ਆਪਾਂ ਨੂੰ ਇਸ ਚੀਜ਼ ਦੀ ਜ਼ਰੂਰਤ ਪਵੇ ਤਾਂ ਆਪਾਂ ਉਸ ਚੀਜ਼ ਨੂੰ ਯੂਟੀਲਾਈਜ਼ ਕਰ ਸਕੀਏ। ਹੁਣ ਜੋ ਵੀ ਸੁਣਿਆ ਸੀਗਾ, ਹੁਣ ਉਹਨੂੰ ਸੁਣਨ ਤੱਕ ਹੀ ਸੀਮਿਤ ਨਾ ਰੱਖ ਕੇ, ਲਿਖਣ ਤੱਕ ਹੀ ਸੀਮਿਤ ਨਾ ਰੱਖ ਕੇ, ਬਲਕਿ ਉਸਨੂੰ ਸਟੋਰ ਕਰ ਲੈਣਾ ਆਪਣੇ ਦਿਮਾਗ ਦੇ ਵਿੱਚ, ਯਾਦ ਕਰ ਲੈਣਾ, ਤੇ ਉਸਨੂੰ ਬਚਾ ਕੇ ਰੱਖ ਲੈਣਾ ਆਪਣੇ ਦਿਮਾਗ ਦੇ ਵਿੱਚ। ਫਿਰ ਆਉਂਦਾ ਹੈ ਥਰਡ, ਰਿਟਰੀਵਲ। ਹੁਣ ਜਿੰਨਾ ਵੀ ਆਪਾਂ ਇਨਕੋਡ ਕੀਤੀ ਹੋਈ ਇਨਫੋਰਮੇਸ਼ਨ ਨੂੰ ਸਟੋਰ ਕੀਤਾ ਸੀਗਾ, ਹੁਣ ਵਕਤ ਆ ਜਾਂਦਾ ਉਸ ਚੀਜ਼ ਨੂੰ ਰਿਟਰੀਵ ਕਰਨ ਦਾ। ਰਿਟਰੀਵ ਯਾਨੀ ਜੋ ਵੀ ਆਪਣੇ ਦਿਮਾਗ ਦੇ ਵਿੱਚ ਆਪਾਂ ਨੇ ਜਿੰਨੀਆਂ ਵੀ ਚੀਜ਼ਾਂ ਨੂੰ ਆਪਾਂ ਸਟੋਰ ਕੀਤਾ ਸੀਗਾ, ਹੁਣ ਉਸ ਚੀਜ਼ ਨੂੰ ਆਪਾਂ ਨੇ ਰਿਟਰੀਵ ਕਰਨਾ ਹੈ, ਯਾਨੀ ਉਹ ਸੋਚੀਆਂ ਹੋਈਆਂ ਚੀਜ਼ਾਂ ਨੂੰ ਹੁਣ ਯਾਦ ਕਰਕੇ ਉਸਨੂੰ ਬਾਹਰ ਕੱਢਣਾ ਹੈ। ਹੁਣ ਉਸਨੂੰ ਬਾਹਰ ਕਿੱਦਾਂ ਕੱਢਣਾ ਹੈ? ਯਾਦ ਕਰਕੇ, ਸਮਝ ਕੇ, ਜੋ ਵੀ ਆਪਾਂ ਨੇ ਲਰਨ ਕੀਤਾ ਸੀਗਾ, ਹੁਣ ਉਹੀ ਮੈਮਰੀ ਨੂੰ ਦੁਬਾਰਾ ਬਾਹਰ ਕੱਢਣਾ।
ਠੀਕ ਹੈ। ਹੁਣ ਜਿਹੜਾ ਮੈਡਮ ਨੇ ਉਹ ਟੌਪਿਕ ਪੜ੍ਹਾਇਆ ਸੀਗਾ, ਉਹਨੂੰ ਆਪਾਂ ਨੇ ਕੀ ਕੀਤਾ ਸੀਗਾ, ਇਨਕੋਡ ਕੀਤਾ ਸੀ। ਘਰ ਜਾ ਕੇ ਉਹੀ ਮੈਮ ਦੇ ਦਿੱਤੇ ਹੋਏ ਲੈਕਚਰ ਨੂੰ ਆਪਾਂ ਨੇ ਲਰਨ ਕੀਤਾ ਸੀਗਾ। ਫਿਰ ਉਸਨੂੰ ਆਪਾਂ ਨੇ ਕਿਆ ਕੀਤਾ, ਹੌਲੀ ਹੌਲੀ ਆਪਣੇ ਦਿਮਾਗ ਨੇ ਉਸ ਚੀਜ਼ ਨੂੰ ਸਟੋਰ ਕਰਨਾ ਸਟਾਰਟ ਕਰਤਾ। ਤੇ ਹੁਣ ਜਦੋਂ ਨੈਕਸਟ ਡੇ ਆਪਣਾ ਟੀਚਰ ਨੇ ਉਹੀ ਸਬਜੈਕਟ ਦਾ, ਉਹੀ ਚੈਪਟਰ ਦਾ ਜਦੋਂ ਟੈਸਟ ਲਿੱਤਾ, ਤਾਂ ਆਪਾਂ ਨੇ ਕਿਆ ਕੀਤਾ, ਆਪਣੇ ਟੈਸਟ ਪੇਪਰ ਤੇ ਉਸ ਚੀਜ਼ ਨੂੰ ਰਿਟਰੀਵ ਕਰਤਾ। ਰਿਟਰੀਵ ਯਾਨੀ ਜੋ ਆਪਾਂ ਨੇ ਲਰਨ ਕੀਤਾ ਸੀ, ਹੁਣ ਉਹੀ ਚੀਜ਼ਾਂ ਨੂੰ ਆਪਾਂ ਨੇ ਲਿਖ ਕੇ ਸਮਝਣਾ ਸਟਾਰਟ ਕਰਤਾ, ਲਿਖਣਾ ਸਟਾਰਟ ਕਰਤਾ। ਸੋ ਕੋਈ ਵੀ ਚੀਜ਼ ਨੂੰ ਲਰਨ ਕਰਨਾ ਹੈ, ਜਿਹੜੀ ਆਪਣੀ ਮੈਮਰੀ ਹੈ, ਮੈਮਰੀ ਇਹ ਤਿੰਨ ਵਿਧੀਆਂ ਦੇ ਨਾਲ ਵਰਕ ਕਰਦੀ ਹੈ। ਸਭ ਤੋਂ ਪਹਿਲਾਂ ਇਨਕੋਡ ਕਰਨਾ, ਕਿਹੜੀ ਇਨਫੋਰਮੇਸ਼ਨ ਆਪਾਂ ਨੇ ਸਟੋਰ ਕਰਨੀ ਹੈ, ਕਿਸ ਚੀਜ਼ ਤੇ ਆਪਾਂ ਗੌਰ ਫਰਮਾਇਆ। ਇਨਕੋਡਿੰਗ, ਇਨਕੋਡਿੰਗ ਤੋਂ ਬਾਅਦ ਆਉਂਦਾ ਹੈ ਸਟੋਰੇਜ, ਉਸ ਚੀਜ਼ ਨੂੰ ਸਟੋਰ ਕਰ ਲੈਣਾ। ਫਿਰ ਉਸ ਤੋਂ ਬਾਅਦ ਆਉਂਦਾ ਹੈ ਥਰਡ ਲੈਵਲ ਤੇ ਰਿਟਰੀਵਲ, ਉਸ ਚੀਜ਼ ਨੂੰ ਰਿਟਰੀਵ ਕਰ ਲੈਣਾ, ਜੋ ਵੀ ਆਪਾਂ ਨੇ ਇਨਕੋਡ ਕੀਤਾ ਸੀਗਾ, ਸਟੋਰ ਕੀਤਾ, ਉਸ ਤੋਂ ਬਾਅਦ ਆਪਾਂ ਉਸ ਨੂੰ ਰਿਟਰੀਵ ਕਰ ਲਿਆ। ਫਿਰ ਆਉਂਦੀਆਂ ਹਨ ਮੈਮਰੀ ਦੀ ਥਿਊਰੀਜ਼। ਹੁਣ ਮੈਮਰੀ ਦੇ ਵਿੱਚ ਕਾਫੀ ਜ਼ਿਆਦਾ ਥਿਊਰੀਜ਼ ਆਪਾਂ ਨੂੰ ਸਮਝਾਉਣ ਦੇ ਲਈ ਯੂਟੀਲਾਈਜ਼ ਕੀਤੀ ਗਈ ਸੀਗੀ, ਸਮਝਾਉਣ ਦੇ ਲਈ ਆਪਾਂ ਨੂੰ ਕਿ ਮੈਮਰੀ ਕਿੱਦਾਂ ਵਰਕ ਕਰਦੀ ਹੈ ਤੇ ਮੈਮਰੀ ਆਪਣੀ ਲਾਈਫ ਦੇ ਵਿੱਚ ਕਿੱਦਾਂ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਤਾਂ ਮੈਮਰੀ ਦੇ ਵਿੱਚ ਜਿਹੜੀਆਂ ਆਪਾਂ ਨੇ ਥਿਊਰੀਜ਼ ਪੜ੍ਹੀਆਂ ਸੀਗੀਆਂ, ਮੋਸਟਲੀ ਇਹ ਐਟਕਿਨਸਨ ਐਂਡ ਸ਼ਿਫਰਿੰਗ ਦੀਆਂ ਲਿਖੀਆਂ ਹੋਈਆਂ ਸੀਗੀਆਂ। ਐਟਕਿਨਸਨ ਤੇ ਸ਼ਿਫਰਿੰਗ ਨੇ ਸਭ ਤੋਂ ਪਹਿਲਾਂ ਇੱਕ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਨੂੰ ਆਪਣੇ ਅੱਗੇ ਲੈ ਕੇ ਆਂਦਾ ਸੀਗਾ। ਤੇ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਨੂੰ IPM ਵੀ ਬੋਲਿਆ ਜਾਂਦਾ ਹੈ। ਇਸ ਮਾਡਲ ਦੇ ਵਿੱਚ ਇਹ ਸਮਝਾਇਆ ਗਿਆ ਸੀਗਾ ਕਿ ਜੋ ਵੀ ਇਨਫੋਰਮੇਸ਼ਨ ਆਪਾਂ ਸਟੋਰ ਕਰਦੇ ਹਾਂ, ਆਪਾਂ ਉਸ ਨੂੰ ਪ੍ਰੋਸੈਸ ਕਰਦੇ ਹਾਂ, ਉਸ ਇਨਫੋਰਮੇਸ਼ਨ ਨੂੰ ਆਪਾਂ ਕਿੱਦਾਂ ਪ੍ਰੋਸੈਸ ਕਰਕੇ ਆਪਣੇ ਜਿਹੜਾ ਇੱਕ ਲੈਵਲ ਤੇ ਆਪਣੀ ਜਿਹੜੀ ਇੱਕ ਮੈਮਰੀ ਹੈ ਉਹ ਕਿੱਦਾਂ ਸਟੋਰ ਹੁੰਦੀ ਹੈ ਤੇ ਆਪਾਂ ਉਸ ਮੈਮਰੀ ਨੂੰ ਕਿੱਦਾਂ ਯੂਜ਼ ਕਰਦੇ ਹਾਂ। ਸੋ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਦੇ ਵਿੱਚ ਤਿੰਨ ਮੈਮਰੀਜ਼ ਦੀ ਵਰਤੋਂ ਕੀਤੀ ਗਈ ਹੈ। ਸਭ ਤੋਂ ਪਹਿਲਾਂ ਆਂਦੀ ਹੈ ਦ ਸੈਂਸਰੀ ਰਜਿਸਟਰ ਮੈਮਰੀ, फिर आती है शॉर्ट टर्म स्टोर और शॉर्ट टर्म मेमोरी, फिर आती है लॉन्ग टर्म स्टोर और लॉन्ग टर्म मेमोरी। ਸੋ ਸੈਂਸਰੀ ਰਜਿਸਟਰ ਜਾਂ ਫਿਰ ਸੈਂਸਰੀ ਮੈਮਰੀ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਆਪਾਂ ਆਪਣੇ ਸੈਂਸੇਸ਼ਨਸ ਦੀ ਵਰਤੋਂ ਕਰਦੇ ਹਾਂ। ਸੋ ਸੈਂਸੇਸ਼ਨ ਯਾਨੀ ਕਿ ਆਪਣੇ ਜਿਹੜੇ 5 ਸੈਂਸਸ ਹਨ, ਆਪਣੇ 5 ਸੈਂਸ ਆਰਗਨਸ ਆਪਾਂ ਨੂੰ ਹੈਲਪ ਕਰਦੇ ਹਾਂ ਕਿਸੇ ਚੀਜ਼ ਨੂੰ ਸਮਝਣ ਦੇ ਲਈ, ਯੂਟੀਲਾਈਜ਼ ਕਰਨ ਦੇ ਲਈ, ਤੇ ਆਪਣੀ ਜਿਹੜੀ ਪਾਵਰ ਹੈ ਸਮਝਣ ਦੀ, ਉਸ ਚੀਜ਼ ਨੂੰ ਯੂਟੀਲਾਈਜ਼ ਕਰਦੀ ਹੈ। ਜਿਹੜੀ ਆਪਣੀ ਸੈਂਸਰੀ ਰਜਿਸਟਰ ਜਾਂ ਫਿਰ ਆਪਣੀ ਸੈਂਸਰੀ ਮੈਮਰੀ ਹੈ, ਆਪਣੀ 5 ਸੈਂਸਸ ਤੋਂ ਮਿਲੀ ਹੋਈ ਜਿੰਨੀ ਵੀ ਨੌਲੇਜ ਹੈ ਆਪਣੀ, ਉਸ ਚੀਜ਼ ਨੂੰ ਉਹ ਸਟੋਰ ਕਰਦੀ ਹੈ। ਤੇ ਇਹਨਾਂ ਦੀ ਜਿਹੜਾ ਲੈਵਲ ਰਹਿੰਦਾ ਹੈ ਇਹ 1 ਸੈਕਿੰਡ ਦਾ ਹੁੰਦਾ ਹੈ। ਜਿਹੜੀ ਆਪਣੀ ਸੈਂਸਰੀ ਮੈਮਰੀ ਹੈ ਉਹ ਇੱਕ ਟਾਈਮ ਤੇ ਲਾਰਜ ਲੈਵਲ ਦੀ ਜਿਹੜੀ ਇੱਕ ਫਾਈਲ ਹੈ, ਲਾਰਜ ਲੈਵਲ ਦੀ ਜਿਹੜੀ ਕਪੈਸਿਟੀ ਹੈ ਉਹ ਸਟੋਰ ਕਰ ਪਾਉਂਦੀ ਹੈ। ਇੱਕ ਵਾਰ ਦੇ ਵਿੱਚ ਉਹ ਆਪਣੀਆਂ 5 ਸੈਂਸਸ ਨੂੰ ਯੂਜ਼ ਕਰਕੇ ਜੋ ਵੀ ਆਸ-ਪਾਸ ਤੋਂ ਇੱਕ ਮਿਲਣ ਵਾਲੀ ਇੱਕ ਨੌਲੇਜ ਹੁੰਦੀ ਹੈ ਉਸ ਚੀਜ਼ ਨੂੰ ਸਟੋਰ ਕਰਨ ਦੀ ਇੱਕ ਕੋਸ਼ਿਸ਼ ਕਰਦੀ ਹੈ। ਤੇ ਉਸਦੀ ਜਿਹੜੀ ਇੱਕ ਡਿਊਰੇਸ਼ਨ ਰਹਿੰਦੀ ਹੈ ਪਰ ਉਹ ਸਿਰਫ 1 ਸੈਕਿੰਡ ਦੀ ਹੀ ਹੁੰਦੀ ਹੈ, ਕਿਉਂਕਿ ਆਪਾਂ ਇੱਕ ਵਾਰ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਆਪਣੇ ਆਸ-ਪਾਸ ਹੋ ਰਹੀਆਂ ਹੁੰਦੀਆਂ ਹਨ ਜਿੱਥੇ ਆਪਣੀ 5 ਸੈਂਸਸ ਵਰਕ ਕਰ ਰਹੇ ਹੁੰਦੇ ਹਨ। ਕਈ ਵਾਰ ਆਪਾਂ ਦੇਖ ਕਿਤੇ ਰਹੇ ਹੁੰਦੇ ਹਾਂ, ਸੁਣ ਕੁਝ ਰਹੇ ਹੁੰਦੇ ਹਾਂ, ਬੋਲ ਕੁਝ ਰਹੇ ਹੁੰਦੇ ਹਾਂ, ਕਈ ਵਾਰ ਆਪਾਂ ਸਨਿਫ ਕੁਝ ਕਰ ਰਹੇ ਹੁੰਦੇ ਹਾਂ ਤੇ ਆਪਣੀ ਜਿਹੜੀ ਸਕਿਨ ਹੈ ਉਹ ਕੁਝ ਹੋਰ ਫੀਲ ਕਰ ਰਹੀ ਹੁੰਦੀ ਹੈ। ਤਾਂ ਇੱਕ ਵਾਰ ਲਈ ਜਿਹੜੀ ਆਪਣੀ ਮੈਮਰੀ ਹੈ ਉਹ ਕਾਫੀ ਜ਼ਿਆਦਾ ਔਖਾ ਫੀਲ ਕਰਦੀ ਹੈ ਕਿ ਇੱਕੋ ਹੀ ਵਾਰ ਦੇ ਵਿੱਚ ਇੰਨੀ ਸਾਰੀ ਚੀਜ਼ਾਂ ਨੂੰ ਉਹ ਕਿੱਦਾਂ ਹੀ ਸੋਚ ਪਾਵੇ, ਸਮਝ ਪਾਵੇ। ਤਾਂ ਇਸ ਕਰਕੇ ਜਿਹੜੀ ਉਸਦੀ ਕਪੈਸਿਟੀ ਹੈ ਉਹ ਕਈ ਵਾਰੀ ਲਾਰਜ ਤਾਂ ਹੁੰਦੀ ਹੈ ਪਰ ਉਹਨਾਂ ਦੀ ਜਿਹੜੀ ਡਿਊਰੇਸ਼ਨ ਹੈ ਉਹ ਕਾਫੀ ਜ਼ਿਆਦਾ ਘੱਟ ਰਹਿੰਦੀ ਹੈ। ਤਾਂ ਇਸ ਕਰਕੇ ਸੈਂਸਰੀ ਮੈਮਰੀ ਹੁੰਦੀ ਹੈ ਜਿਹੜੀ ਉਹ ਸੈਂਸੇਸ਼ਨਸ ਦੇ ਥਰੂ ਵਰਕ ਕਰਦੀ ਹੈ ਤੇ ਆਪਣੇ ਆਸ-ਪਾਸ ਹੋਣ ਵਾਲੀਆਂ ਜਿੰਨੀਆਂ ਵੀ ਸਿਚੁਏਸ਼ਨਸ ਹੁੰਦੀਆਂ ਹਨ, ਆਪਣੀ ਸੈਂਸਰੀ ਮੈਮਰੀ ਉਸ ਚੀਜ਼ ਨੂੰ ਨੋਟਿਸ ਕਰਦੀ ਹੈ, ਉਸਨੂੰ ਟਾਈਮਲੀ ਕੰਟਰੋਲ ਵੀ ਕਰਦੀ ਹੈ, ਉਸ ਤੋਂ ਸਮਝਦੀ ਵੀ ਹੈ। ਐਂਡ ਐਟ ਦ ਸੇਮ ਟਾਈਮ ਉਹ ਜਿਹੜੀ ਮੈਮਰੀ ਹੁੰਦੀ ਹੈ ਉਸਨੂੰ ਕਈ ਵਾਰੀ ਉਹ ਜੇ ਜ਼ਿਆਦਾ ਅਟੈਂਸ਼ਨ ਦਿੱਤੀ ਜਾਵੇ ਤਾਂ ਉਹ ਸ਼ੋਰਟ ਟਰਮ ਮੈਮਰੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਬਟ ਮੋਸਟ ਆਫ ਦ ਟਾਈਮ ਜਿਹੜੀ ਸੈਂਸਰੀ ਮੈਮਰੀ ਹੁੰਦੀ ਹੈ, ਕਿਉਂਕਿ ਉਸਦੀ ਕਪੈਸਿਟੀ ਤਾਂ ਲਾਰਜ ਰਹਿੰਦੀ ਹੈ ਪਰ ਉਸਦੀ ਡਿਊਰੇਸ਼ਨ 1 ਸੈਕਿੰਡ ਦੀ ਹੋਣ ਕਰਕੇ ਉਹ ਜ਼ਿਆਦਾ ਧਿਆਨ ਨਹੀਂ ਲਗਾ ਪਾਉਂਦੀ ਹੈਗੀ, ਬਲਕਿ ਉਸ ਚੀਜ਼ ਨੂੰ ਉਹ ਜਲਦੀ ਭੁੱਲ ਜਾਂਦੀ ਹੈ। ਕਿਉਂਕਿ ਜੇ ਉਸ ਚੀਜ਼ ਨੂੰ ਉਹ ਅਟੈਂਸ਼ਨ ਦੇਵੇ, ਜਿਵੇਂ 5 ਸੈਂਸਸ 5 ਜਗ੍ਹਾ ਦੇ ਉੱਤੇ ਆਪਣਾ ਫੋਕਸ ਲਗਾ ਰਹੀ ਹੈ ਜੋ ਕਿ ਬਿਲਕੁਲ ਡਿਫਰੈਂਟ ਹੈ, ਤਾਂ ਕਈ ਵਾਰ ਉਸ ਚੀਜ਼ ਤੇ ਅਟੈਂਸ਼ਨ ਦੇਣਾ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਹੋ ਜਾਂਦਾ ਹੈ, ਜਿਸ ਕਰਕੇ ਉਹ ਉਸ ਚੀਜ਼ ਦੇ ਉੱਤੇ ਜ਼ਿਆਦਾ ਗੌਰ ਨਹੀਂ ਫਰਮਾ ਪਾਉਂਦੀ ਹੈਗੀ। ਤੇ ਜੇ ਉਸਦੇ ਉੱਤੇ ਉਹ ਅਟੈਂਸ਼ਨ ਦੇਣ ਦੇ ਵਿੱਚ ਜ਼ਿਆਦਾ ਹੈਲਪਫੁਲ ਰਹਿੰਦਾ ਹੈ, ਉਹ ਅਟੈਂਸ਼ਨ ਦੇ ਪਾਉਂਦੀ ਹੈ ਆਪਣੀ ਸੈਂਸਰੀ ਮੈਮਰੀ ਦੇ ਉੱਤੇ, ਜਦੋਂ ਆਪਾਂ ਅਟੈਂਸ਼ਨ ਦੇ ਪਾਉਂਦੇ ਹਾਂ ਤਾਂ ਉਹ ਕਨਵਰਟ ਹੋ ਜਾਂਦੀ ਹੈ ਸ਼ਾਰਟ ਟਰਮ ਮੈਮਰੀ ਤੇ।
ਤੇ ਜਦੋਂ ਸ਼ਾਰਟ ਟਰਮ ਮੈਮਰੀ, ਸੈਂਸਰੀ ਮੈਮਰੀ ਤੋਂ ਜਦੋਂ ਆਪਾਂ ਕਿਸੇ ਚੀਜ਼ ਤੇ ਅਟੈਂਸ਼ਨ ਜ਼ਿਆਦਾ ਦੇਰ ਲਈ ਦਿੰਦੇ ਹਾਂ ਤਾਂ ਫਿਰ ਉਹ ਸ਼ਾਰਟ ਟਰਮ ਮੈਮਰੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਤਾਂ ਸ਼ਾਰਟ ਟਰਮ ਮੈਮਰੀ ਦੇ ਵਿੱਚ ਆਪਾਂ ਕਿਆ ਦੇਖ ਪਾਉਂਦੇ ਹਾਂ ਕਿ ਉਸਦੀ ਜਿਹੜੀ ਕਪੈਸਿਟੀ ਹੈ ਉਹ ਕਾਫੀ ਜ਼ਿਆਦਾ ਘੱਟ ਰਹਿੰਦੀ ਹੈ। ਉਸ ਚੀਜ਼ ਨੂੰ ਜਦੋਂ ਸਟੋਰ ਕਰਨ ਦੀ ਜਿਹੜੀ ਕਪੈਸਿਟੀ ਹੈ ਉਹ ਬਹੁਤ ਸਮਾਲ ਜਾਂ ਫਿਰ ਲਿਮਿਟਿਡ ਰਹਿੰਦੀ ਹੈ। ਤੇ ਉਸਦੀ ਜਿਹੜੀ ਡਿਊਰੇਸ਼ਨ ਹੈ ਉਹ 30 ਸੈਕਿੰਡਸ ਦੇ ਲਈ ਰਹਿੰਦੀ ਹੈ। ਹੁਣ ਜਦੋਂ ਆਪਾਂ ਸ਼ਾਰਟ ਟਰਮ ਮੈਮਰੀ ਦੇ ਵਿੱਚ ਕੋਈ ਮੈਮਰੀ ਆਪਾਂ ਨੂੰ ਜੇ ਯਾਦ ਰੱਖਣੀ ਹੋਵੇ ਸਿਰਫ 30 ਸੈਕਿੰਡ ਲਈ ਹੀ ਆਪਣੇ ਦਿਮਾਗ ਦੇ ਵਿੱਚ ਰਹਿੰਦੀ ਹੈ। ਪਰ ਜੇ ਆਪਾਂ ਉਸਨੂੰ ਜ਼ਿਆਦਾ ਦੇਰ ਤੱਕ ਉਸਦੀ ਰਿਹਰਸਲ ਕਰੀਏ, ਉਸ ਚੀਜ਼ ਨੂੰ ਬਾਰ-ਬਾਰ ਆਪਾਂ ਯਾਦ ਕਰੀਏ, ਸੋਚੀਏ ਜਾਂ ਉਸ ਤੋਂ ਆਪਾਂ ਸਬਕੌਂਸ਼ੀਅਸ ਲੈਵਲ ਤੋਂ ਰਿਟਰੀਵ ਕਰਨ ਦੀ ਕੋਸ਼ਿਸ਼ ਕਰੀਏ, ਯਾਦ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਆਪਣੀ ਜਿਹੜੀ ਸ਼ਾਰਟ ਟਰਮ ਮੈਮਰੀ ਹੈ ਉਹ ਆਪਣੀ ਲੌਂਗ ਟਰਮ ਮੈਮਰੀ ਦੇ ਵਿੱਚ ਬਹੁਤ ਈਜ਼ੀਲੀ ਆਪਾਂ ਉਸਨੂੰ ਐਜ਼ ਅ ਲੌਂਗ ਟਰਮ ਮੈਮਰੀ ਦੇ ਵਿੱਚ ਲੈ ਕੇ ਆ ਸਕਦੇ ਹਾਂ। ਸੋ ਸ਼ਾਰਟ ਟਰਮ ਮੈਮਰੀ ਤੋਂ ਆਪਾਂ ਲੌਂਗ ਟਰਮ ਮੈਮਰੀ ਦੇ ਵਿੱਚ ਆਉਣ ਲਈ ਜੋ ਵੀ ਆਪਾਂ ਨੇ ਸ਼ਾਰਟ ਟਰਮ ਮੈਮਰੀ ਦੇ ਵਿੱਚ ਅਟੈਂਸ਼ਨ ਦੇ ਕੇ ਸੈਂਸਰੀ ਮੈਮਰੀਜ਼ ਤੋਂ ਆਪਾਂ ਉਸਨੂੰ ਸਟੋਰ ਕੀਤਾ ਹੁੰਦਾ ਹੈ, ਉਸ ਤੋਂ ਜਦੋਂ ਆਪਾਂ ਇਲੈਬੋਰੇਟਿਵ ਰਿਹਰਸਲ ਕਰਦੇ ਹਾਂ, ਯਾਦ ਕਰਦੇ ਹਾਂ, ਬਾਰ-ਬਾਰ ਸੁਣਦੇ ਹਾਂ, ਮਹਿਸੂਸ ਕਰਦੇ ਹਾਂ ਤੇ ਉਸ ਚੀਜ਼ ਤੇ ਜ਼ਿਆਦਾ ਅਟੈਂਸ਼ਨ ਤੇ ਰਿਹਰਸਲ ਆਪਾਂ ਪ੍ਰੋਵਾਈਡ ਕਰਦੇ ਹਾਂ ਤਾਂ ਆਪਾਂ ਉਸਨੂੰ ਐਜ਼ ਅ ਲੌਂਗ ਟਰਮ ਮੈਮਰੀ ਦੇ ਵਿੱਚ ਲੈ ਕੇ ਆ ਪਾਉਂਦੇ ਹਾਂ। ਹੁਣ ਇਸ ਦੀ ਕਪੈਸਿਟੀ ਅਨਲਿਮਿਟਿਡ ਹੋ ਜਾਂਦੀ ਹੈ। ਹੁਣ ਆਪਣੀ ਜਿੰਨੀ ਵੀ ਮੈਮਰੀ ਆਪਣੀ ਲੌਂਗ ਟਰਮ ਮੈਮਰੀ ਦੇ ਵਿੱਚ ਹੁੰਦੀ ਹੈ ਇਹ ਸਾਰੀ ਆਪਣੇ ਲਈ ਅਨਲਿਮਿਟਿਡ ਹੁੰਦੀ ਹੈ। ਇਸ ਦੀ ਜਿਹੜੀ ਕਪੈਸਿਟੀ ਹੈ ਉਹ ਥਰੂ ਆਊਟ ਰਹਿੰਦੀ ਹੈ ਤੇ ਇਹਨਾਂ ਦੀ ਜਿਹੜੀ ਡਿਊਰੇਸ਼ਨ ਹੈ ਉਹ ਇੱਕ ਲਾਈਫ ਟਾਈਮ ਤੱਕ ਰਹਿੰਦੀ ਹੈ। ਜੋ ਚੀਜ਼ ਆਪਾਂ ਯਾਦ ਰੱਖ ਪਾਉਂਦੇ ਹਾਂ ਤੇ ਜੋ ਵੀ ਆਪਣੀ ਲੌਂਗ ਟਰਮ ਮੈਮਰੀ ਦੇ ਵਿੱਚ ਹੁੰਦੀ ਹੈ ਉਹ ਆਪਾਂ ਆਪਣੀ ਪੂਰੀ ਜ਼ਿੰਦਗੀ ਭਰ ਯਾਦ ਰੱਖ ਪਾਉਂਦੇ ਹਾਂ। ਜਿਵੇਂ ਫਸਟ ਕਲਾਸ ਦੇ ਵਿੱਚ ਆਪਣੀ ਫੇਵਰੇਟ ਟੀਚਰ ਦਾ ਨਾਮ ਕਿਹਾ ਸੀਗਾ, ਇਹ ਆਪਾਂ ਨੂੰ ਸ਼ਾਇਦ ਅੱਜ ਵੀ ਯਾਦ ਰਹੇਗਾ ਕਿਉਂਕਿ ਜਿਹੜੀ ਇੱਕ ਮੈਮਰੀ ਹੈ ਹੁਣ ਇੱਕ ਲੌਂਗ ਟਰਮ ਮੈਮਰੀ ਨਹੀਂ ਬਲਕਿ ਆਪਣੇ ਲਈ ਇੱਕ ਫੇਵਰੇਟ ਮੈਮਰੀ ਹੈ, ਇੱਕ ਇੰਪੋਰਟੈਂਟ ਮੈਮਰੀ ਵੀ ਹੈ ਜਿਹਦੇ ਨਾਲ ਆਪਣੇ ਕੁਝ ਅੱਛੇ ਮੈਮਰੀਜ਼, ਕੁਝ ਅੱਛੇ ਲਮਹੇ ਜੁੜੇ ਹੋਏ ਹੁੰਦੇ ਹਨ ਜਿਸ ਕਰਕੇ ਆਪਾਂ ਉਸ ਮੈਮਰੀ ਨੂੰ ਬਹੁਤ ਈਜ਼ੀਲੀ ਯਾਦ ਕਰ ਪਾਉਂਦੇ ਹਾਂ। ਪਰ ਆਪਾਂ ਨੂੰ ਕਈ ਵਾਰ ਇਹ ਯਾਦ ਨਹੀਂ ਰਹਿੰਦਾ ਕਿ ਆਪਣੀ ਫਿਫਥ ਕਲਾਸ ਦੇ ਵਿੱਚ ਆਪਣੀ ਟੀਚਰ ਕੌਣ ਸੀਗੀ ਜੋ ਆਪਣੀ ਫੇਵਰੇਟ ਨਹੀਂ ਹੈਗੀ ਬਟ ਉਹ ਆਪਣੇ ਲਈ ਆਪਾਂ ਉਹਨਾਂ ਨੂੰ ਹੇਟ ਵੀ ਨਹੀਂ ਕਰਦੇ ਪਰ ਆਪਾਂ ਉਹਨਾਂ ਨੂੰ ਇੰਨਾ ਜ਼ਿਆਦਾ ਲਾਈਕ ਵੀ ਨਹੀਂ ਕਰਦੇ। ਆਪਾਂ ਨੂੰ ਉਹ ਚੀਜ਼ ਜਿਹੜੀ ਇੱਕ ਨੋਰਮਲ ਲੈਵਲ ਤੇ ਕਲੈਕਟ ਕੀਤੀ ਹੋਈ ਮੈਮਰੀ ਹੈ ਆਪਾਂ ਉਸਨੂੰ ਇੰਨੀ ਜ਼ਿਆਦਾ ਯਾਦ ਨਹੀਂ ਰੱਖ ਪਾਉਂਦੇ ਹੈਗੇ ਜਿੰਨਾ ਆਪਾਂ ਕਿਸੇ ਚੀਜ਼ ਦੇ ਨਾਲ ਕੁਝ ਖਾਸ ਮੈਮਰੀ ਜੁੜੀ ਹੋਈ ਹੁੰਦੀ ਹੈ, ਕੋਈ ਇੱਕ ਖਾਸ ਇੱਕ ਸਟੋਰੀ ਜੁੜੀ ਹੋਈ ਹੁੰਦੀ ਹੈ, ਆਪਾਂ ਉਸ ਚੀਜ਼ ਨੂੰ ਜ਼ਿਆਦਾ ਯਾਦ ਰੱਖ ਪਾਉਂਦੇ ਹਾਂ ਤੇ ਉਸਨੂੰ ਆਪਾਂ ਸਮਝ ਪਾਉਂਦੇ ਹਾਂ ਤੇ ਇਸ ਚੀਜ਼ ਦੇ ਵਿੱਚ ਆਪਾਂ ਇਹ ਡਿਫਰੈਂਸ ਕ੍ਰੀਏਟ ਕਰ ਪਾਉਂਦੇ ਹਾਂ ਕਿ ਕੋਈ ਵੀ ਚੀਜ਼ ਜਿਹੜੀ ਇੱਕ ਇੰਪੋਰਟੈਂਟ ਐਲੀਮੈਂਟ ਜਿਹਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਉਹਨੂੰ ਆਪਾਂ ਜ਼ਿਆਦਾ ਦੇਰ ਤੱਕ ਯਾਦ ਕਰ ਪਾਉਂਦੇ ਹਾਂ ਤੇ ਜਿਹੜੀ ਮੈਮਰੀ ਆਪਾਂ ਘੱਟ ਸਮੇਂ ਦੇ ਲਈ ਜਾਂ ਫਿਰ ਜਿਹੜੀ ਇੰਨੀ ਜ਼ਿਆਦਾ ਇੰਪੋਰਟੈਂਟ ਰੋਲ ਨਹੀਂ ਪਲੇ ਕਰਦੀ ਹੈਗੀ ਉਸ ਚੀਜ਼ ਨੂੰ ਆਪਾਂ ਬੜੇ ਥੋੜੇ ਤੇ ਟਾਈਮ ਦੇ ਲਈ ਹੀ ਯਾਦ ਰੱਖ ਪਾਉਂਦੇ ਹਾਂ। ਸੋ ਕੋਈ ਵੀ ਇਨਫੋਰਮੇਸ਼ਨ ਹੈ, ਇਨਫੋਰਮੇਸ਼ਨ ਆਪਾਂ ਨੂੰ ਜਿਹੜੀ ਵੀ ਇਨਫੋਰਮੇਸ਼ਨ ਮਿਲਦੀ ਹੈ ਆਪਣੇ ਇਨਵਾਇਰਨਮੈਂਟ ਤੋਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਸੈਂਸੇਸ਼ਨ ਹੈ ਦੈਟ ਇਜ਼ ਆਰ 5 ਸੈਂਸਿਸ ਉਹ ਆਪਣੀ ਉਸ ਮੈਮਰੀ ਨੂੰ ਯਾਦ ਰੱਖਦੀ ਹੈ। ਦੈਟ ਇਜ਼ ਸੈਂਸਰੀ ਮੈਮਰੀ ਆਪਣੀ ਉਹ ਯਾਦ ਰੱਖਦੀ ਹੈ। ਉਸਦੀ ਜੋ ਕਪੈਸਿਟੀ ਹੁੰਦੀ ਹੈ ਉਹ ਲਾਰਜ ਹੁੰਦੀ ਹੈ ਤੇ ਉਸਦੀ ਡਿਊਰੇਸ਼ਨ ਸਿਰਫ 1 ਸੈਕਿੰਡ ਲਈ ਹੁੰਦੀ ਹੈ ਤੇ ਜੇ ਉਹ 1 ਸੈਕਿੰਡ ਤੋਂ ਵੱਧ ਜਾਂਦੀ ਹੈ ਮਤਲਬ ਆਪਾਂ ਉਸ ਚੀਜ਼ ਨੂੰ ਅਟੈਂਸ਼ਨ ਦੇ ਰਹੇ ਹਾਂ, ਆਪਾਂ ਉਸ ਚੀਜ਼ ਵੱਲ ਜ਼ਿਆਦਾ ਧਿਆਨ ਦੇ ਰਹੇ ਹਾਂ ਤੇ ਆਪਾਂ ਉਸ ਚੀਜ਼ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਹਾਂ। ਜਦੋਂ ਆਪਾਂ ਉਸਨੂੰ ਸੁਣ ਲੈਂਦੇ ਹਾਂ ਤਾਂ ਆਪਾਂ ਉਸਨੂੰ ਸ਼ਾਰਟ ਟਰਮ ਮੈਮਰੀ ਦੇ ਵਿੱਚ ਆਪਾਂ ਉਹ ਕਨਵਰਟ ਹੋ ਜਾਂਦੀ ਹੈ। ਆਪਣੀ ਜਿਹੜੀ ਸੈਂਸਰੀ ਮੈਮਰੀ ਹੈ ਹੁਣ ਸ਼ਾਰਟ ਟਰਮ ਮੈਮਰੀ ਦਾ ਪਾਰਟ ਬਣ ਜਾਂਦੀ ਹੈ ਜਿਸ ਦੀ ਕਪੈਸਿਟੀ ਸਮਾਲ ਰਹਿੰਦੀ ਹੈ ਪਰ ਉਸਦੀ ਡਿਊਰੇਸ਼ਨ 30 ਸੈਕਿੰਡਸ ਦੇ ਲਈ ਰਹਿੰਦੀ ਹੈ। ਤੇ ਜਦੋਂ 30 ਸੈਕਿੰਡਸ ਦੇ ਲਈ ਉਹ ਮੈਮਰੀ ਰਹਿੰਦੀ ਹੈ ਜ਼ਿਆਦਾ ਟਾਈਮ ਤੱਕ ਜੇ ਆਪਾਂ ਉਸਨੂੰ ਧਿਆਨ ਦਈਏ ਤਾਂ ਉਹ ਇਲੈਬੋਰੇਟਿਵ ਜਿਹੜੀ ਰਿਹਰਸਲ ਹੈ ਮਤਲਬ ਉਸ ਤੋਂ ਬਾਰ-ਬਾਰ ਯਾਦ ਕਰਨ ਦੇ ਨਾਲ, ਬਾਰ-ਬਾਰ ਸੋਚਣ ਦੇ ਨਾਲ ਤੇ ਉਸਨੂੰ ਰਿਪੀਟੀਟਿਵ ਲਰਨਿੰਗ ਦੇ ਨਾਲ ਆਪਾਂ ਉਸਨੂੰ ਲੌਂਗ ਟਰਮ ਮੈਮਰੀ ਦੇ ਵਿੱਚ ਆਪਾਂ ਸਟੋਰ ਕਰ ਪਾਉਂਦੇ ਹਾਂ। ਯੂਜੂਅਲੀ ਆਪਾਂ ਇਹ ਦੇਖਿਆ ਜਾਂਦਾ ਹੈ ਜਦੋਂ ਆਪਾਂ ਪੇਪਰ ਦੇ ਲਈ ਤਿਆਰੀ ਕਰਦੇ ਹਾਂ ਤਾਂ ਆਪਣੀ ਜਿਹੜੀ ਮੈਮਰੀ ਜੋ ਆਪਾਂ ਪੂਰੇ ਇੱਕ ਸਮੈਸਟਰ ਦੇ ਵਿੱਚ ਪੜ੍ਹਦੇ ਆ ਰਹੇ ਹੁੰਦੇ ਹਾਂ ਸ਼ੁਰੂ ਤੋਂ ਲੈ ਕੇ ਪੇਪਰ ਤੱਕ ਆਪਾਂ ਜਦੋਂ ਉਸ ਚੀਜ਼ ਨੂੰ ਬਾਰ-ਬਾਰ ਲਰਨ ਕਰਦੇ ਹਾਂ, ਸੋਚਦੇ ਹਾਂ ਤੇ ਉਹ ਆਪਣੇ ਸ਼ਾਰਟ ਟਰਮ ਤੋਂ ਆਪਣੇ ਲੌਂਗ ਟਰਮ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਆਪਾਂ ਉਸਨੂੰ ਬਾਰ-ਬਾਰ ਲਰਨ ਕਰਦੇ ਹਾਂ, ਸੋਚਦੇ ਹਾਂ, ਰਿਹਰਸਲ ਕਰਦੇ ਹਾਂ, ਆਪਾਂ ਉਸਨੂੰ ਲਿਖ ਕੇ ਦੇਖਦੇ ਹਾਂ, ਬਾਰ-ਬਾਰ ਬੋਲ ਕੇ ਦੇਖਦੇ ਹਾਂ ਤੇ ਇਸ ਦੇ ਨਾਲ ਕਿਆ ਹੁੰਦਾ ਉਹਨੂੰ 30 ਸੈਕਿੰਡਸ ਲਈ ਹੀ ਨਹੀਂ ਬਲਕਿ ਆਪਣੇ ਲਈ ਕਾਫੀ ਜ਼ਿਆਦਾ ਟਾਈਮ ਦੇ ਲਈ ਉਹ ਮੈਮਰੀ ਆ ਜਾਂਦੀ ਹੈ।
ਪਰ ਜਦੋਂ ਆਪਾਂ ਉਸ ਚੀਜ਼ ਦਾ ਐਗਜ਼ਾਮ ਦੇ ਦਿੰਦੇ ਹਾਂ, ਦੇ ਕੇ ਹਟ ਜਾਂਦੇ ਹਾਂ, ਤਾਂ ਕਿਆ ਹੁੰਦਾ ਹੈ ਕਿ ਆਪਾਂ ਉਸ ਐਗਜ਼ਾਮ ਨੂੰ ਦੇਣ ਤੋਂ ਬਾਅਦ ਆਪਾਂ ਹੌਲੀ ਹੌਲੀ ਜਦੋਂ ਉਸ ਚੀਜ਼ ਨੂੰ ਦੁਬਾਰਾ ਰਿਹਰਸਲ ਹੀ ਨਹੀਂ ਕਰਦੇ, ਤਾਂ ਉਹ ਹੌਲੀ ਹੌਲੀ ਆਪਣੀ ਮੈਮਰੀ ਡਿਕੇ ਹੋਣੀ ਸਟਾਰਟ ਹੋ ਜਾਂਦੀ ਹੈ, ਉਹ ਮੈਮਰੀ ਡਿਮਿਨਿਸ਼ ਹੋਣੀ ਸਟਾਰਟ ਹੋ ਜਾਂਦੀ ਹੈ। ਬੇਸ਼ੱਕ ਉਹ ਲੌਂਗ ਟਰਮ ਦਾ ਪਾਰਟ ਬਣਨਾ ਸਟਾਰਟ ਹੋ ਜਾਂਦੀ ਹੈ, ਪਰ ਉਹ ਹੌਲੀ ਹੌਲੀ ਆਪਾਂ ਉਸ ਚੀਜ਼ ਨੂੰ ਭੁੱਲਣਾ ਸਟਾਰਟ ਕਰ ਦਿੰਦੇ ਹਾਂ, ਕਿਉਂਕਿ ਹੁਣ ਆਪਣੀ ਜਿਹੜੀ ਮੈਮਰੀ ਦੇ ਵਿੱਚ ਜਦ ਆਪਾਂ ਉਸ ਚੀਜ਼ ਨੂੰ ਬਾਰ ਬਾਰ ਰਿਹਰਸਲ ਕਰਦੇ ਹਾਂ, ਤਾਂ ਉਸ ਚੀਜ਼ ਨੂੰ ਆਪਾਂ ਭੁੱਲਦੇ ਨਹੀਂ ਹਾਂ। ਪਰ ਕਿਤੇ ਨਾ ਕਿਤੇ ਉਸਦੀ ਜਦੋਂ ਜ਼ਿਆਦਾ ਪ੍ਰੈਕਟਿਸ ਨਹੀਂ ਹੁੰਦੀ ਹੈਗੀ, ਤਾਂ ਆਪਾਂ ਉਸ ਚੀਜ਼ ਨੂੰ ਜ਼ਿਆਦਾ ਯਾਦ ਨਹੀਂ ਰੱਖ ਪਾਉਂਦੇ। ਪਰ ਜੇ ਆਪਾਂ ਉਹੀ ਕਈ ਵਾਰ ਉਹੀ ਕਿਤਾਬ ਚੱਕ ਕੇ ਦੇਖੀਏ, ਆਪਾਂ ਉਹੀ ਕਿਤਾਬ ਨੂੰ 6-8 ਮਹੀਨੇ ਬਾਅਦ ਚੱਕ ਕੇ ਦੇਖੀਏ, ਪੜ੍ਹ ਕੇ ਦੇਖੀਏ, ਤਾਂ ਆਪਾਂ ਨੂੰ ਕਿਤੇ ਨਾ ਕਿਤੇ ਉਸ ਦੇ ਵਿੱਚ ਦਿੱਤਾ ਹੋਇਆ ਜਿਹੜਾ ਇੱਕ ਕੰਸੈਪਟ ਹੈ ਉਹ ਜ਼ਰੂਰ ਯਾਦ ਆਉਂਦਾ ਹੈ ਕਿ ਇਸ ਦੇ ਵਿੱਚ ਆਪਾਂ ਨੇ ਉਸ ਕਲਾਸ ਦੇ ਵਿੱਚ ਉਸ ਟਾਈਮ ਦੇ ਵਿੱਚ ਕਿਆ ਪੜ੍ਹਿਆ ਸੀਗਾ। ਸੋ ਇੱਦਾਂ ਆਪਣੀ ਲੌਂਗ ਟਰਮ ਮੈਮਰੀ ਵਰਕ ਕਰਦੀ ਹੈ। ਇਹ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਸੀਗਾ, ਜੋ ਕਿ ਆਪਾਂ ਨੂੰ ਐਟਕਿਨਸਨ ਐਂਡ ਸ਼ਿਫਰਿਨ ਨੇ ਇਸ ਮਾਡਲ ਨੂੰ ਬਣਾਇਆ ਸੀਗਾ। ਐਟਕਿਨਸਨ ਨੇ ਆਪਣੇ ਲੈਵਲ ਤੇ ਐਂਡ ਸ਼ਿਫਰਿਨ ਨੇ ਆਪਣੇ ਲੈਵਲ ਤੇ ਜਦੋਂ ਇਸ ਚੀਜ਼ ਨੂੰ ਇਲੈਬੋਰੇਟ ਕੀਤਾ, ਤੇ ਇਹਨਾਂ ਨੂੰ ਇਕੱਠਾ ਹੀ ਇੱਕ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਕਿਹਾ ਗਿਆ ਕਿ ਜੋ ਵੀ ਆਪਾਂ ਇਨਫੋਰਮੇਸ਼ਨ ਕਲੈਕਟ ਕਰਦੇ ਹਾਂ ਫਰੋਮ ਆਰ ਆਊਟਰ ਇਨਵਾਇਰਮੈਂਟ, ਉਹ ਆਪਣੇ ਦਿਮਾਗ ਦੇ ਵਿੱਚ ਆਪਣੀ ਮੈਮਰੀ ਦਾ ਹਿੱਸਾ ਕਿੱਦਾਂ ਬਣ ਪਾਉਂਦਾ ਹੈ। फिर आता है सेकंड थ्योरी विच इज़ नोन एज अ लेवल ऑफ प्रोसैसिंग थ्योरी। ਲੈਵਲ ਆਫ ਪ੍ਰੋਸੈਸਿੰਗ ਥਿਊਰੀ ਦਿੱਤਾ ਗਿਆ ਸੀਗਾ, ਕ੍ਰੇਕ ਐਂਡ ਟਲਵਿੰਗ ਨੇ ਦਿੱਤਾ ਸੀਗਾ ਇਨ 1975। ਜਦੋਂ ਲੈਵਲ ਆਫ ਪ੍ਰੋਸੈਸਿੰਗ ਮਾਡਲ ਬਣਾਇਆ ਗਿਆ ਸੀਗਾ, ਇਹ ਥਿਊਰੀ ਨੂੰ ਇਨਵੈਂਟ ਕਰਨ ਤੋਂ ਪਹਿਲਾਂ ਕ੍ਰੇਕ ਐਂਡ ਟਲਵਿੰਗ ਨੇ ਐਟਕਿਨਸਨ ਐਂਡ ਸ਼ਿਫਰਿਨ ਦੀ ਜਿਹੜੀ ਥਿਊਰੀ ਸੀਗੀ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ, ਇਹਨਾਂ ਨੇ ਉਸ ਮਾਡਲ ਨੂੰ ਥੋੜ੍ਹਾ ਜਿਹਾ ਇਲੈਬੋਰੇਟ ਕੀਤਾ, ਤੇ ਉਹਨਾਂ ਨੇ ਉਸ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਦੀ ਹੈਲਪ ਲੈ ਕੇ ਲੈਵਲ ਆਫ ਪ੍ਰੋਸੈਸਿੰਗ ਥਿਊਰੀ ਨੂੰ ਇਨਵੈਂਟ ਕੀਤਾ ਸੀਗਾ, ਜੋ ਕਿ ਉਸਦਾ ਹੀ ਇੱਕ ਨੈਕਸਟ ਵਰਜ਼ਨ ਹੈ। ਤੇ ਕ੍ਰੇਕ ਐਂਡ ਟਲਵਿੰਗ ਨੇ 1975 ਦੇ ਵਿੱਚ ਸੂਨ ਆਫਟਰ ਦ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਨੂੰ ਸਟੱਡੀ ਕਰਨ ਤੋਂ ਬਾਅਦ ਉਹਨਾਂ ਨੇ ਸਟੱਡੀ ਕੀਤਾ ਕਿ ਜਿਹੜੀ ਆਪਣੀ ਇੱਕ ਇਨਫੋਰਮੇਸ਼ਨ ਹੈ, ਜੋ ਕਿ ਆਪਾਂ ਇੱਕ ਇਨਫੋਰਮੇਸ਼ਨ ਪ੍ਰੋਸੈਸ ਕਰ ਪਾਉਂਦੇ ਹਾਂ, ਦੈਟ ਇਜ਼ ਸੈਂਸਰੀ ਮੈਮਰੀ, ਸ਼ਾਰਟ ਟਰਮ ਮੈਮਰੀ, ਲੌਂਗ ਟਰਮ ਮੈਮਰੀ, ਤੇ ਉਹੀ ਮੈਮਰੀ ਆਪਾਂ ਨੂੰ ਇਹਨਾਂ ਦਾ ਲੈਵਲ ਕਿਆ ਰਹਿੰਦਾ ਹੈ, ਇਹ ਕਿੰਨੀ ਕੁ ਡੈਪਥ ਤੱਕ ਆਪਣੇ ਦਿਮਾਗ ਦੇ ਵਿੱਚ ਉਹ ਚੀਜ਼ ਆਪਣੇ ਜ਼ਿਆਦਾ ਦੇਰ ਤੱਕ ਸਟੋਰਡ ਰਹਿੰਦੀ ਹੈ। ਸੋ ਕ੍ਰੇਕ ਐਂਡ ਟਲਵਿੰਗ ਨੇ ਲੈਵਲ ਆਫ ਪ੍ਰੋਸੈਸਿੰਗ ਨੂੰ ਸਮਝਾਉਣ ਦੇ ਲਈ ਉਸਦੀ ਇਨਕਰੀਜ਼ਿੰਗ ਡੈਪਥ ਨੂੰ ਸਮਝਾਇਆ ਕਿ ਜਿਹੜੀ ਇਨਕਰੀਜ਼ਿੰਗ ਡੈਪਥ ਆਫ ਪ੍ਰੋਸੈਸਿੰਗ ਹੈ ਉਹ ਕਿੱਦਾਂ ਵਰਕ ਕਰਦੀ ਹੈ। ਇਹਨਾਂ ਨੇ ਲੈਵਲਸ ਨੂੰ ਸਮਝਾਉਣ ਦੇ ਲਈ 3 ਲੈਵਲਸ ਦੇ ਵਿੱਚ ਇਸ ਨੂੰ ਡਿਫਰੈਂਸ਼ੀਏਟ ਕੀਤਾ। ਪਹਿਲਾ ਆਉਂਦਾ ਹੈ ਫਿਜ਼ੀਕਲ, ਫਿਰ ਆਉਂਦਾ ਹੈ ਫੋਨੋਲੋਜੀਕਲ, ਦੈਨ ਆਉਂਦਾ ਹੈ ਸਿਮੈਂਟਿਕ। ਸੋ ਜਿਹੜਾ ਫਿਜ਼ੀਕਲ ਲੈਵਲ ਹੈ, ਸਭ ਤੋਂ ਪਹਿਲਾਂ ਜੇ ਆਪਾਂ ਇਸ ਚੀਜ਼ ਵੱਲ ਜ਼ਿਆਦਾ ਗੌਰ ਫਰਮਾਈਏ, ਤਾਂ ਫਿਜ਼ੀਕਲ ਲੈਵਲ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਨੋਟਿਸ ਕਰਦੇ ਹਾਂ ਫਿਜ਼ੀਕਲ ਲੈਵਲ ਕਿਆ ਹੋ ਸਕਦਾ ਹੈ, ਵਿਚ ਇਜ਼ ਅਗੇਨ ਸਮਵਟ ਸੈਂਸਰੀ ਮੈਮਰੀ। ਠੀਕ ਹੈ, ਹੁਣ ਆਪਣੀ ਜਿਹੜੀ ਸੈਂਸਰੀ ਮੈਮਰੀ ਆ, ਸਭ ਤੋਂ ਪਹਿਲਾਂ ਉਸਨੂੰ ਦੇਖਦੀ ਹੈ ਕਿ ਉਸਦਾ ਫਿਜ਼ੀਕਲ ਲੈਵਲ ਕਿਆ ਹੈ, ਉਸਨੂੰ ਮਹਿਸੂਸ ਕਰਦੀ ਹੈ, ਉਸ ਚੀਜ਼ ਨੂੰ ਸੁਣਦੀ ਹੈ, ਉਸ ਚੀਜ਼ ਨੂੰ ਸਮਝਦੀ ਹੈ, ਉਸ ਚੀਜ਼ ਨੂੰ ਰਿਐਕਟ ਕਰਦੀ ਹੈ ਔਨ ਅ ਫਿਜ਼ੀਕਲ ਲੈਵਲ। ਜੋ ਉਸ ਚੀਜ਼ ਦਾ ਦੇਖਣ ਦਾ ਇੱਕ ਸਿਰਫ ਫਿਜ਼ੀਕਲ ਲੈਵਲ ਤੇ ਜਿਹੜੀ ਚੀਜ਼ ਨੂੰ ਆਪਾਂ ਸਰਫੇਸ ਤੇ ਦੇਖ ਪਾਉਂਦੇ ਹਾਂ, ਉਸ ਚੀਜ਼ ਨੂੰ ਸਭ ਤੋਂ ਪਹਿਲਾਂ ਆਪਣੀ ਸਟਾਰਟਿੰਗ ਹੁੰਦੀ ਹੈ ਕਿਸੇ ਚੀਜ਼ ਨੂੰ ਪ੍ਰੋਸੈਸ ਕਰਨ ਦੇ ਲਈ। ਫਿਰ ਆਉਂਦਾ ਹੈ ਫੋਨੋਲੋਜੀਕਲ ਲੈਵਲ। ਹੁਣ ਫੋਨੋਲੋਜੀਕਲ ਲੈਵਲ ਦੇ ਵਿੱਚ ਕੀ ਆਉਂਦਾ ਹੈ, ਜੇ ਕੋਈ ਚੀਜ਼ ਆਪਾਂ ਯਾਦ ਰੱਖਣੀ ਹੈ ਤਾਂ ਉਸਨੂੰ ਆਪਾਂ ਨੂੰ ਉਹ ਸੁਣਦਾ ਕਿੱਦਾਂ ਹੈ, ਉਹ ਚੀਜ਼ ਨੂੰ ਆਪਾਂ ਸਮਝਦੇ ਕਿੱਦਾਂ ਹਾਂ, ਉਸ ਚੀਜ਼ ਨੂੰ ਆਪਾਂ ਉਸਦਾ ਮਤਲਬ ਕਿੱਦਾਂ, ਲਾਈਕ ਸੁਣਨ ਦਾ ਤਰੀਕਾ ਕੀ ਹੈ, ਲਾਈਕ ਕੈਟ, ਰੈਟ, ਸੈਟ, ਬੈਟ। ਹੁਣ ਇਹ ਸਭ ਦੇ ਵਰਡਸ ਨੇ ਜਿਹੜੇ ਉਹ ਕਾਫੀ ਜ਼ਿਆਦਾ ਸਿਮਿਲਰ ਸਾਊਂਡ ਕਰਦੇ ਹਨ। ਹੁਣ ਫੋਨੋਲੋਜੀਕਲ ਲੈਵਲ ਹੈ ਤਾਂ ਉਸਦੀ ਜਿਹੜੀ ਸਾਊਂਡ ਹੈ ਉਹ ਕਾਫੀ ਜ਼ਿਆਦਾ ਸਿਮਿਲਰ ਆਏਗੀ, ਉਸਦੀ ਜਿਹੜੀ ਵੋਵਲ ਪ੍ਰੋਨੰਸੀਏਸ਼ਨ ਜਾਂ ਸਾਊਂਡ ਹੈ, ਸੁਣਨ ਦਾ ਜਿਹੜਾ ਤਰੀਕਾ ਹੈ ਉਹ ਕਿੱਦਾਂ ਦਾ ਹੈ, ਤੇ ਦੈਟ ਇਜ਼ ਫੋਨੋਲੋਜੀਕਲ। ਫਿਰ ਥਰਡ ਤੇ ਆਉਂਦਾ ਹੈ ਸੀਮੈਂਟਿਕ। ਹੁਣ ਸੀਮੈਂਟਿਕ ਦੇ ਵਿੱਚ ਕੀ ਆਏਗਾ, ਜਦੋਂ ਆਪਾਂ ਫਿਜ਼ੀਕਲ ਲੈਵਲ ਵੀ ਕ੍ਰਾਸ ਕਰ ਲੈਂਦੇ ਹਾਂ ਕਿ ਉਹ ਚੀਜ਼ ਕਿੱਦਾਂ ਦੀ ਦਿਖਦੀ ਹੈ, ਦਿਖਣ ਦਾ ਨਜ਼ਰੀਆ, ਉਹਦਾ ਸ਼ੇਪ, ਉਹਦਾ ਸਾਈਜ਼, ਉਹਦਾ ਲੈਵਲ ਕਿੰਨਾ ਹੈ, ਕੁਆਲਿਟੀ, ਕੁਆਂਟਿਟੀ ਉਹ ਕਿੰਨੀ ਕੁ ਹੈ। ਫਿਜ਼ੀਕਲ ਲੈਵਲ ਤੋਂ ਬਾਅਦ ਆਉਂਦਾ ਹੈ ਫੋਨੋਲੋਜੀਕਲ ਲੈਵਲ। ਫੋਨੋਲੋਜੀਕਲ ਦੇ ਵਿੱਚ ਆਪਾਂ ਕਿਆ ਚੀਜ਼ ਨੂੰ ਚੈੱਕਆਊਟ ਕਰਦੇ ਹਾਂ ਕਿ ਉਸਦਾ ਇੱਕ ਪ੍ਰੋਨੰਸੀਏਸ਼ਨ ਕਿੱਦਾਂ, ਉਸਦੀ ਸਾਊਂਡ ਕਿੱਦਾਂ ਦੀ ਆਉਂਦੀ ਹੈ ਜੇ ਆਪਾਂ ਉਸਨੂੰ ਬੋਲ ਕੇ ਦੇਖੀਏ। ਫਿਰ ਉਸ ਤੋਂ ਬਾਅਦ ਆਉਂਦਾ ਹੈ ਸੀਮੈਂਟਿਕ ਲੈਵਲ। ਉਸਦਾ ਸੀਮੈਂਟਿਕ ਯਾਨੀ ਮੀਨਿੰਗ, ਉਸਦਾ ਜਿਹੜਾ ਲੈਵਲ ਹੈ ਆਪਾਂ ਮੀਨਿੰਗ ਦੇ ਨਾਲ ਐਸੋਸੀਏਟ ਕਰਦੇ ਹਾਂ। ਜਿਵੇਂ ਦੋ ਵਰਡਸ ਹੋਣ ਜੋ ਬੀ ਤੋਂ ਹੀ ਸਟਾਰਟ ਹੁੰਦੇ ਹਨ, ਦੈਟ ਇਜ਼ ਬੈਟ,
ਬੋਲ, ਹੁਣ ਬੈਟ ਬੋਲ ਤੋਂ ਆਪਾਂ ਕਿੱਦਾਂ ਕੀ ਸਮਝ ਪਾਉਂਦੇ ਹਾਂ, ਇੱਕ ਮੀਨਿੰਗ ਕੱਢ ਪਾਉਂਦੇ ਹਾਂ, ਦੈਟ ਇਜ਼ ਕ੍ਰਿਕਟ। ਕਿ ਆਪਾਂ ਬੈਟ ਐਂਡ ਬੋਲ ਨੂੰ ਆਪਾਂ ਕਿੱਦਾਂ ਯੂਜ਼ ਕਰਦੇ ਹਾਂ ਇਨ ਅ ਗੇਮ ਕਾਲਡ ਕ੍ਰਿਕਟ, ਤੇ ਉਹਦੇ ਵਿੱਚ ਆਪਣਾ ਇੱਕ ਮੀਨਿੰਗ ਨਿਕਲ ਆਇਆ ਕਿ ਟੇਬਲ ਦੇ ਉੱਤੇ ਇੱਕ ਬੈਟ ਪਿਆ ਹੈ, ਇੱਕ ਬਾਲ ਪਿਆ ਹੈ, ਇਸਦਾ ਸਿੱਧਾ ਸਿੱਧਾ ਕਿਸ ਐਸੋਸੀਏਸ਼ਨ, ਕਿਸ ਚੀਜ਼ ਦੇ ਨਾਲ ਐਸੋਸੀਏਸ਼ਨ ਨਿਕਲ ਕੇ ਆਉਂਦਾ ਹੈ, ਇੱਕ ਗੇਮ ਦੇ ਨਾਲ ਜਿਹਦਾ ਨਾਮ ਹੈ ਕ੍ਰਿਕਟ। ਐਂਡ ਉਸਨੂੰ ਆਪਾਂ ਕਿੱਦਾਂ ਯੂਜ਼ ਕਰਦੇ ਹਾਂ, ਸਾਰੀ ਇੱਕ ਮੈਮਰੀ ਫਾਰਮੇਸ਼ਨ ਹੋਣੀ ਸਟਾਰਟ ਹੋ ਜਾਂਦੀ ਹੈ। ਸੋ ਲੈਵਲ ਆਫ ਪ੍ਰੋਸੈਸਿੰਗ ਥਿਊਰੀ ਦੇ ਵਿੱਚ ਇਹ ਦੇਖ ਸਕਦੇ ਹਾਂ ਕਿ ਕਿਸੇ ਚੀਜ਼ ਨੂੰ ਇਨਕਰੀਜ਼ਿੰਗ ਡੈਪਥ ਦੇ ਨਾਲ ਆਪਾਂ ਉਸ ਚੀਜ਼ ਨੂੰ ਕਿੰਨਾ ਜ਼ਿਆਦਾ ਅੰਦਰ ਤੱਕ ਆਪਾਂ ਉਸ ਚੀਜ਼ ਨੂੰ ਡੈਪਥ ਤੱਕ ਆਪਾਂ ਸਟੋਰ ਕਰ ਪਾਉਂਦੇ ਹਾਂ। ਫਿਜ਼ੀਕਲ ਲੈਵਲ, ਫੋਨੋਲੋਜੀਕਲ ਲੈਵਲ, ਸਿਮੈਂਟਿਕ ਲੈਵਲ। ਸਿਮੈਂਟਿਕ ਲੈਵਲ ਬਿਲਕੁਲ ਡੀਪੈਸਟ ਲੈਵਲ ਹੁੰਦਾ ਹੈ, ਜਦੋਂ ਆਪਾਂ ਕਿਸੇ ਚੀਜ਼ ਦਾ ਮੀਨਿੰਗ ਕੱਢ ਲੈਂਦੇ ਹਾਂ ਤਾਂ ਆਪਾਂ ਉਸ ਚੀਜ਼ ਨੂੰ ਸਮਝ ਪਾਉਂਦੇ ਹਾਂ, ਦੈਟ ਇਜ਼ ਫਿਜ਼ੀਕਲ, ਫੋਨੋਲੋਜੀਕਲ, ਦੈਨ ਸਿਮੈਂਟਿਕ। थर्ड थ्योरी आती है एन इंटीग्रेटिव मॉडल दैट इज ऑल्सो नोन बाय वर्किंग मेमोरी। इंटीग्रेटिव मॉडल है अपना वर्किंग मेमोरी। दिस थ्योरी वाज गिवन बाय पैडले। द पैडले's model of working memory is as under, like ਇਸ ਥਿਊਰੀ ਨੂੰ ਐਕਸਪਲੇਨ ਕੀਤਾ ਗਿਆ ਸੀਗਾ ਅਗੇਨ ਫਰੋਮ ਦ ਐਟਕਿੰਸਨ ਐਂਡ ਸ਼ਿਫਰਿਨਸ ਮਾਡਲ। ਜੋ ਆਪਾਂ ਐਟਕਿੰਸਨ ਤੇ ਸ਼ਿਫਰਿਨ ਦਾ ਜਿਹੜਾ ਆਪਾਂ ਨੇ ਮਾਡਲ ਨੂੰ ਸਟੱਡੀ ਕੀਤਾ ਹੈ, ਸਭ ਤੋਂ ਪਹਿਲਾਂ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਨੂੰ, ਦੈਟ ਵਾਜ਼ IPM। ਸੋ IPM ਨੂੰ ਜਦੋਂ ਇੰਟਰੋਡਿਊਸ ਕੀਤਾ ਗਿਆ ਸੀਗਾ ਤਾਂ ਜਿਹੜਾ ਆਪਣਾ ਲੈਵਲ ਆਫ ਪ੍ਰੋਸੈਸਿੰਗ ਸੀਗਾ ਉਸ ਚੀਜ਼ ਨੂੰ ਵੀ ਕਾਫੀ ਜ਼ਿਆਦਾ ਹੈਲਪਫੁਲ ਕੀਤਾ ਸੀਗਾ। ਤੇ ਵਰਕਿੰਗ ਮੈਮਰੀ ਦੇ ਲਈ ਵੀ ਐਟਕਿੰਸਨ ਐਂਡ ਸ਼ਿਫਰਿਨ ਦੇ ਮਾਡਲ ਨੇ ਕਾਫੀ ਜ਼ਿਆਦਾ ਇੱਕ ਹੈਲਪਫੁਲ ਰਿਹਾ ਸੀਗਾ ਇੰਟੀਗ੍ਰੇਟਿਵ ਮਾਡਲ ਵਰਕਿੰਗ ਮੈਮਰੀ ਦੇ ਲਈ। ਸੋ ਵਾਟ ਇਜ਼ ਅ ਵਰਕਿੰਗ ਮੈਮਰੀ? ਸੋ ਵਰਕਿੰਗ ਮੈਮਰੀ ਸ਼ਾਰਟ ਟਰਮ ਮੈਮਰੀ ਨੂੰ ਕਿਹਾ ਜਾਂਦਾ ਹੈ। ਸੋ ਜੋ ਵਰਕਿੰਗ ਮੈਮਰੀ ਆਪਣੀ ਹੁੰਦੀ ਹੈ, ਸਭ ਤੋਂ ਜ਼ਿਆਦਾ ਜਿਹੜੀ ਇੱਕ ਅਲਰਟ ਮੋਡ ਤੇ ਵਰਕ ਕੀਤਾ ਜਾਂਦਾ ਹੈ, ਉਹ ਮੈਮਰੀ ਆਪਣੀ ਵਰਕਿੰਗ ਮੈਮਰੀ ਹੁੰਦੀ ਹੈ। ਇਸ ਤੋਂ ਪਹਿਲਾਂ ਆਉਂਦੀ ਹੈ सेंसरी मेमोरी, फिर वर्किंग मेमोरी या फिर शॉर्ट टर्म मेमोरी, एंड देन कम्स दी लॉन्ग टर्म मेमोरी। सो वर्किंग मैमरी का जो एक सेंट्रल एग्जीक्यूटिव होंदा है, सेंट्रल एग्जीक्यूटिव दे विच फोनोलॉजिकल लेवल भी देखा जाता है, एपिसोडिक बफर भी देखा जाता है, तो विजुअल स्पेशियल स्कैच पैड भी देखा जाता है। सो सेंट्रल एग्जीक्यूटिव दे विच सेंट्रल लेवल ते तीनों चीज़ों के उत्ते वर्क करता है, एंड इसी करके इस मॉडल दे विच सेंट्रल एग्जीक्यूटिव दैट इज द सेंटर लेवल ते इस चीज़ को देखा जाता है। पहला आता है फोनोलॉजिकल लूप। फोनोलॉजिकल लूप दे विच ये डिस्कस किया जाता है कि किन्नी की उस चीज़ को लेके अपने कोल एक वर्बल इन्फॉर्मेशन मौजूद है। किसी भी एक मैमरी नू जो याद रखना है तो उसका फोनोलॉजिकल लेवल क्या है, फोनोलॉजिकल लूप क्या है। फोनोलॉजिकल दे विच आ जाता है उसका वर्बल इन्फॉर्मेशन, यानी कि किसी चीज़ को बोलने का तरीका किदा दा है, लाइक दैट, सैट, रैट, ये सारिया चीज़ों के विच एक सेम प्रोनंसिएशन आती है जिसके पिछे AT लग्या होंदा है। सो ये फोनोलॉजिकल लूप होंदा है जो वर्बल इन्फॉर्मेशन है अपनी उस चीज़ को प्रोड्यूस कर पाता है, तो उस चीज़ को आप समझ पाते हैं क्योंकि जी उसकी इन्फॉर्मेशन अपन मिली हुई होंगी है वो वर्बल लैवल पर अपन याद रहती है, दैट इज़ आप उसका एक बोलने का तरीका क्या रहता है। फिर आता है एपिसोडिक बफर। सो एपिसोडिक बफर के ये आता है कि जो कोई एक इन्फॉर्मेशन ज़्यादा देर तक अपने दिमाग के स्टोर रहती है तो उसका एक सीन क्रिएट हो जाता है, एक सीन बनना स्टार्ट हो जाता है। कि सब तो पहला जिवें मैंने एक एग्जाम्पल दी सी, एक इंसान पहला बैठा सी, उसको प्यास लगी, वो उठ के किचन तक गया, किचन तो उसने ग्लास पिक किया, पानी भरिया, पानी पीता, ग्लास सिंक के रखा तो वापस आके बैठ गया। सो दिस वॉज एपिसोडिक। सो दिस इज हाउ एक चीज़ ਨੂੰ ਉਹਨਾਂ ਨੇ ਐਜ਼ ਅ ਐਪੀਸੋਡਸ ਦੇ ਨਾਲ ਯਾਦ ਕੀਤਾ ਕਿ ਪਿਆਸ ਲੱਗੀ, ਕਿਚਨ ਵੱਲ ਗਏ, ਪਾਣੀ ਪੀਤਾ, ਸਿੰਕ 'ਚ ਗਲਾਸ ਰੱਖੇ ਤੇ ਵਾਪਸ ਆ ਗਏ। ਸੋ ਇਹ ਇੱਕ ਲੌਂਗ ਟਰਮ ਮੈਮਰੀ ਦਾ ਪਾਰਟ ਬਣ ਜਾਂਦੀ ਹੈ ਜਦੋਂ ਆਪਾਂ ਨੂੰ ਕੋਈ ਵੀ ਇੱਕ ਚੀਜ਼, ਕੋਈ ਇੱਕ ਸਪੈਸ਼ਲ ਦਿਨ ਆਪਾਂ ਨੂੰ ਯਾਦ ਰਹਿੰਦਾ ਹੈ ਕਿ ਉਹ ਸਪੈਸ਼ਲ ਡੇ, ਜਿਵੇਂ ਕਿ ਇੱਕ ਬੱਚੇ ਨੂੰ ਆਪਣਾ ਬਰਥਡੇ ਕਾਫੀ ਜ਼ਿਆਦਾ ਯਾਦ ਰਹਿੰਦਾ ਹੈ ਤੇ ਉਸ ਨੂੰ ਇਹ ਵੀ ਯਾਦ ਰਹਿੰਦਾ ਕਿ ਉਸਦਾ ਅੱਜ ਤੱਕ ਦਾ ਸਭ ਤੋਂ ਫੇਵਰੇਟ ਬਰਥਡੇ ਕਿਹੜਾ ਸੀਗਾ। ਤੇ ਉਸ बर्थडे वाले दिन ਨੂੰ ਚੰਗੀ ਤਰ੍ਹਾਂ ਜੇ ਉਸਨੂੰ ਪੁੱਛਿਆ ਜਾਵੇ ਕਿ ਉਸ ਦਿਨ क्या ਹੋਇਆ ਸੀਗਾ ਤਾਂ ਅੱਛੀ ਤਰ੍ਹਾਂ ਡਿਸਕ੍ਰਾਈਬ ਕਰ ਪਾਉਂਦਾ ਹੈ ਕਿ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਤੱਕ क्या ਹੁੰਦਾ ਹੈ, ਐਂਡ ਕਿਹੜੀ ਕਿਹੜੀ ਇਹ ਚੀਜ਼ਾਂ ਉਸਦੀ
ਡੇ ਡੇ ਦੀ ਐਕਟੀਵਿਟੀ ਦੇ ਵਿੱਚ ਚੇਂਜਸ ਕ੍ਰੀਏਟ ਕਰਦਾ ਹੈ, ਲੈ ਕੇ ਆਉਂਦਾ ਹੈ। ਉਹ ਸਭ ਉਸਦਾ ਐਪੀਸੋਡਿਕ ਬਫਰ ਉਸਨੂੰ ਯਾਦ ਰੱਖਣ ਦੇ ਵਿੱਚ ਹੈਲਪ ਕਰਦਾ ਹੈ। ਸੋ ਇਹ ਐਪੀਸੋਡਿਕ ਲੈਵਲ ਤੇ ਉਸਨੂੰ ਜਿਹੜਾ ਆਪਣਾ ਪੂਰੇ ਦਿਨ ਦਾ ਵਿੱਚ ਜੋ ਵੀ ਹੋਇਆ ਹੁੰਦਾ ਹੈ ਉਹ ਯਾਦ ਰਹਿੰਦਾ ਹੈ। ਉਹ ਲੌਂਗ ਟਰਮ ਮੈਮਰੀ ਦਾ ਪਾਰਟ ਹੁੰਦਾ ਹੈ, ਜੋ ਕਿ ਉਸਨੂੰ ਜਦੋਂ ਵੀ ਪੁੱਛ ਲਿੱਤਾ ਜਾਵੇ ਉਹ ਫੇਵਰੇਟ ਮੈਮਰੀ, ਉਹ ਸਪੈਸ਼ਲ ਮੈਮਰੀ ਉਸਨੂੰ ਹਮੇਸ਼ਾ ਯਾਦ ਰਹਿੰਦੀ ਹੈ। ਫਿਰ ਆਉਂਦਾ ਹੈ ਥਰਡ, ਦੈਟ ਇਜ਼ ਵਿਜ਼ੂਅਲ ਸਪੇਸ਼ੀਅਲ ਸਕੈਚਪੈਡ। ਸੋ ਵਿਜ਼ੂਅਲ ਸਪੇਸ਼ੀਅਲ ਸਕੈਚਪੈਡ ਦੇ ਵਿੱਚ ਵਿਜ਼ੂਅਲ ਇਨਫੋਰਮੇਸ਼ਨ ਦੇ ਨਾਲ ਨਾਲ ਉਸ ਦੇ ਵਿੱਚ ਜਿਹੜਾ ਸਪੇਸ਼ਲ ਰਿਲੇਸ਼ਨਸ਼ਿਪ ਹੈ ਉਸ ਚੀਜ਼ ਨੂੰ ਯਾਦ ਰੱਖ ਪਾਉਂਦਾ ਹੈ। ਹੁਣ ਜਿਵੇਂ ਆਪਣੇ ਜੇ ਇੱਕ ਇਨਸਾਨ ਟੇਬਲ ਤੇ ਬੈਠਾ ਹੈ, ਸੌਰੀ ਚੇਅਰ ਤੇ ਬੈਠਾ ਹੈ ਤੇ ਟੇਬਲ ਦੇ ਉੱਤੇ ਜਿਹੜਾ ਬਿਲਕੁਲ ਸਾਈਡ ਤੇ ਕੋਈ ਉਸਦਾ ਸਕੈਚ ਪੈਨ ਪਿਆ ਹੈ ਤੇ ਉਸਨੂੰ ਸਕੈਚ ਪੈਨ ਦੀ ਜ਼ਰੂਰਤ ਹੈ, ਉਹਨੂੰ ਉਸਨੂੰ ਆਈਡੀਆ ਲੱਗ ਜਾਂਦਾ ਹੈ ਕਿ ਮੈਂ ਜਦੋਂ ਤੱਕ ਉੱਠ ਕੇ ਉਸ ਸਕੈਚ ਪੈਨ ਨੂੰ ਨਹੀਂ ਉਠਾ ਲੈਣਾ ਤਦੋਂ ਤੱਕ ਉਹ ਸਕੈਚ ਪੈਨ ਨੂੰ ਮੈਂ ਟੱਚ ਨਹੀਂ ਕਰ ਪਾਊਂਗਾ। ਆਪਣੀ ਸੀਟ ਤੇ ਬੈਠੇ ਬੈਠੇ ਮੈਂ ਸਕੈਚ ਪੈਨ ਤੱਕ ਨਹੀਂ ਪਹੁੰਚ ਸਕਦਾ। ਸੋ ਇਟਸ ਬੈਟਰ ਮੈਨੂੰ ਉੱਠ ਕੇ ਉਸ ਸਕੈਚ ਪੈਨ ਨੂੰ ਚੱਕ ਲੈਣਾ ਚਾਹੀਦਾ ਹੈ। ਸੋ ਦਿਸ ਵਾਜ਼ ਅ ਵਿਜ਼ੂਅਲ ਸਪੇਸ਼ੀਅਲ ਸਕੈਚ ਪੈਡ ਵਿਚ ਮੀਨਸ ਕਿ ਉਸਨੂੰ ਵਿਜ਼ੂਅਲੀ ਉਸ ਚੀਜ਼ ਨੂੰ ਉਹਨੇ ਨੋਟਿਸ ਕੀਤਾ ਕਿ ਮੇਰੀ ਸੀਟ ਤੋਂ ਲੈ ਕੇ ਮੇਰੇ ਸਕੈਚ ਪੈਨ ਤੱਕ ਕਿੰਨੀ ਕੁ ਦੂਰੀ ਹੈ। ਵਿਜ਼ੂਅਲੀ ਉਹਨੇ ਇਸ ਚੀਜ਼ ਨੂੰ ਸਪੇਸ਼ਲ ਲੈਵਲ ਤੇ ਹੁਣ ਚੈੱਕ ਕੀਤਾ ਕਿ ਕਿੰਨੀ ਸਪੇਸ ਹੈ ਮੇਰੀ ਸੀਟਿੰਗ ਤੇ ਮੇਰੇ ਸਕੈਚ ਪੈਨ ਤੱਕ। ਤੇ ਫਿਰ ਉਸ ਚੀਜ਼ ਨੂੰ ਉਸਨੇ ਅੰਡਰਸਟੈਂਡ ਕੀਤਾ ਕਿ ਵਿਜ਼ੂਅਲ ਸਪੇਸ਼ੀਅਲ ਤੋਂ ਕਿ ਮੇਰੀ ਜਿਹੜੀ ਵਿਜ਼ੂਅਲ ਇਨਫੋਰਮੇਸ਼ਨ ਮੈਨੂੰ ਇਹ ਦੱਸ ਰਹੀ ਹੈ ਕਿ ਮੇਰੀ ਸੀਟ ਤੋਂ ਮੈਂ ਆਪਣਾ ਸਕੈਚ ਪੈਨ ਨਹੀਂ ਉਠਾ ਸਕਦਾ, ਆਈ ਕੈਂਟ ਪਿਕ ਦੈਟ। ਸੋ ਮੈਨੂੰ ਹੁਣ ਉੱਥੋਂ ਉੱਠ ਕੇ ਹੀ ਉਸ ਚੀਜ਼ ਨੂੰ ਪਕੜਨਾ ਪਏਗਾ। ਸੋ ਦਿਸ ਇਜ਼ ਹਾਊ ਆਰ ਵਿਜ਼ੂਅਲ ਇਨਫੋਰਮੇਸ਼ਨ ਵਰਕ। ਸੋ ਇਹ ਆਪਣੀ ਵਰਕਿੰਗ ਮੈਮਰੀ ਆਪਣੇ ਸੈਂਟਰਲ ਐਗਜ਼ੀਕਿਊਟਿਵ ਤੋਂ ਹੀ ਵਰਕ ਕਰਦੀ ਹੈ। ਸੈਂਟਰਲ ਐਗਜ਼ੀਕਿਊਟਿਵ ਦੇ ਵਿੱਚ ਆਉਂਦਾ ਹੈ ਫੋਨੋਲੋਜੀਕਲ ਲੂਪ, ਐਪੀਸੋਡਿਕ ਬਫਰ ਐਂਡ ਦੈਨ ਵਿਜ਼ੂਅਲ ਸਪੇਸ਼ੀਅਲ ਸਕੈਚ ਪੈਡ। ਫੋਨੋਲੋਜੀਕਲ ਦੇ ਵਿੱਚ ਆ ਜਾਂਦਾ ਹੈ ਵਰਬਲ ਲੈਵਲ ਦੀ ਇਨਫੋਰਮੇਸ਼ਨ ਕਲੈਕਟ ਕਰਨਾ। ਫਿਰ ਆਉਂਦਾ ਹੈ ਐਪੀਸੋਡਿਕ ਬਫਰ, ਜੋ ਆਪਾਂ ਨੂੰ ਲੌਂਗ ਟਰਮ ਮੈਮਰੀ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਹੈ ਉਸਨੂੰ ਸਟੋਰ ਕਰਨ ਦੀ ਇੱਕ ਕੈਪੈਸਿਟੀ। ਐਂਡ ਦੈਨ ਆਉਂਦਾ ਹੈ ਵਿਜ਼ੂਅਲ ਸਪੇਸ਼ੀਅਲ ਸਕੈਚ ਪੈਡ, ਜੋ ਕਿ ਆਪਣੀ ਵਿਜ਼ੂਅਲ ਇਨਫੋਰਮੇਸ਼ਨ ਜੋ ਆਪਾਂ ਕਲੈਕਟ ਕਰਦੇ ਹਾਂ ਉਸ ਚੀਜ਼ ਨੂੰ ਸਟੋਰ ਕਰਨਾ। ਸੋ ਆਰ ਸੈਂਟਰਲ ਐਗਜ਼ੀਕਿਊਟਿਵ ਵਰਕਸ ਔਨ ਦਿਸ ਵਰਕਿੰਗ ਮਾਡਲ। ਤੇ ਸੈਂਟਰਲ ਐਗਜ਼ੀਕਿਊਟਿਵ ਜਦੋਂ ਵਰਕ ਕਰਦਾ ਹੈ ਉਹ ਤਿੰਨਾਂ ਚੀਜ਼ਾਂ ਨੂੰ ਇਕੱਠਾ ਲੈ ਕੇ ਵਰਕ ਕਰਦਾ ਹੈ। ਦਿਸ ਇਜ਼ ਹਾਊ ਆਰ ਵਰਕਿੰਗ ਮੈਮਰੀ ਟੇਕਸ ਪਲੇਸ ਐਂਡ ਦਿਸ ਇਜ਼ ਹਾਊ ਇਟ ਯੂਜ਼ਸ ਐਂਡ ਇਟ ਹੈਲਪਸ ਇਨ ਆਰ ਫਾਰਮੇਸ਼ਨ ਆਫ ਆਰ ਵਰਕਿੰਗ ਮੈਮਰੀ। ਹਰ ਇੱਕ ਚੀਜ਼ ਆਪਣੇ ਸ਼ਾਰਟ ਟਰਮ ਮੈਮਰੀ ਤੋਂ ਹੁੰਦੇ ਹੋਏ ਹੀ ਲੌਂਗ ਟਰਮ ਮੈਮਰੀ ਜਾਂ ਫਿਰ ਇੱਕ ਡਿਮਿਨਿਸ਼ਡ ਲੈਵਲ ਤੱਕ ਜਾ ਪਾਉਂਦੀ ਹੈ। ਯਾਦਾਂ ਦੀਆਂ ਕਿਸਮਾਂ, ਕਿਸੇ ਚੀਜ਼ ਨੂੰ ਯਾਦ ਕਰਨ ਦਾ ਇੱਕ ਤਰੀਕਾ ਕਿਆ ਰਹਿੰਦਾ ਹੈ, ਤਾਂ ਸਭ ਤੋਂ ਪਹਿਲਾਂ ਆਉਂਦੀ ਹੈ ਸੈਂਸਰੀ ਮੈਮਰੀ। ਸੋ ਜਿਵੇਂ ਕਿ ਆਪਾਂ ਨੇ ਬਿਲਕੁਲ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਕਿ ਸੈਂਸਰੀ ਮੈਮਰੀ ਕਿਸ ਨੂੰ ਕਿਹਾ ਜਾਂਦਾ ਹੈ। ਸੋ ਸੈਂਸਰੀ ਮੈਮਰੀ ਆਪਣੀ ਸੈਂਸੇਸ਼ਨ ਜਾਂ ਫਿਰ ਜਿਹੜੀ ਵੀ ਆਪਣੀ 5 ਸੈਂਸਸ ਤੋਂ ਹੋਣ ਵਾਲੀ ਇਨਫੋਰਮੇਸ਼ਨ ਹੈ ਉਹ ਆਪਾਂ ਸੈਂਸਰੀ ਮੈਮਰੀ ਤੋਂ ਕਲੈਕਟ ਕਰਦੇ ਹਾਂ। ਦੈਟ ਇਜ਼ ਨੋਨ ਐਜ਼ ਆਰ ਸੈਂਸਰੀ ਮੈਮਰੀ। ਜਿਹੜੀ ਵੀ ਆਪਣੀ 5 ਸੈਂਸਸ ਤੋਂ ਕਲੈਕਟ ਕਰਕੇ ਆਪਾਂ 1 ਸੈਕਿੰਡ ਦੇ ਲਈ ਜਿਹੜੀ ਇਨਫੋਰਮੇਸ਼ਨ ਰੱਖ ਪਾਉਂਦੇ ਹਾਂ ਉਸ ਚੀਜ਼ ਨੂੰ ਸੈਂਸਰੀ ਮੈਮਰੀ ਕਿਹਾ ਜਾਂਦਾ ਹੈ। ਤੇ ਆਪਣੀ ਸੈਂਸੇਸ਼ਨਸ ਤੋਂ ਆਉਣ ਵਾਲੀ ਮੈਮਰੀ ਜੋ ਆਪਾਂ ਆਪਣੇ ਦਿਮਾਗ ਤੱਕ ਲੈ ਕੇ ਜਾ ਪਾਉਂਦੇ ਹਾਂ ਤੇ ਉਸ ਸੈਂਸੇਸ਼ਨ ਤੋਂ ਆਪਾਂ ਜੋ ਵੀ ਪਰਸੀਵ ਕਰ ਪਾਉਂਦੇ ਹਾਂ ਤੇ ਆਪਣੀ ਪਰਸੈਪਸ਼ਨ ਨੂੰ ਯੂਜ਼ ਕਰਕੇ ਜੋ ਵੀ ਆਪਾਂ ਆਪਣੇ ਬਿਹੇਵੀਅਰ ਦੇ ਵਿੱਚ ਸੈਂਸਸ ਤੋਂ ਚੇਂਜਸ ਲੈ ਕੇ ਆ ਪਾਉਂਦੇ ਹਾਂ, ਦੈਟ ਇਜ਼ ਅ ਸੈਂਸਰੀ ਮੈਮਰੀ। ਜੋ ਵੀ ਦੇਖਿਆ ਹੁੰਦਾ ਹੈ, ਸੁਣਿਆ ਹੁੰਦਾ ਹੈ, ਸਮਝਿਆ ਹੁੰਦਾ ਹੈ, ਟੇਸਟ ਕਰ ਰੱਖਿਆ ਹੁੰਦਾ ਹੈ ਤੇ ਆਪਣੇ ਸੁਣਿਆ ਹੁੰਦਾ ਹੈ, ਆਪਣੇ ਸਨਿਫ ਕਰ ਰੱਖਿਆ ਹੁੰਦਾ ਹੈ, ਇਹ ਸਭ ਆਪਣੀ ਸੈਂਸਰੀ ਮੈਮਰੀ ਦਾ ਪਾਰਟ ਹੁੰਦੀਆਂ। ਤੇ ਜੇ ਆਪਾਂ ਇਸ ਨੂੰ ਅਟੈਂਸ਼ਨ ਦਈਏ ਤਾਂ ਉਹ ਸ਼ਾਰਟ ਟਰਮ ਮੈਮਰੀ ਦੇ ਵੱਲ ਚਲੀ ਜਾਂਦੀ ਹੈ। ਤੇ ਜੇ ਉਸ ਨੂੰ ਆਪਾਂ ਜ਼ਿਆਦਾ ਦੇਰ ਤੱਕ ਆਪਾਂ ਰਿਹਰਸਲ ਕਰੀਏ, ਸੁਣੀਏ, ਸਮਝੀਏ ਤੇ ਬਾਰ-ਬਾਰ ਯਾਦ ਕਰਨ ਤੋਂ ਉਹ ਆਪਣਾ ਲੌਂਗ ਟਰਮ ਮੈਮਰੀ ਦੇ ਵਿੱਚ ਚੇਂਜ ਹੋ ਜਾਂਦੀ ਹੈ। ਫਿਰ ਆਉਂਦੀ ਹੈ ਸਿਮੈਂਟਿਕ ਮੈਮਰੀ। ਸੋ ਸਿਮੈਂਟਿਕ ਮੈਮਰੀ ਹੁੰਦੀ ਹੈ ਜਿਸ ਦੇ ਵਿੱਚ ਆਪਣੇ ਕੋਲ ਮੀਨਿੰਗ ਹੁੰਦਾ ਹੈ, ਕਿਸੇ ਵੀ ਲਾਈਨ ਦਾ, ਕਿਸੇ ਵੀ ਸਬਜੈਕਟ ਦਾ, ਕਿਸੇ ਵੀ ਲੈਂਗੁਏਜ ਦਾ। ਜਦੋਂ ਆਪਣੇ ਕੋਲ ਕਿਸੇ ਚੀਜ਼ ਦਾ ਮੀਨਿੰਗ ਹੁੰਦਾ ਹੈ ਤੇ ਆਪਾਂ ਉਸ ਚੀਜ਼ ਨੂੰ ਆਪਣੇ ਮੀਨਿੰਗ ਦੇ ਨਾਲ ਉਸ ਮੈਮਰੀ ਨੂੰ ਆਪਾਂ ਲਰਨ ਕਰਦੇ ਹਾਂ, ਸਮਝਦੇ ਹਾਂ, ਯੂਜ਼ ਕਰਦੇ ਹਾਂ, ਯੂਟੀਲਾਈਜ਼ ਕਰਦੇ ਹਾਂ, ਉਸਨੂੰ ਸਿਮੈਂਟਿਕ ਮੈਮਰੀ ਕਿਹਾ ਜਾਂਦਾ ਹੈ। ਸੋ ਸਿਮੈਂਟਿਕ ਮੈਮਰੀ ਦੇ ਵਿੱਚ ਆਪਾਂ ਕਿਆ ਦੇਖ ਸਕਦੇ ਹਾਂ ਕਿ ਜੋ ਵੀ ਆਪਾਂ ਚੀਜ਼ ਨੂੰ ਇੱਕ ਮੀਨਿੰਗ ਦਿੰਦੇ ਹਾਂ ਉਸ ਚੀਜ਼ ਨੂੰ ਸਿਮੈਂਟਿਕ ਮੈਮਰੀ ਬੋਲਿਆ ਜਾਂਦਾ ਹੈ। ਕਿਸੇ ਚੀਜ਼ ਦਾ ਮੀਨਿੰਗ, ਕਿਸੇ ਚੀਜ਼ ਦੀ ਅੰਡਰਸਟੈਂਡਿੰਗ, ਉਸਦੀ ਡੈਫੀਨੇਸ਼ਨ, ਉਸਨੂੰ ਸਮਝਣ ਦਾ ਤਰੀਕਾ ਜੋ ਕਿ ਆਪਾਂ ਬਿਲਕੁਲ ਹੀ ਸਿੰਪਲ ਲੈਵਲ ਤੇ ਲੈ ਕੇ ਆ ਜਾਂਦੇ ਹਾਂ, ਜਿਹਦਾ ਆਪਣਾ ਮੀਨਿੰਗ ਕਾਫੀ ਲੇਮੈਨ ਟਰਮ ਦੇ ਵਿੱਚ ਆ ਜਾਂਦਾ ਆਪਣੇ ਅੱਗੇ। ਉਸਨੂੰ ਮੀਨਿੰਗਸ ਦੇ ਵਿੱਚ
ਉਸਨੂੰ ਸਮਝ ਕੇ ਜੇ ਆਪਾਂ ਉਸ ਚੀਜ਼ ਨੂੰ ਕਰੈਕਟ ਕਰ ਲੈਂਦੇ ਹਾਂ ਤਾਂ ਉਹ ਆਪਣੀ ਜਿਹੜੀ ਮੈਮਰੀ ਹੈ ਉਹ ਆਪਣੀ ਸਿਮੈਂਟਿਕ ਮੈਮਰੀ ਦੇ ਰੂਪ ਦੇ ਵਿੱਚ ਦੇਖੀ ਜਾਂਦੀ ਹੈ। ਫਿਰ ਆਉਂਦਾ ਹੈ ਐਪੀਸੋਡਿਕ ਮੈਮਰੀ। ਕੋਈ ਵੀ ਇਹੋ ਜਿਹੀ ਸੀਨ ਜੋ ਕਿ ਆਪਣੇ ਲਈ ਬਹੁਤ ਜ਼ਿਆਦਾ ਖਾਸ ਜਾਂ ਬਹੁਤ ਹੀ ਜ਼ਿਆਦਾ ਦਰਦਨਾਕ ਹੁੰਦਾ ਹੈ, ਉਹ ਦਿਨ ਨੂੰ, ਉਹ ਸਿਚੁਏਸ਼ਨ ਨੂੰ ਜੇ ਆਪਾਂ ਨੂੰ ਕਿਸੇ ਨੂੰ ਸਮਝਾਉਣਾ ਹੁੰਦਾ ਹੈ ਤਾਂ ਆਪਣੇ ਦਿਮਾਗ ਦੇ ਵਿੱਚ ਵੀ ਇੱਕ ਐਪੀਸੋਡਿਕ ਮੈਮਰੀ ਦੇ ਤੌਰ ਤੇ ਆਪਾਂ ਨੂੰ ਯਾਦ ਰਹਿੰਦੀ ਹੈ। ਐਪੀਸੋਡਿਕ ਮੈਮਰੀ ਹੁੰਦੀ ਹੈ ਜਿਵੇਂ ਆਪਾਂ ਡ੍ਰੀਮਸ ਦਿੰਦੇ ਹਾਂ ਤਾਂ ਆਪਾਂ ਜਦੋਂ ਸਵੇਰੇ ਉੱਠ ਕੇ ਆਪਾਂ ਉਸ ਡ੍ਰੀਮ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸਨੂੰ ਐਜ਼ ਅ ਐਪੀਸੋਡਿਕ ਮੈਮਰੀ ਵੀ ਕਿਹਾ ਜਾਂਦਾ ਹੈ, ਕਿਉਂਕਿ ਆਪਾਂ ਨੂੰ ਉਹ ਡ੍ਰੀਮ ਨੂੰ ਐਜ਼ ਇਟ ਇਜ਼ ਯਾਦ ਰਹਿੰਦਾ ਹੈ, ਜਿਵੇਂ ਆਪਾਂ ਨੇ ਉਸ ਚੀਜ਼ ਨੂੰ ਨੋਟਿਸ ਕੀਤਾ ਹੁੰਦਾ ਹੈ ਕਿ ਆਪਣੇ ਐਪੀਸੋਡਸ ਕਿਆ ਕਿਆ ਆਏ ਸੀਗੇ, ਸਭ ਤੋਂ ਪਹਿਲਾਂ ਆਪਣੇ ਸੁਪਨੇ ਦੇ ਵਿੱਚ ਸ਼ੁਰੂਆਤ ਕਿਆ ਹੋਈ ਸੀਗੀ, ਫਿਰ ਕਿਹੜੇ ਕਿਹੜੇ ਕਰੈਕਟਰਸ ਆਏ, ਕਿੱਥੇ ਕਿੱਥੇ ਗਏ, ਕੀ ਕੀਤਾ, ਉਹ ਸਭ ਆਪਾਂ ਨੂੰ ਐਜ਼ ਅ ਲਾਈਨ ਵਾਈਜ਼ ਲਾਈਨ ਜਦੋਂ ਆਪਾਂ ਨੂੰ ਯਾਦ ਰਹਿੰਦਾ ਹੈ ਉਸ ਚੀਜ਼ ਨੂੰ ਆਪਾਂ ਐਪੀਸੋਡਿਕ ਮੈਮਰੀ ਬੋਲਦੇ ਹਾਂ। ਕੋਈ ਵੀ ਮੈਮਰੀ ਜੋ ਆਪਣੀ ਲਾਈਫ ਦੇ ਵਿੱਚ ਹੋ ਰੱਖੀ ਹੁੰਦੀ ਹੈ, ਕੋਈ ਵੀ ਸਿਚੁਏਸ਼ਨ, ਕੋਈ ਵੀ ਸਪੈਸ਼ਲ ਡੇ, ਕੋਈ ਵੀ ਬੈਡ ਡੇ, ਜਦੋਂ ਆਪਾਂ ਨੂੰ ਕੋਈ ਚੀਜ਼ ਯਾਦ ਕਰਦੇ ਹਾਂ ਤੇ ਆਪਾਂ ਉਸ ਚੀਜ਼ ਨੂੰ ਐਜ਼ ਅ ਲਾਈਨ ਵਾਈਜ਼ ਦੱਸਦੇ ਹਾਂ ਕਿ ਸਭ ਤੋਂ ਪਹਿਲਾਂ ਕਿਆ ਹੋਇਆ, ਕਿੱਥੇ ਗਏ, ਕਿੱਦਾਂ ਗਏ। ਜਿਵੇਂ ਆਪਾਂ ਟੀਵੀ ਦੇ ਵਿੱਚ ਮੂਵੀ ਦੇਖਦੇ ਹਾਂ, ਸੀਰੀਅਲ ਦੇਖਦੇ ਹਾਂ, ਆਪਾਂ ਨੂੰ ਯਾਦ ਰਹਿੰਦਾ ਹੈ ਕਿ ਸਭ ਤੋਂ ਪਹਿਲਾਂ ਕੀ ਹੋਇਆ, ਫਿਰ ਕਿੱਦਾਂ ਕਿੱਦਾਂ ਕਰੈਕਟਰਸ ਦੇ ਵਿੱਚ ਚੇਂਜਸ ਆਏ, ਕਿਆ ਕਿਆ ਬੋਲਿਆ, ਇਹ ਸਭ ਆਪਣੇ ਐਪੀਸੋਡਸ ਹੁੰਦੇ ਹਨ। ਉੱਦਾਂ ਹੀ ਆਪਣੀ ਮੈਮਰੀ ਦੇ ਵਿੱਚ ਵੀ ਐਪੀਸੋਡਸ ਵਾਂਗ ਆਪਣੀ ਮੈਮਰੀ ਸਟੋਰਡ ਰਹਿੰਦੀ ਹੈ। ਫਿਰ ਆਉਂਦਾ ਹੈ ਆਟੋਬਾਇਓਗ੍ਰਾਫਿਕਲ ਮੈਮਰੀ। ਸੋ ਆਟੋਬਾਇਓਗ੍ਰਾਫਿਕਲ ਮੈਮਰੀ ਹੁੰਦੀ ਹੈ ਜੋ ਵੀ ਆਪਾਂ ਨੂੰ ਹੁਣ ਤੱਕ ਪਾਸਟ ਤੋਂ ਲੈ ਕੇ ਜੋ ਵੀ ਪ੍ਰੈਜ਼ੈਂਟ ਮੂਮੈਂਟ ਤੱਕ ਜਿੰਨੀ ਵੀ ਮੈਮਰੀ ਆਪਾਂ ਨੂੰ ਯਾਦ ਰਹਿੰਦੀ ਹੈ ਉਸਨੂੰ ਆਟੋਬਾਇਓਗ੍ਰਾਫਿਕਲ ਮੈਮਰੀ ਬੋਲਿਆ ਜਾਂਦਾ ਹੈ। ਇਨ ਆਟੋਬਾਇਓਗ੍ਰਾਫਿਕਲ ਮੈਮਰੀ ਜੋ ਵੀ ਆਪਣੇ ਸਿਚੁਏਸ਼ਨ, ਜੋ ਵੀ ਮੈਮਰੀ, ਜੋ ਵੀ ਇਹ ਜਿਹਾ ਇੱਕ ਹਿੱਸਾ ਆਪਣੀ ਮੈਮਰੀ ਦੇ ਵਿੱਚ ਇੱਕ ਪਾਰਟਿਸਿਪੇਟ ਕਰਦਾ ਹੈ, ਜੋ ਵੀ ਆਪਾਂ ਆਟੋਮੈਟਿਕਲੀ ਜੋ ਚੀਜ਼ ਆਪਾਂ ਕੋਈ ਦੇਖ ਰੱਖੀ ਹੁੰਦੀ ਹੈ, ਸਿਚੁਏਸ਼ਨ ਦੇਖ ਰੱਖੀ ਹੁੰਦੀ ਹੈ, ਤੇ ਉਸਦਾ ਜਿਹੜਾ ਇੱਕ ਲੈਵਲ ਹੁੰਦਾ ਹੈ ਲਰਨਿੰਗ ਦਾ, ਅੰਡਰਸਟੈਂਡਿੰਗ ਦਾ, ਤੇ ਉਸ ਚੀਜ਼ ਨੂੰ ਹੋਣ ਦਾ, ਤੇ ਉਹ ਸਾਰੀਆਂ ਚੀਜ਼ਾਂ ਕਿੱਦਾਂ ਹੋਈਆਂ ਤੇ ਇੱਕ ਰਿਐਲਿਟੀ ਚੈਕਿੰਗ ਜਿਹੜੀ ਦਿੰਦੀ ਹੈ ਮੈਮਰੀ, ਉਸਨੂੰ ਆਟੋਬਾਇਓਗ੍ਰਾਫਿਕਲ ਮੈਮਰੀ ਬੋਲਿਆ ਜਾਂਦਾ ਹੈ। ਫਿਰ ਆਉਂਦਾ ਹੈ ਫਾਲਸ ਮੈਮਰੀ। ਫਾਲਸ ਮੈਮਰੀ, ਆਪਾਂ ਇਸ ਸ਼ਬਦ ਤੋਂ ਵੀ ਚੰਗੀ ਤਰ੍ਹਾਂ ਹੀ ਚੀਜ਼ ਨੂੰ ਸਮਝ ਪਾਉਂਦੇ ਹਾਂ ਕਿ ਜੋ ਮੈਮਰੀ ਜੋ ਕਿ ਹੋਈ ਹੀ ਨਹੀਂ ਹੈ ਕਦੇ, ਜੋ ਕਿ ਇੱਕ ਝੂਠੀ ਮੈਮਰੀ ਹੈ। ਸੋ ਫਾਲਸ ਮੈਮਰੀ ਨੂੰ ਝੂਠੀ ਮੈਮਰੀ ਬੋਲਿਆ ਜਾਂਦਾ ਹੈ। ਇਹ ਯੂਜੂਅਲੀ ਉਹਨਾਂ ਲੋਕਾਂ ਦੇ ਵਿੱਚ ਫਾਲਸ ਮੈਮਰੀ ਦੇਖੀ ਜਾਂਦੀ ਹੈ ਜਿਨ੍ਹਾਂ ਦੀ ਲਾਈਫ ਦੇ ਵਿੱਚ ਕੁਝ ਇਹੋ ਜਿਹੀ ਸਿਚੁਏਸ਼ਨ ਹੋ ਰੱਖੀ ਹੁੰਦੀ ਹੈ ਜਿਸ ਨੂੰ ਉਹ ਦੁਬਾਰਾ ਯਾਦ ਕਰਕੇ ਆਪਣੇ ਆਪ ਨੂੰ ਹਰਟ ਨਹੀਂ ਕਰਨਾ ਚਾਹੁੰਦੇ ਹੁੰਦੇ ਹੈਗੇ, ਤਾਂ ਫਿਰ ਉਹ ਫਾਲਸ ਮੈਮਰੀ ਦੇ ਥਰੂ ਆਪਣੇ ਦਿਮਾਗ ਦੇ ਵਿੱਚ ਕੁਝ ਇਹੋ ਜਿਹੀਆਂ ਮੈਮਰੀਜ਼ ਕ੍ਰੀਏਟ ਕਰ ਲੈਂਦੇ ਹਨ ਜੋ ਕਿ ਰਿਐਲਿਟੀ ਦੇ ਵਿੱਚ ਕਦੇ ਹੋ ਹੀ ਨਹੀਂ ਰੱਖੀ ਹੁੰਦੀ, ਤੇ ਉਸ ਮੈਮਰੀ ਦੇ ਥਰੂ ਉਸ ਜੋ ਰਿਐਲਿਟੀ ਹੈ, ਜੋ ਟਰੂ ਮੈਮਰੀ ਹੈ, ਉਸ ਚੀਜ਼ ਨੂੰ ਉਹ ਕੰਪਨਸੇਟ ਕਰ ਦਿੰਦੇ ਹਨ ਇਹ ਚੀਜ਼ ਨੂੰ ਯਾਦ ਕਰਕੇ ਕਿ ਜੋ ਫਾਲਸ ਮੈਮਰੀ ਹੈ ਉਹੀ ਉਹਨਾਂ ਦੀ ਇੱਕ ਰੀਅਲ ਮੈਮਰੀ ਹੈ, ਤੇ ਜੋ ਇੱਕ ਸੱਚਾਈ ਹੁੰਦੀ ਹੈ, ਜੋ ਇੱਕ ਰਿਐਲਿਟੀ ਦੇ ਵਿੱਚ ਜੋ ਉਹਨਾਂ ਦੇ ਨਾਲ ਹੋ ਰੱਖਿਆ ਹੁੰਦਾ ਹੈ, ਉਹ ਉਸ ਚੀਜ਼ ਨੂੰ ਭੁੱਲਣਾ, ਸਬਕੌਂਸ਼ੀਅਸ ਲੈਵਲ ਤੇ ਉਸ ਚੀਜ਼ ਨੂੰ ਭੁੱਲਣ ਦੇ ਲਈ ਉਹ ਆਪਣੀ ਫਾਲਸ ਮੈਮਰੀ ਦੀ ਹੈਲਪ ਲੈਂਦੇ ਹਾਂ ਤਾਂ ਕਿ ਉਹਨਾਂ ਨੂੰ ਉਹ ਚੀਜ਼ ਨਾ ਯਾਦ ਆਵੇ ਜੋ ਉਹਨਾਂ ਦੇ ਨਾਲ ਹੋ ਰੱਖੀ ਹੁੰਦੀ ਹੈ, ਉਹ ਪੇਨਫੁਲ ਮੈਮਰੀ ਦੇ ਉਹ ਟੱਚ ਦੇ ਵਿੱਚ ਨਾ ਆਉਣ, ਬਲਕਿ ਉਸਨੂੰ ਉਹ ਕੰਪਨਸੇਟ ਜਾਂ ਫਿਰ ਰਿਪਲੇਸ ਕਰ ਲੈਂਦੇ ਹਨ ਵਿਦ ਦ ਫਾਲਸ ਮੈਮਰੀ। ਤੇ ਫਾਲਸ ਮੈਮਰੀ ਕਈ ਵਾਰ ਉਹਨਾਂ ਲੋਕਾਂ ਦੇ ਵਿੱਚ ਦੇਖੀ ਜਾਂਦੀ ਹੈ ਜੋ ਕਿ ਸਟਰਗਲ ਕਰ ਰਹੇ ਹੁੰਦੇ ਹਨ ਆਪਣੀ ਮੈਂਟਲ ਹੈਲਥ ਦੇ ਨਾਲ, ਤੇ ਉਹ ਆਪਣੀ ਮੈਂਟਲ ਹੈਲਥ ਨੂੰ ਸੁਧਾਰਨ ਦੇ ਲਈ ਆਪਣੀ ਫਾਲਸ ਮੈਮਰੀ ਨੂੰ ਯੂਜ਼ ਕਰਦੇ ਹਨ। ਫਿਰ ਆਉਂਦਾ ਹੈ ਫਲੈਸ਼ ਬਲਬ ਮੈਮਰੀ। ਫਲੈਸ਼ ਬਲਬ ਮੈਮਰੀ ਉਸਨੂੰ ਬੋਲਿਆ ਜਾਂਦਾ ਹੈ ਜਦੋਂ ਕੋਈ ਇਹੋ ਜਿਹਾ ਸੀਨ ਉਹਨਾਂ ਦੇ ਪਾਸ ਦੇ ਵਿੱਚ ਹੋ ਰੱਖਿਆ ਹੁੰਦਾ ਹੈ, ਉਹਨਾਂ ਨੂੰ ਐਜ਼ ਅ ਫਲੈਸ਼ ਬਲਬ ਦੇ ਤੌਰ ਤੇ, ਜਿਵੇਂ ਇੱਕ ਫਲੈਸ਼ ਬਲਬ ਹੁੰਦੀ ਹੈ, ਉਹਨਾਂ ਦੀ ਮੈਮਰੀ ਫਲੈਸ਼ ਮਾਰਦੀ ਹੈ, ਉਹਨਾਂ ਦੇ ਦਿਮਾਗ ਦੇ ਵਿੱਚ ਉਹ ਥੋੜੇ ਥੋੜੇ ਹਿੰਟਸ ਦਿੰਦੀ ਹੈ, ਉਹੀ ਪੁਰਾਣੀ ਮੈਮਰੀ ਉਹਨਾਂ ਦੇ ਦਿਮਾਗ ਦੇ ਵਿੱਚ ਮੋਸਟਲੀ ਉਹਨਾਂ ਦੇ ਚਾਈਲਡਹੁੱਡ ਕੋਈ ਟਰਾਮਾ ਹੁੰਦਾ ਹੈ, ਕੋਈ ਚਾਈਲਡਹੁੱਡ ਮੈਮਰੀ ਆ, ਬਾਰ-ਬਾਰ ਜਿਹੜੀ ਉਹਨਾਂ ਦੇ ਅੱਗੇ ਮੈਮਰੀ ਫਲੈਸ਼ ਬਲਬ ਦੇ ਅਕੋਰਡਿੰਗਲੀ ਚੱਲਦੀ ਹੈ ਐਜ਼ ਅ ਫਲੈਸ਼, ਜਿੱਦਾਂ ਇੱਕ ਬਲਬ ਫਲੈਸ਼ ਮਾਰਦੀ ਆਪਣੀ ਅੱਖਾਂ ਦੇ ਅੱਗੇ, ਉੱਦਾਂ ਹੀ ਉਹ ਮੈਮਰੀ ਉਹਨਾਂ ਦੇ ਦਿਮਾਗ ਦੇ ਵਿੱਚ ਥੋੜੇ ਥੋੜੇ ਕਿੱਸੇ ਲੈ ਕੇ ਉਹਨਾਂ ਦੇ ਜੋ ਦਿਮਾਗ ਦੇ ਵਿੱਚ ਆਉਂਦੀ ਹੈ, ਕਿਸੇ ਚੀਜ਼ ਦੇ ਨਾਲ ਐਸੋਸੀਏਸ਼ਨ ਹੋਣ ਦੇ ਨਾਲ, ਕੋਈ ਸਿਮਿਲਰ ਸਿਚੁਏਸ਼ਨ ਉਹਨਾਂ ਦੇ ਐਕਸਪੀਰੀਅੰਸ ਦੇ ਵਿੱਚ ਜੋ ਪ੍ਰੈਜ਼ੈਂਟ ਦੇ ਵਿੱਚ ਹੋ ਰਹੀ ਹੁੰਦੀ ਹੈ, ਉਸ ਚੀਜ਼ ਦੇ ਐਸੋਸੀਏਸ਼ਨ ਦੇ ਵਿੱਚ ਉਹਨਾਂ ਦੀ ਕੋਈ ਪੁਰਾਣੀ ਮੈਮਰੀ ਉਹਨਾਂ ਨੂੰ ਜੋ ਫਲੈਸ਼ ਮਾਰ ਕੇ ਯਾਦ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਯਾਦ ਕਰਦੇ ਹਾਂ, ਉਸਨੂੰ ਫਲੈਸ਼ ਬਲਬ ਮੈਮਰੀ ਕਿਹਾ ਜਾਂਦਾ ਹੈ। ਸੋ ਇਹ ਹਨ ਮੈਮਰੀ ਦੀਆਂ ਟਾਈਪਸ। So these are some of the types of memory: sensory memory, semantic memory, episodic memory, autobiographical memory, false memory, and flashbulb memory. So ਇਹ 6
ਟਾਈਪਸ ਹਨ ਜਿਹੜੀਆਂ ਉਹ ਆਪਣੇ ਸੈਂਸਰੀ ਤੋਂ ਲੈ ਕੇ ਲੌਂਗ ਟਰਮ ਮੈਮਰੀ ਤੱਕ ਹੋਣ ਵਾਲੀਆਂ ਜਿੰਨੀਆਂ ਵੀ ਆਪਣੀ ਦਿਮਾਗ ਦੇ ਵਿੱਚ ਸਿਚੁਏਸ਼ਨਸ ਆਉਂਦੀਆਂ ਹਨ, ਸੀਨਸ ਆਉਂਦੇ ਹਨ, ਇਹ ਉਹਨਾਂ ਦੇ ਵਿੱਚੋਂ ਹੀ ਇੱਕ ਟਾਈਪ ਬਣ ਜਾਂਦਾ ਹੈ ਤੇ ਉਹਨਾਂ ਦਾ ਹੀ ਕਿਤੇ ਨਾ ਕਿਤੇ ਕਿਸੇ ਦੇ ਵਿੱਚ ਸ਼ਾਰਟ ਟਰਮ, ਕਿਸੇ ਦੇ ਵਿੱਚ ਸੈਂਸਰੀ ਲੈਵਲ ਤੇ ਕਿਸੇ ਦੇ ਵਿੱਚ ਲੌਂਗ ਟਰਮ ਮੈਮਰੀ ਦਾ ਪਾਰਟਿਸਿਪੇਸ਼ਨ ਹੋਣੀ ਸਟਾਰਟ ਹੋ ਜਾਂਦੀ ਹੈ। ਫਿਰ ਆਉਂਦਾ ਹੈ ਫੋਰਗੈਟਿੰਗ। ਹੁਣ ਤੱਕ ਆਪਾਂ ਨੇ ਗੱਲ ਕੀਤੀ ਕਿ ਫੋਰਗੈਟਿੰਗ ਕਿ ਹੁਣ ਤੱਕ ਮੈਮਰੀ ਕੀ ਹੁੰਦੀ ਹੈ ਤੇ ਆਪਾਂ ਮੈਮਰੀ ਨੂੰ ਆਪਣੇ ਦਿਮਾਗ ਦੇ ਵਿੱਚ ਕਿੱਦਾਂ ਯਾਦ ਰੱਖ ਪਾਉਂਦੇ ਹਾਂ ਤੇ ਉਹੀ ਮੈਮਰੀ ਨੂੰ ਜਦੋਂ ਆਪਾਂ ਬਾਰ-ਬਾਰ ਸੋਚਦੇ ਹਾਂ ਤਾਂ ਆਪਣੀ ਮੈਮਰੀ ਆਪਣੀ ਲੌਂਗ ਟਰਮ ਮੈਮਰੀ ਦਾ ਪਾਰਟਿਸਿਪੇਟ ਕਰਨਾ ਸਟਾਰਟ ਕਰ ਦਿੰਦੀ ਹੈ ਤੇ ਉਹੀ ਮੈਮਰੀ ਆਪਣੇ ਦਿਮਾਗ ਦੇ ਵਿੱਚ ਉਮਰ ਭਰ ਰਹਿੰਦੀ ਹੈ। ਹੁਣ ਤੱਕ ਆਪਾਂ ਮੈਮਰੀ ਦੀ ਹੀ ਗੱਲ ਕੀਤੀ ਕਿ ਕਿੱਦਾਂ ਆਪਾਂ ਸਾਰਾ ਕੁਝ ਸਟੋਰ ਕਰਕੇ ਆਪਣਾ ਦਿਮਾਗ ਉਸਨੂੰ ਸਟੋਰ ਹੀ ਕਰਕੇ ਰੱਖਦਾ ਹੈ। ਕੋਈ ਵੀ ਇਨਵਾਇਰਨਮੈਂਟ ਦੇ ਵਿੱਚ ਹੋਣ ਵਾਲੀ ਇੱਕ ਇਨਫੋਰਮੇਸ਼ਨ ਹੈ, ਉਹ ਇਨਫੋਰਮੇਸ਼ਨ ਸਿਰਫ ਆਪਾਂ ਕਲੈਕਟ ਹੀ ਕਰਦੇ ਹਾਂ। ਇਸ ਚੀਜ਼ ਦੇ ਵਿੱਚੋਂ ਸਿਰਫ ਆਪਾਂ ਇਸ ਚੀਜ਼ ਨੂੰ ਤਾਂ ਜਾਣ ਸਕਦੇ ਹਾਂ ਕਿ ਕੋਈ ਵੀ ਮੈਮਰੀ ਨੂੰ ਆਪਾਂ ਕਿੱਦਾਂ ਕਲੈਕਟ ਕੀਤਾ, ਬਟ ਹੁਣ ਆਪਾਂ ਇਹ ਚੀਜ਼ ਦੇਖ ਪਾਉਂਦੇ ਹਾਂ ਕਿ ਮੈਮਰੀ ਜੋ ਆਪਾਂ ਅੱਜ ਤੱਕ ਸਾਰਾ ਕੁਝ ਰਿਕਾਰਡ ਕਰ ਰਹੀ ਹੈ ਆਪਣਾ ਦਿਮਾਗ, ਹੁਣ ਉਹ ਸਿਰਫ ਰਿਕਾਰਡ ਹੀ ਨਹੀਂ ਕਰ ਰਿਹਾ, ਉਸਨੂੰ ਆਪਾਂ ਭੁੱਲ ਵੀ ਸਕਦੇ ਹਾਂ। ਸਾਰੀਆਂ ਚੀਜ਼ਾਂ ਜੋ ਵੀ ਆਪਾਂ ਮੈਮਰੀ ਆਪਣੀ ਸਟੋਰ ਕਰਦੀ ਹੈ ਉਸਨੂੰ ਆਪਾਂ ਭੁੱਲਦੇ ਵੀ ਹਾਂ ਤੇ ਉਹ ਜਿਹੜੀ ਮੈਮਰੀ ਆਪਾਂ ਕਿੱਦਾਂ ਭੁੱਲਦੇ ਹਾਂ ਤੇ ਇਹਨਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਥਿਊਰੀਜ਼ ਇਨਵੈਂਟ ਕੀਤੀਆਂ ਗਈਆਂ ਸੀਗੀਆਂ। ਸੋ ਫੋਰਗੈਟਿੰਗ ਨੂੰ ਆਪਾਂ ਕਿੱਦਾਂ ਦੇਖ ਸਕਦੇ ਹਾਂ, ਫੋਰਗੈਟਿੰਗ ਤੇ ਮੈਮਰੀ ਕਾਫੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਜਦੋਂ ਕੋਈ ਚੀਜ਼, ਹੁਣ ਆਪਾਂ ਕੋਈ ਸੈਂਸਰੀ ਮੈਮਰੀ ਤੋਂ ਆਉਣ ਵਾਲੀ ਸ਼ਾਰਟ ਟਰਮ ਮੈਮਰੀ, ਸ਼ਾਰਟ ਟਰਮ ਤੋਂ ਲੌਂਗ ਟਰਮ ਮੈਮਰੀ ਦੇ ਵਿੱਚ ਜਦੋਂ ਆਉਣ ਵਾਲੀ ਜਿੰਨੀਆਂ ਚੇਂਜਸ ਹੁੰਦੀਆਂ ਹਨ ਤੇ ਉਹਨਾਂ ਚੇਂਜਸ ਨੂੰ ਆਪਾਂ ਥਿਊਰੀ ਦੇ ਵਿੱਚ ਦੇਖ ਪਾਉਂਦੇ ਹਾਂ ਐਜ਼ ਐਨ ਇੰਟਰਫੇਅਰੈਂਸ। ਜਦੋਂ ਕੋਈ ਵੀ ਆਪਣੀ ਮੈਮਰੀ ਦੇ ਵਿੱਚ ਜਦੋਂ ਕੋਈ ਚੀਜ਼ ਇੱਕ ਡਿਸਟਰੈਕਸ਼ਨ ਦੇ ਰੂਪ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਜਾਂ ਇੰਟਰਫੇਅਰ ਕਰਦੀ ਹੈ, ਉਸ ਚੀਜ਼ ਨੂੰ ਐਜ਼ ਅ ਥਿਊਰੀ ਆਫ ਇੰਟਰਫੇਅਰੈਂਸ ਦੇ ਰੂਪ ਦੇ ਵਿੱਚ ਆਪਾਂ ਉਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਜਦੋਂ कोई चीज़ कोई डिफरेंस क्रिएट कर रही है, इंटरफेरेंस क्रिएट कर रही है या कोई भी एज अ इन बिटवीन चीज़ आ रही है अपनी मैमरी ਦੇ ਵਿੱਚ ਉਸ ਚੀਜ਼ ਨੂੰ ਐਜ਼ ਅ ਫੋਰਗੈਟਿੰਗ ਦੇ ਰੂਪ ਦੇ ਵਿੱਚ ਹੁਣ ਤਬਦੀਲੀ ਆਉਂਦੀ ਹੈ। ਉਸ ਚੀਜ਼ ਨੂੰ ਆਪਾਂ ਦੇਖ ਪਾਉਂਦੇ ਹਾਂ ਕਿ ਜੋ ਚੀਜ਼ ਆਪਣੀ ਮੈਮਰੀ ਦੇ ਰੂਪ ਦੇ ਵਿੱਚ ਆਪਣੇ ਕੋਲ ਸੀਗੀ, ਹੁਣ ਆਪਾਂ ਉਸ ਚੀਜ਼ ਨੂੰ ਐਜ਼ ਅ ਭੁੱਲ ਵੀ ਸਕਦੇ ਹਾਂ, ਆਪਾਂ ਉਹਨੂੰ ਫੋਰਗੈਟ ਵੀ ਕਰ ਸਕਦੇ ਹਾਂ। ਸੋ ਉਹਦੇ ਲਈ ਇੱਕ ਥਿਊਰੀ ਇਨਵੈਂਟ ਕੀਤੀ ਗਈ ਸੀਗੀ ਇਸ ਚੀਜ਼ ਨੂੰ ਸਮਝਣ ਦੇ ਲਈ ਕਿ ਜੇ ਆਪਾਂ ਆਪਣੇ ਲਰਨਿੰਗ ਦੇ ਵਿੱਚ, ਆਪਣੀ ਮੈਮਰੀ ਦੇ ਵਿੱਚ ਕੋਈ ਚੀਜ਼ ਦੀ ਇੰਟਰਫੇਅਰੈਂਸ ਲੈ ਕੇ ਆਉਂਦੇ ਹਾਂ ਤਾਂ ਉਸ ਚੀਜ਼ ਨੂੰ ਆਪਾਂ ਕਿੱਦਾਂ ਭੁੱਲਦੇ ਹਾਂ, ਤਾਂ ਉਸਨੂੰ ਸਮਝਦੇ ਹਾਂ ਵਿਦ ਦ ਥਿਊਰੀ ਆਫ ਇੰਟਰਫੇਅਰੈਂਸ। ਸੋ ਵਾਟ ਇਜ਼ ਥਿਊਰੀ ਆਫ ਇੰਟਰਫੇਅਰੈਂਸ? ਥਿਊਰੀ ਆਫ ਇੰਟਰਫੇਅਰੈਂਸ ਦੇ ਵਿੱਚ ਇਹ ਦੇਖਿਆ ਗਿਆ ਸੀਗਾ ਕਿ ਜਦੋਂ ਆਪਾਂ ਕੋਈ ਵੀ ਮੈਮਰੀ ਨੂੰ ਲਰਨ ਕਰਦੇ ਹਾਂ, ਆਪਣੀ ਕੋਈ ਵੀ ਚੀਜ਼ ਨੂੰ ਲਰਨਿੰਗ ਦੇ ਵਿੱਚ ਜਦੋਂ ਉਹ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ, ਕੋਈ ਚੀਜ਼ ਆਪਾਂ ਨੇ ਲਰਨ ਕਰ ਲਈ, ਦੁਬਾਰਾ ਉਸਦੀ ਰਿਹਰਸਲ ਕਰ ਲਈ, ਉਸਨੂੰ ਅਟੈਂਸ਼ਨ ਦੇ ਦਿੱਤੀ ਤੇ ਆਪਾਂ ਉਸ ਚੀਜ਼ ਨੂੰ ਜਦੋਂ ਦੁਬਾਰਾ ਲਰਨ ਕਰਕੇ ਉਸ ਚੀਜ਼ ਨੂੰ ਰਿਟਰੀਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਾਂ ਬੜੇ ਹੀ ਆਰਾਮ ਦੇ ਨਾਲ ਉਸ ਚੀਜ਼ ਨੂੰ ਰਿਟਰੀਵ ਕਰ ਪਾਉਂਦੇ ਹਾਂ। ਪਰ ਹੁਣ ਉਹਦੇ ਵਿੱਚ ਹੀ ਜੇ ਆਪਾਂ ਇੱਕ ਹੋਰ ਐਲੀਮੈਂਟ ਐਡ ਕਰ ਦਈਏ ਦੈਟ ਇਜ਼ ਇੰਟਰਫੇਅਰੈਂਸ ਦਾ ਐਲੀਮੈਂਟ, ਤਾਂ ਕਿਆ ਆਪਾਂ ਉਸ ਚੀਜ਼ ਨੂੰ ਉਨੇ ਹੀ ਬਖੂਬੀ ਯਾਦ ਕਰ ਪਾਉਂਦੇ ਹਾਂ ਕਿ ਕਿਉਂਕਿ ਹੁਣ ਉਸਦੇ ਵਿੱਚ ਇੰਟਰਫੇਅਰੈਂਸ ਆ ਚੁੱਕੀ ਹੈ ਤਾਂ ਹੁਣ ਆਪਾਂ ਉਸ ਤੋਂ ਭੁੱਲ ਜਾਂਦੇ ਹਾਂ। ਤਾਂ ਇਸ ਚੀਜ਼ ਨੂੰ ਚੈੱਕ ਕਰਨ ਦੇ ਲਈ ਥਿਊਰੀ ਆਫ ਇੰਟਰਫੇਅਰੈਂਸ ਯੂਜ਼ ਕੀਤੀ ਗਈ ਸੀਗੀ। ਸੋ ਇਸ ਦੇ ਵਿੱਚ ਦੋ ਪਾਰਟਿਸਿਪੇਸ਼ਨ ਸੀਗੀਆਂ। ਪਹਿਲੀ ਸੀਗੀ ਰੈਟਰੋਐਕਟਿਵ ਇਨਹਿਬਿਸ਼ਨ ਦੀ ਐਂਡ ਫਿਰ ਸੀਗੀ ਪ੍ਰੋਐਕਟਿਵ ਇਨਹਿਬਿਸ਼ਨ ਦੀ। ਦੋਨਾਂ ਦੇ ਵਿੱਚ ਹੀ ਫੋਰਗੈਟਿੰਗ ਤੇ ਇੰਟਰਫੇਅਰੈਂਸ ਨੂੰ ਯੂਜ਼ ਕੀਤਾ ਗਿਆ ਸੀਗਾ। ਸੋ ਸਭ ਤੋਂ ਪਹਿਲਾਂ ਰੈਟਰੋਐਕਟਿਵ ਇਨਹਿਬਿਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਰੈਟਰੋਐਕਟਿਵ ਇਨਹਿਬਿਸ਼ਨ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਿਹੜੀ ਮੈਮਰੀ ਆਪਾਂ ਨੇ ਪਹਿਲਾਂ ਲਰਨ ਕੀਤੀ ਹੁੰਦੀ ਹੈ, ਹੁਣ ਇਸ ਦੇ ਵਿੱਚ ਦੇਖਿਆ ਗਿਆ ਕਿ ਉਹ ਪਹਿਲਾਂ ਵਾਲੀ ਲਰਨ ਕੀਤੀ ਹੋਈ ਮੈਮਰੀ ਨੂੰ ਹੀ ਦੁਬਾਰਾ ਯਾਦ ਕਰਨਾ ਇਜ਼ ਅ ਰੈਟਰੋਐਕਟਿਵ ਇਨਹਿਬਿਸ਼ਨ। ਜਦੋਂ ਆਪਾਂ ਕੋਈ ਪਾਸਟ ਦੇ ਵਿੱਚ ਕੀਤੀ ਹੋਈ ਜਾਂ ਅਰਲੀ ਮੈਮਰੀ ਨੂੰ ਦੁਬਾਰਾ ਤੋਂ ਯਾਦ ਕਰਨਾ। ਵੇਅਰਐਸ ਪ੍ਰੋਐਕਟਿਵ ਇਨਹਿਬਿਸ਼ਨ ਹੈ ਜਿਹੜੀ, ਜੋ ਪ੍ਰੋਐਕਟਿਵ ਮੈਮਰੀ ਹੈ ਉਹ ਹੈ ਜੋ ਕਿ ਆਪਾਂ ਨੇ ਬਿਲਕੁਲ ਤਾਜ਼ਾ, ਬਿਲਕੁਲ ਪ੍ਰੈਜ਼ੈਂਟ ਦੇ ਵਿੱਚ ਜੋ ਚੀਜ਼ ਯਾਦ ਕੀਤੀ ਹੈ ਉਸੀ ਚੀਜ਼ ਨੂੰ ਦੁਬਾਰਾ ਦੁਹਰਾਣਾ ਜਾਂ ਯਾਦ ਕਰਨਾ। ਸੋ ਦੋ ਗਰੁੱਪ ਬਣਾਏ ਗਏ ਸੀਗੇ, ਪਹਿਲਾ ਸੀਗਾ ਰੈਟਰੋਐਕਟਿਵ ਇਨਹਿਬਿਸ਼ਨ, ਸੈਕੰਡ ਸੀਗਾ ਪ੍ਰੋਐਕਟਿਵ ਇਨਹਿਬਿਸ਼ਨ। ਰੈਟਰੋਐਕਟਿਵ ਇਨਹਿਬਿਸ਼ਨ ਦੇ ਵਿੱਚ ਦੋ ਗਰੁੱਪ ਲਿੱਤੇ ਗਏ, ਇੱਕ ਸੀਗਾ ਕੰਟਰੋਲ ਗਰੁੱਪ ਤੇ ਇੱਕ ਸੀਗਾ ਐਕਸਪੈਰੀਮੈਂਟਲ ਗਰੁੱਪ। ਸੋ ਕੰਟਰੋਲ ਗਰੁੱਪ ਦੇ ਵਿੱਚ ਸਭ ਤੋਂ ਪਹਿਲਾਂ ਕਿਆ ਦਿੱਤਾ ਗਿਆ ਸੀਗਾ ਕਿ 10 ਨੌਨਸੈਂਸ ਲੇਬਲਸ ਦੀ ਇੱਕ ਲਿਸਟ ਦਿੱਤੀ ਗਈ ਸੀਗੀ। ਸੋ ਨੌਨਸੈਂਸ ਲੇਬਲਸ ਦੇਣ ਦਾ ਮਹੱਤਵ ਇਹੀ ਸੀਗਾ ਕਿ ਕਿਉਂਕਿ ਜੇ ਕਿਸੇ ਚੀਜ਼ ਦੇ ਆਪਣੇ ਕੋਲ
ਸਿਮੈਂਟਿਕ ਮੈਮਰੀ ਹੋਏਗੀ ਤਾਂ ਉਹ ਚੀਜ਼ ਨੂੰ ਆਪਾਂ ਜ਼ਿਆਦਾ ਚੰਗੀ ਤਰ੍ਹਾਂ ਯਾਦ ਕਰ ਪਾਉਂਦੇ ਹਾਂ। ਕਿਉਂਕਿ ਜੇ ਆਪਾਂ ਕਿਸੇ ਚੀਜ਼ ਨੂੰ ਮੀਨਿੰਗ ਦੇ ਦਿੰਦੇ ਹਾਂ ਕਿ ਇਸ ਚੀਜ਼ ਦਾ ਇਹ ਮਤਲਬ ਹੈ, ਤਾਂ ਆਪਣਾ ਜਿਹੜਾ ਦਿਮਾਗ ਹੈ ਉਹ ਉਸ ਚੀਜ਼ ਨੂੰ ਬਹੁਤ ਬਖੂਬੀ ਤਰੀਕੇ ਦੇ ਨਾਲ ਯਾਦ ਰੱਖ ਪਾਉਂਦਾ ਹੈ ਤੇ ਉਸ ਨੂੰ ਜ਼ਿਆਦਾ ਯਾਦ ਕਰਨ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਹੈਗੀ। ਪਰ ਉੱਥੇ ਜੇ ਆਪਾਂ ਇਹੋ ਜਿਹੇ ਵਰਡਸ ਦੇ ਦਈਏ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਨਿਕਲ ਕੇ ਆਉਂਦਾ ਹੈਗਾ, ਤੇ ਆਪਾਂ ਨੂੰ ਉਹੀ ਲਾਈਨਾਂ ਨੂੰ ਲਰਨ ਕਰਨ ਦੇ ਵਿੱਚ, ਸੈਂਟੈਂਸਸ ਜਾਂ ਵਰਡਸ ਨੂੰ ਲਰਨ ਕਰਨ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਉਹ ਇਸ ਕਰਕੇ ਆਉਂਦੀ ਹੈ ਕਿਉਂਕਿ ਆਪਾਂ ਉਸ ਚੀਜ਼ ਦੇ ਵਿੱਚ ਕੋਈ ਮਤਲਬ ਨਹੀਂ ਹੁੰਦਾ ਹੈਗਾ। ਸੋ ਸਭ ਤੋਂ ਪਹਿਲਾਂ ਇੱਕ ਕੰਟਰੋਲ ਗਰੁੱਪ ਲਿੱਤਾ ਗਿਆ ਤੇ ਇੱਕ ਐਕਸਪੈਰੀਮੈਂਟਲ ਗਰੁੱਪ ਲਿੱਤਾ ਗਿਆ। ਸੋ ਕੰਟਰੋਲ ਗਰੁੱਪ ਦੇ ਵਿੱਚ ਦੇਖਿਆ ਗਿਆ ਕਿ ਜਿਹੜੀ 10 ਲਿਸਟ ਦਿੱਤੀ ਗਈ, 10 ਵਰਡਸ ਦੀ ਲਿਸਟ ਦਿੱਤੀ ਗਈ, ਉਸ ਲਿਸਟ ਦਾ ਨਾਮ ਸੀਗਾ ਲਿਸਟ ਏ। ਨੌਨਸੈਂਸ ਲੇਬਲਸ ਦਿੱਤੇ ਗਏ, 5 ਮਿੰਟ ਦਾ ਟਾਈਮ ਦਿੱਤਾ ਗਿਆ ਉਹਨਾਂ ਨੂੰ ਲਰਨ ਕਰਨ ਦੇ ਲਈ, ਤੇ ਫਿਰ 5 ਮਿੰਟ ਦਾ ਰੈਸਟ ਦਿੱਤਾ ਗਿਆ। ਜਦੋਂ ਉਹਨਾਂ ਨੇ ਉਹ 10 ਵਰਡਸ ਨੂੰ ਲਰਨ ਕਰ ਲਿਆ ਤਾਂ 5 ਮਿੰਟਸ ਦੇ ਰੈਸਟ ਦੇਣ ਤੋਂ ਬਾਅਦ ਹੁਣ ਉਹਨਾਂ ਨੂੰ ਪੁੱਛਿਆ ਗਿਆ ਕਿ ਜੋ ਵੀ ਉਹਨਾਂ ਨੇ ਲਿਸਟ ਏ ਦੇ ਵਿੱਚ ਲਰਨ ਕੀਤਾ ਸੀਗਾ ਉਹਨਾਂ ਨੂੰ ਦੁਬਾਰਾ ਦੁਹਰਾਇਆ ਜਾਵੇ। ਤਾਂ ਉਹਨਾਂ ਨੇ ਰਿਕਾਲ ਕੀਤਾ ਲਿਸਟ ਏ ਨੂੰ, ਤੇ ਜਿੰਨੇ ਵੀ ਵਰਡ ਸਹੀ ਸੀਗੇ ਉਸ ਚੀਜ਼ ਨੂੰ ਟਿਕ ਮਾਰਕ ਕੀਤਾ ਗਿਆ। ਫਿਰ ਇੱਕ ਗਰੁੱਪ ਸੀਗਾ ਐਕਸਪੈਰੀਮੈਂਟਲ ਗਰੁੱਪ। ਸੋ ਐਕਸਪੈਰੀਮੈਂਟਲ ਗਰੁੱਪ ਦੇ ਵਿੱਚ ਲਿਸਟ ਬੀ ਦਿੱਤੀ ਗਈ। ਹੁਣ ਉਸੇ ਗਰੁੱਪ ਨੂੰ ਲਿਸਟ ਬੀ ਦਿੱਤੀ ਗਈ ਕਿਉਂਕਿ ਲਿਸਟ ਏ ਆਲਰੇਡੀ ਉਹਨਾਂ ਨੇ ਲਰਨ ਕਰ ਲਈ ਸੀਗੀ। ਹੁਣ ਲਿਸਟ ਬੀ ਦੇ ਵਿੱਚ ਹੁਣ ਉਹਨਾਂ ਨੂੰ ਫਿਰ ਅਲੱਗ 10 ਨੌਨਸੈਂਸ ਲੇਬਲਸ ਦਿੱਤੇ ਸੀਗੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀਗਾ। 10 ਨੌਨਸੈਂਸ ਲੇਬਲਸ ਉਹਨਾਂ ਨੇ ਜਦੋਂ ਲਰਨ ਕੀਤਾ, ਫਿਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ 5 ਮਿੰਟਸ ਦਾ ਗੈਪ ਨਹੀਂ ਦਿੱਤਾ ਗਿਆ, ਬਲਕਿ ਇੱਕ ਦੂਸਰੀ ਲਿਸਟ ਪਕੜਾਈ ਗਈ ਜਿਸ ਦੀ ਲਿਸਟ ਸੀਗੀ ਲਿਸਟ ਸੀ। ਹੁਣ ਉਸ ਦੇ ਵਿੱਚ ਵੀ 10 ਨੌਨਸੈਂਸ ਲੇਬਲ ਸੀਗੇ, ਬਟ ਦੇ ਵਰ ਆਲਸੋ ਡਿਫਰੈਂਟ ਲਿਸਟ, ਠੀਕ ਹੈ, ਡਿਫਰੈਂਟ ਵਰਡਸ। ਹੁਣ ਉਹਨਾਂ ਨੂੰ ਜਿਹੜੀ ਉਹ ਲਿਸਟ ਸੀ ਦਿੱਤੀ ਗਈ ਸੀਗੀ, ਉਹਨਾਂ ਨੂੰ 5 ਮਿੰਟ ਦਾ ਟਾਈਮ ਦਿੱਤਾ ਗਿਆ ਕਿ ਉਸ ਲਿਸਟ ਨੂੰ ਵੀ ਯਾਦ ਕਰਨ। ਤੇ ਹੁਣ ਉਹ ਲਿਸਟ ਨੂੰ 5 ਮਿੰਟ ਯਾਦ ਕਰਨ ਤੋਂ ਬਾਅਦ ਹੁਣ ਜਦੋਂ ਉਹਨਾਂ ਦਾ ਰਿਕਾਲ ਦਾ ਟਾਈਮ ਆਇਆ ਤਾਂ ਉਹਨਾਂ ਨੂੰ ਰਿਕਾਲ ਦੇ ਲਈ ਲਿਸਟ ਬੀ ਪੁੱਛੀ ਗਈ। ਸੋ ਜਦੋਂ ਉਹਨਾਂ ਨੇ ਬੀ ਲਿਸਟ ਨੂੰ ਯਾਦ ਕੀਤਾ ਤਾਂ ਇਹ ਦੇਖਿਆ ਗਿਆ ਕਿ ਕਿਉਂਕਿ ਉਸ ਦੇ ਵਿੱਚ ਇੰਟਰਫੇਅਰੈਂਸ ਸੀਗੀ, ਤਾਂ ਉਹਨਾਂ ਨੇ ਲਿਸਟ ਏ ਨੂੰ ਜਿੱਦਾਂ ਕਾਫੀ ਅੱਛੀ ਤਰ੍ਹਾਂ ਜਿੰਨੇ ਜਵਾਬ ਦੇ ਪਾਇਆ ਸੀਗਾ, ਉਹਨੇ ਚੰਗੀ ਤਰ੍ਹਾਂ ਜਵਾਬ ਲਿਸਟ ਬੀ ਨੂੰ ਯਾਦ ਕਰਨ ਦੇ ਵਿੱਚ ਨਹੀਂ ਦੇ ਪਾਏ ਸੀਗੇ, ਕਿਉਂਕਿ ਇਹ ਦੇਖਿਆ ਗਿਆ ਕਿਉਂਕਿ ਇੰਟਰਫੇਅਰੈਂਸ ਹੋ ਗਈ ਸੀਗੀ। ਹੁਣ ਲਿਸਟ ਸੀ ਵੀ ਵਿੱਚ ਆ ਗਈ ਸੀਗੀ। ਇਹ ਵੀ ਦੇਖਿਆ ਗਿਆ ਕਿ ਕਾਫੀ ਵਰਡਸ ਐਵੇਂ ਦੇ ਸੀਗੇ ਜੋ ਉਹ ਲਿਸਟ ਬੀ ਤੇ ਲਿਸਟ ਸੀ ਦੇ ਵਿੱਚ ਜ਼ਿਆਦਾ ਮਿਕਸ ਕਰ ਰਹੇ ਸੀਗੇ, ਕਿਉਂਕਿ ਉਹਨਾਂ ਦੀ ਜਿਹੜੀ ਮੈਮਰੀ ਸੀਗੀ ਹੁਣ ਉਹ ਜ਼ਿਆਦਾ ਭੁੱਲਣਾ ਸਟਾਰਟ ਕਰਤਾ, ਕਿਉਂਕਿ ਜਿਹੜੀ ਆਪਣੀ ਮੈਮਰੀ ਹੁੰਦੀ ਆ ਉਹ ਸਟੋਰ ਤਦੋਂ ਤੱਕ ਰਹਿੰਦੀ ਹੈ ਜਦੋਂ ਕੋਈ ਦੂਸਰੀ ਚੀਜ਼ ਇੰਟਰਫੇਅਰ ਨਾ ਕਰੇ। ਬਟ ਜਦੋਂ ਦੂਸਰੀ ਚੀਜ਼ ਇੰਟਰਫੇਅਰ ਕਰ ਦਿੰਦੀ ਹੈ ਤਾਂ ਜਿਹੜੀ ਲਿਸਟ ਪਹਿਲਾਂ ਵਾਲੀ ਸੀਗੀ ਉਸ ਚੀਜ਼ ਨੂੰ ਯਾਦ ਕਰਨ ਦੇ ਵਿੱਚ ਕਾਫੀ ਦਿੱਕਤ ਆਈ ਤੇ ਉਹ ਜ਼ਿਆਦਾ ਵਰਡਸ ਨੂੰ ਯਾਦ ਨਹੀਂ ਰੱਖ ਪਾਇਆ। ਸੋ ਇਹ ਸੀਗਾ ਰੈਟਰੋਐਕਟਿਵ ਇਨਹਿਬਿਸ਼ਨ। ਰੈਟਰੋਐਕਟਿਵ ਦੇ ਵਿੱਚ ਇਹ ਦੇਖਿਆ ਗਿਆ ਸੀਗਾ ਕਿ ਉਹਨਾਂ ਨੇ ਪਹਿਲਾਂ ਵਾਲੀ ਲਿਸਟ ਨੂੰ ਯੂਜ਼ ਕੀਤਾ। ਤੇ ਸੈਕਿੰਡ ਦੇ ਵਿੱਚ ਆਉਂਦਾ ਹੈ ਪ੍ਰੋਐਕਟਿਵ ਇਨਹਿਬਿਸ਼ਨ। ਇਸ ਦੇ ਵਿੱਚ ਵੀ ਅਗੇਨ ਦੋ ਗਰੁੱਪਸ ਨੂੰ ਯੂਜ਼ ਕੀਤਾ ਹੈ। ਪਹਿਲਾ ਸੀਗਾ ਕੰਟਰੋਲ ਗਰੁੱਪ, ਫਿਰ ਸੈਕਿੰਡ ਸੀਗਾ ਐਕਸਪੈਰੀਮੈਂਟਲ ਗਰੁੱਪ। ਸੋ ਕੰਟਰੋਲ ਗਰੁੱਪ ਨੂੰ ਇੱਕ ਆਈਡੀਆ ਲਗਾਇਆ ਗਿਆ ਕਿ ਕਿੱਦਾਂ ਇਹ ਐਕਸਪੈਰੀਮੈਂਟ ਵਰਕ ਕਰੇਗਾ। ਸੋ ਕੰਟਰੋਲ ਗਰੁੱਪ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਲਿਸਟ ਦਿੱਤੀ, ਦੈਟ ਵਾਜ਼ ਲਿਸਟ ਲਰਨਿੰਗ ਆਫ ਲਿਸਟ ਏ ਆਫ 10 ਨੌਨਸੈਂਸ ਲੇਬਲਸ। ਤੇ ਜਿਹੜੀ ਉਹ ਲਿਸਟ ਸੀਗੀ 10 ਅਗੇਨ ਇੱਕ ਲਿਸਟ ਦਿੱਤੀ ਗਈ। ਇਹ ਡਿਫਰੈਂਟ ਲਿਸਟ ਸੀ, ਇਹ ਪ੍ਰੋਐਕਟਿਵ ਵਾਲੇ ਡਿਫਰੈਂਟ ਗਰੁੱਪ ਸੀਗਾ। ਸੋ ਉਹਨਾਂ ਨੂੰ ਲਿਸਟ ਏ ਦਿੱਤੀ ਗਈ, ਉਹਨਾਂ ਨੇ ਲਿਸਟ ਏ ਦੇ ਵਿੱਚੋਂ 10 ਨੌਨਸੈਂਸ ਲੇਬਲਸ ਨੂੰ ਲਰਨ ਕੀਤਾ। ਉਸ ਤੋਂ ਬਾਅਦ ਉਹਨਾਂ ਨੂੰ 5 ਮਿੰਟ ਦਾ ਟਾਈਮ ਦਿੱਤਾ ਗਿਆ ਤੇ ਉਹੀ ਲਿਸਟ ਨੂੰ ਉਹਨਾਂ ਨੇ ਅਗੇਨ ਦੁਹਰਾਇਆ ਕਿ ਉਹਨਾਂ ਨੇ ਕਿਆ-ਕਿਆ ਚੀਜ਼ ਨੂੰ ਰੀਡ ਕੀਤਾ ਸੀਗਾ ਤੇ ਉਹਨਾਂ ਨੇ ਉਹ ਨੌਨਸੈਂਸ ਲੇਬਲਸ ਨੂੰ ਯਾਦ ਕਰਕੇ 10 ਦੇ ਵਿੱਚੋਂ ਜਿੰਨੇ ਉਹਨਾਂ ਨੂੰ ਯਾਦ ਰਹੇ ਉਹਨਾਂ ਨੇ ਆਪਣੇ ਉਹ ਵਰਡਸ ਨੂੰ ਦੁਹਰਾ ਕੇ ਦਿਖਾਇਆ ਕਿ ਮੈਂ ਉਹਨਾਂ ਨੂੰ ਕਿੰਨਾ ਕੁ ਜ਼ਿਆਦਾ ਰਿਟਰੀਵ ਕਰ ਪਾਏ, ਕਿੰਨਾ ਕੁ ਜ਼ਿਆਦਾ ਰਿਕਾਲ ਕਰ ਪਾਏ। ਫਿਰ ਉਸ ਤੋਂ ਬਾਅਦ ਆਈ ਇੱਕ ਐਕਸਪੈਰੀਮੈਂਟਲ ਗਰੁੱਪ। ਐਕਸਪੈਰੀਮੈਂਟਲ ਗਰੁੱਪ ਦੇ ਵਿੱਚ ਦੇਖਿਆ ਗਿਆ ਕਿ ਲਰਨਿੰਗ ਉਹਨਾਂ ਨੂੰ ਇੱਕ ਲਿਸਟ ਦਿੱਤੀ ਗਈ ਜਿਹੜੀ ਸੀਗੀ ਲਿਸਟ ਬੀ। ਉਸ ਦੇ ਵਿੱਚ ਵੀ 10 ਨੌਨਸੈਂਸ ਲੇਬਲ ਸੀਗੇ। ਸੋ ਉਹਨਾਂ ਨੌਨਸੈਂਸ ਲੇਬਲਸ ਉਹਨਾਂ ਨੇ ਲਿਸਟ ਬੀ ਨੂੰ ਉਹਨਾਂ ਨੇ ਲਰਨ ਕੀਤਾ। ਲਰਨ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਬ੍ਰੇਕ ਨਹੀਂ ਦਿੱਤੀ, ਬਲਕਿ ਹੁਣ ਇੱਕ ਲਿਸਟ ਸੀ ਦੇ ਦਿੱਤੀ ਗਈ ਤੇ ਉਹਨਾਂ ਨੂੰ ਅਗੇਨ ਲਿਸਟ ਸੀ ਲਰਨ ਕਰਨ ਦੇ ਲਈ ਉਹਨਾਂ ਨੂੰ ਟਾਈਮ ਦਿੱਤਾ ਗਿਆ ਫॉर 5 ਮਿੰਟਸ। ਤੇ ਜਦੋਂ ਉਹਨਾਂ ਨੇ ਉਹ ਲਿਸਟ ਸੀ ਨੂੰ ਲਰਨ ਕੀਤਾ, ਹੁਣ ਰਿਕਾਲ ਕਰਨ ਦੇ ਟਾਈਮ ਤੇ ਉਹਨਾਂ ਨੇ ਉਹ ਮੈਮਰੀ ਨੂੰ ਯਾਦ ਕਰਵਾਇਆ। ਉਹਨਾਂ ਨੇ ਲਿਸਟ ਸੀ ਪੁੱਛੀ ਕਿ ਲਿਸਟ ਸੀ ਦੇ ਵਿੱਚ ਕਿਹੜੇ-ਕਿਹੜੇ ਵਰਡਸ ਨੇ, 10 ਨੌਨਸੈਂਸ ਲੇਬਲਸ, ਤੇ ਉਹਨਾਂ ਨੇ ਉਹ ਵਰਡਸ ਨੂੰ ਯਾਦ ਕਰਕੇ ਸੁਣਾਇਆ। ਤੇ ਇਸ ਦੇ ਵਿੱਚ ਇਹ ਦੇਖਿਆ ਗਿਆ ਕਿ ਕਿਉਂਕਿ ਰੈਟਰੋਐਕਟਿਵ ਦੇ ਵਿੱਚ ਉਹਨਾਂ ਦੇ ਕੋਲ ਇੰਟਰਫੇਅਰੈਂਸ ਸੀਗੀ, ਕਿਉਂਕਿ ਲਿਸਟ ਬੀ ਤੋਂ ਬਾਅਦ ਲਿਸਟ ਸੀ ਦੇ ਕੇ ਲਿਸਟ ਬੀ ਹੀ ਸੁਣਨ ਨੂੰ ਦਿੱਤੀ ਸੀਗੀ। ਵੇਅਰ ਐਜ਼ ਇਨ ਪ੍ਰੋਐਕਟਿਵ ਇਨਹਿਬਿਸ਼ਨ ਇਹ ਚੀਜ਼ ਦੇਖੀ ਗਈ ਕਿ ਲਿਸਟ ਬੀ ਦੇਣ ਤੋਂ ਬਾਅਦ ਜਦੋਂ ਲਿਸਟ ਸੀ ਦਿੱਤੀ, ਲਿਸਟ ਸੀ ਤੋਂ ਬਾਅਦ
ਰਿਕਾਲ ਕਰਨ ਦੇ ਲਈ ਵੀ ਲਿਸਟ ਸੀ ਹੀ ਪੁੱਛੀ ਗਈ ਸੀਗੀ, ਤਾਂ ਉਹਦੇ ਵਿੱਚ ਕੋਈ ਇੰਟਰਫੇਅਰੈਂਸ ਨਹੀਂ ਆਈ। ਜੋ ਉਹਨਾਂ ਦੀ ਪਹਿਲਾਂ ਵਾਲੀ ਮੈਮਰੀ ਸੀਗੀ ਉਹ ਬੈਕ ਦੇ ਵਿੱਚ ਹੀ ਰਹਿ ਗਈ, ਤੇ ਜਿਹੜੀ ਉਹਨਾਂ ਦੀ ਪ੍ਰੈਜ਼ੈਂਟ ਮੈਮਰੀ ਸੀਗੀ ਉਸੇ ਚੀਜ਼ ਨੂੰ ਜਦੋਂ ਰਿਕਾਲ ਕਰਨ ਦੇ ਲਈ ਪੁੱਛਿਆ ਗਿਆ ਤਾਂ ਉਹਨਾਂ ਨੇ ਕਾਫੀ ਈਜ਼ੀ ਵੇ ਦੇ ਵਿੱਚ ਉਹ ਆਪਣੀ ਜਿਹੜੀ ਲਿਸਟ ਸੀ ਸੀਗੀ ਇਸ ਚੀਜ਼ ਨੂੰ ਯਾਦ ਕਰ ਪਾਏ। ਤੇ ਇਹ ਸੀਗੀ ਆਪਣੀ ਪ੍ਰੋਐਕਟਿਵ ਇਨਹਿਬਿਸ਼ਨ ਐਂਡ ਰੈਟਰੋਐਕਟਿਵ ਇਨਹਿਬਿਸ਼ਨ। ਸੋ ਫੋਰਗੈਟਿੰਗ ਨੂੰ ਸਮਝਣ ਦੇ ਲਈ ਰੈਟਰੋਐਕਟਿਵ ਇਨਹਿਬਿਸ਼ਨ ਐਂਡ ਪ੍ਰੋਐਕਟਿਵ ਇਨਹਿਬਿਸ਼ਨ ਨੂੰ ਯੂਜ਼ ਕੀਤਾ ਗਿਆ ਸੀਗਾ। ਤੇ ਇਹ ਥਿਊਰੀ ਨੂੰ ਇਹ ਇਸ ਲਈ ਐਕਸਪਲੇਨ ਕੀਤਾ ਗਿਆ ਸੀਗਾ ਕਿਉਂਕਿ ਹਰ ਕੋਈ ਮੈਮਰੀ, ਜਿੰਨੀ ਵੀ ਆਪਾਂ ਆਪਣੀ ਮੈਮਰੀ ਨੂੰ ਯੂਜ਼ ਕਰਦੇ ਹਾਂ, ਜ਼ਰੂਰੀ ਨਹੀਂ ਹੈਗੀ ਕਿ ਉਹ ਜਿੰਨੀਆਂ ਵੀ ਮੈਮਰੀ ਆਪਾਂ ਨੇ ਸੋਚ ਰੱਖੀ ਹੁੰਦੀ ਹੈ, ਸਮਝ ਰੱਖੀ ਹੁੰਦੀ ਹੈ, ਉਹ ਆਪਣੇ ਮਾਈਂਡ ਦੇ ਵਿੱਚ ਐਜ਼ ਇਟ ਇਜ਼ ਹੀ ਰਵੇ ਥਰੂ ਆਊਟ ਆਰ ਲਾਈਫ ਸਾਈਕਲ। ਬਲਕਿ ਜਿੰਨੀ ਆਪਣੀ ਲਾਈਫ ਦੇ ਵਿੱਚ ਇੰਟਰਫੇਅਰੈਂਸ ਆਉਂਦੀ ਹੈ ਉਸ ਦੇ ਨਾਲ ਨਾਲ ਆਪਾਂ ਉਸ ਚੀਜ਼ ਨੂੰ ਭੁੱਲਣਾ ਵੀ ਸਟਾਰਟ ਕਰ ਦਿੰਦੇ ਹਾਂ। ਜਿੰਨਾ ਜ਼ਿਆਦਾ ਕੋਈ ਚੀਜ਼ ਇਨਹਿਬਿਟ ਕਰੇਗੀ ਆਪਣੀ ਮੈਮਰੀ ਦੇ ਵਿੱਚ, ਓਨਾ ਹੀ ਆਪਣੀ ਜਿਹੜੀ ਮੈਮਰੀ ਹੈ ਉਸ ਚੀਜ਼ ਨੂੰ ਯਾਦ ਕਰਨ ਦੇ ਵਿੱਚ ਉਨੀ ਹੀ ਭੁਲੇਖਾ ਖਾ ਸਕਦੀ ਹੈ, ਭੁੱਲ ਸਕਦੀ ਹੈ। ਤੇ ਆਪਣਾ ਦਿਮਾਗ ਉਸ ਚੀਜ਼ ਨੂੰ ਹੌਲੀ ਹੌਲੀ ਦੇਖਿਆ ਜਾਂਦਾ ਹੈ ਕਿ ਜਿੰਨੀ ਜਿੰਨੀ ਇੰਟਰਫੇਅਰੈਂਸ ਆਏਗੀ ਤੇ ਜੋ ਵੀ ਓਰੀਜਨਲ ਲਰਨਿੰਗ ਹੁੰਦੀ ਹੈ, ਓਰੀਜਨਲ ਮੈਮਰੀ ਹੁੰਦੀ ਹੈ, ਉਸ ਦੇ ਵਿੱਚ ਜਦੋਂ ਇੰਟਰਫੇਅਰੈਂਸ ਆ ਜਾਂਦੀ ਹੈ, ਮਿਕਸਿੰਗ ਹੋ ਜਾਂਦੀ ਹੈ, ਤੇ ਉਸ ਚੀਜ਼ ਨੂੰ ਆਪਾਂ ਜ਼ਿਆਦਾ ਯਾਦ ਨਹੀਂ ਰੱਖ ਪਾਉਂਦੇ ਹੈਗੇ। ਕਈ ਵਾਰ ਹੁੰਦਾ ਹੈ ਜੋ ਇੱਕ ਸੱਚਾਈ ਹੁੰਦੀ ਹੈ, ਕਿਸੇ ਦੇ ਮਨ ਦੀ ਕੋਈ ਗੱਲ ਹੁੰਦੀ ਹੈ, ਜਦੋਂ ਉਹ ਇੱਕ ਬੰਦੇ ਤੋਂ ਲੈ ਕੇ 10 11 12 ਬੰਦੇ ਆਪਣੀ ਅਲੱਗ-ਅਲੱਗ ਇੱਕ ਸੋਚ ਰੱਖਦੇ ਹਨ ਕਿਸੇ ਚੀਜ਼ ਦੇ ਸੋਚਣ ਦੇਖਣ ਦੇ ਨਜ਼ਰੀਏ ਤੋਂ, ਸਮਝਣ ਦੇ ਨਜ਼ਰੀਏ ਤੋਂ, ਬੋਲਣ ਦੇ ਨਜ਼ਰੀਏ ਤੋਂ, ਤਾਂ ਹਰ ਇੱਕ ਦੀ ਆਪਣਾ-ਆਪਣਾ ਇੱਕ ਮੀਨਿੰਗ ਬਣ ਜਾਂਦਾ ਹੈ, ਸਮਝਣ ਦਾ ਤਰੀਕਾ ਬਣ ਜਾਂਦਾ ਹੈ। ਤੇ ਜਿੰਨੇ ਮੂੰਹ ਉਨੀਆਂ ਗੱਲਾਂ ਬਣ ਜਾਂਦੀਆਂ ਹਨ, ਤਾਂ ਜੋ ਇੱਕ ਓਰੀਜਨਲ ਉਸ ਚੀਜ਼ ਦਾ ਜਿਹੜਾ ਇੱਕ ਸੱਚਾਈ ਇੱਕ ਹੁੰਦੀ ਹੈ, ਉਸ ਚੀਜ਼ ਨੂੰ ਜ਼ਿਆਦਾ ਇੰਟਰਫੇਅਰ ਕੀਤਾ ਜਾਂਦਾ ਹੈ ਤੇ ਉਸ ਚੀਜ਼ ਨੂੰ ਇਨਹਿਬਿਟ ਕੀਤਾ ਜਾਂਦਾ ਹੈ ਵਿਦ ਦ ਅੰਡਰਸਟੈਂਡਿੰਗ ਆਫ ਮਾਈਟ ਬੀ ਵਾਟ ਇਫ। ਤੇ ਉਸ ਚੀਜ਼ ਦੇ ਨਾਲ ਉਸ ਚੀਜ਼ ਨੂੰ ਕੈਂਸਲ ਆਊਟ ਕਰ ਦਿੱਤਾ ਜਾਂਦਾ ਹੈ ਜੋ ਕਿ ਇੱਕ ਓਰੀਜਨੈਲਿਟੀ ਹੁੰਦੀ ਹੈ, ਬਲਕਿ ਉਸ ਨੂੰ ਜੋ ਵੀ ਇੱਕ ਇੰਟਰਫੇਅਰ ਕੀਤੀ ਗਈ ਜੋ ਵੀ ਗੱਲ ਹੁੰਦੀ ਹੈ, ਇਨਹਿਬਿਟ ਕੀਤੀ ਹੋਈ ਆਪਣੇ ਕੋਲੋਂ ਬਣਾਈ ਹੋਈ ਗੱਲਾਂ ਹੁੰਦੀਆਂ ਹਨ, ਉਹ ਜ਼ਿਆਦਾ ਪ੍ਰਭਾਵ ਪਾ ਦਿੰਦੀਆਂ ਹਨ। ਤੇ ਜੋ ਇੱਕ ਓਰੀਜਨੈਲਿਟੀ ਹੁੰਦੀ ਹੈ ਉਸ ਚੀਜ਼ ਨੂੰ ਦੇਖਿਆ ਜਾਂਦਾ ਹੈ ਕਿ ਉਹ ਚੀਜ਼ ਕਿਤੇ ਨਾ ਕਿਤੇ ਦੱਬ ਜਾਂਦੀ ਹੈ। So this is how our forgetting works in our day-to-day life and forgetting works in our learning। ਤੇ ਜਿਹੜੀ ਆਪਣੀ ਲਰਨ ਕਰਨ ਦਾ ਇੱਕ ਤਰੀਕਾ ਹੈ ਉਹਦੇ ਵਿੱਚ ਜਦੋਂ ਆਪਾਂ ਕੋਈ ਚੀਜ਼ ਨੂੰ ਜ਼ਿਆਦਾ ਦੇਰ ਤੱਕ ਨਹੀਂ ਯਾਦ ਕਰ ਪਾਉਂਦੇ ਹੈ ਤਾਂ ਉਹਦਾ ਰੀਜ਼ਨ ਕੀ ਹੁੰਦਾ ਹੈ, ਤੇ ਉਸਦਾ ਰੀਜ਼ਨ ਹੁੰਦਾ ਹੈ ਇੰਟਰਫੇਅਰੈਂਸ, ਇਨਹਿਬਿਸ਼ਨ, ਜਾਂ ਫਿਰ ਜਦੋਂ ਆਪਾਂ ਇਸ ਚੀਜ਼ ਨੂੰ ਭੁੱਲ ਜਾਂਦੇ ਹਾਂ, ਜ਼ਿਆਦਾ ਰਿਕਾਲ ਨਹੀਂ ਕਰਦੇ ਹਾਂ, ਤਾਂ ਇੱਦਾਂ ਆਪਾਂ ਉਸ ਚੀਜ਼ ਨੂੰ ਭੁੱਲ ਜਾਂਦੇ ਹਾਂ। ਸੋ ਪਹਿਲਾ ਤਰੀਕਾ ਆਉਂਦਾ ਹੈ ਥਿਊਰੀ ਆਫ ਇੰਟਰਫੇਅਰੈਂਸ ਦੇ ਥਰੂ, ਦੈਟ ਇਜ਼ ਰੈਟਰੋਐਕਟਿਵ ਇਨਹਿਬਿਸ਼ਨ, ਪ੍ਰੋਐਕਟਿਵ ਇਨਹਿਬਿਸ਼ਨ। ਠੀਕ ਹੈ। ਸੈਕਿੰਡ ਆਉਂਦਾ ਹੈ ਟ੍ਰੇਸ ਡਿਕੇ ਥਿਊਰੀ। ਟ੍ਰੇਸ ਡਿਕੇ ਥਿਊਰੀ ਦਾ ਮਤਲਬ ਹੈ ਕਿ ਜਦੋਂ ਆਪਾਂ ਕੋਈ ਵੀ ਮੈਮਰੀ ਨੂੰ ਆਪਾਂ ਜਦੋਂ ਜ਼ਿਆਦਾ ਦੇਰ ਤੱਕ ਯਾਦ ਨਹੀਂ ਰੱਖਦੇ ਹੈ ਕਿ ਉਸ ਮੈਮਰੀ ਦੇ ਵਿੱਚ ਕਿਆ ਹੋ ਰੱਖਿਆ ਹੁੰਦਾ ਹੈ, ਉਸ ਮੈਮਰੀ ਨੂੰ ਆਪਾਂ ਜਦੋਂ ਭੁੱਲ ਜਾਂਦੇ ਹਾਂ, ਉਸ ਚੀਜ਼ ਨੂੰ ਜ਼ਿਆਦਾ ਛੇੜਦੇ ਹੀ ਨਹੀਂ ਹਾਂ, ਤੇ ਉਹ ਚੀਜ਼ ਦੀ ਮੈਮਰੀ ਹੌਲੀ ਹੌਲੀ ਆਪਾਂ ਇਹ ਦੇਖ ਪਾਉਂਦੇ ਹਾਂ ਕਿ ਉਹ ਚੀਜ਼ ਹੌਲੀ ਹੌਲੀ ਆਪਣੀ ਭੁੱਲਣੀ ਸਟਾਰਟ ਹੋ ਜਾਂਦੀ ਹੈ। ਸੋ ਉਸਨੂੰ ਟ੍ਰੇਸ ਡਿਕੇ ਥਿਊਰੀ ਬੋਲਿਆ ਜਾਂਦਾ ਹੈ। ਜਦੋਂ ਜ਼ਿਆਦਾ ਦੇਰ ਤੱਕ ਆਪਾਂ ਉਸ ਚੀਜ਼ ਨੂੰ ਜੇ ਆਪਾਂ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਭ ਤੋਂ ਪਹਿਲਾਂ ਉਹ ਧੁੰਦਲਾ ਯਾਦ ਰਹਿੰਦਾ ਹੈ, ਧੁੰਦਲਾ ਹੁੰਦੇ ਹੁੰਦੇ ਬਿਲਕੁਲ ਹੀ ਉਸਦਾ ਕੋਈ ਵੀ ਇੱਕ ਮੀਨਿੰਗ ਐਸੋਸੀਏਸ਼ਨ ਵੀ ਜਦੋਂ ਨਹੀਂ ਰਹਿੰਦਾ ਹੈਗਾ, ਤਾਂ ਉਹ ਹੌਲੀ ਹੌਲੀ ਡਿਕੇ ਹੋਣਾ ਸਟਾਰਟ ਹੋ ਜਾਂਦਾ ਹੈ, ਗਾਇਬ ਹੋਣਾ ਸਟਾਰਟ ਹੋ ਜਾਂਦਾ ਹੈ, ਖਤਮ ਹੋਣਾ ਸਟਾਰਟ ਹੋ ਜਾਂਦਾ ਹੈ। ਦੈਨ ਕਿਊ ਡਿਪੈਂਡੈਂਟ ਫੋਰਗੈਟਿੰਗ ਥਿਊਰੀ। ਕਿਊ ਡਿਪੈਂਡੈਂਟ ਜਦੋਂ ਕਿਸੇ ਚੀਜ਼ ਦੇ ਯਾਦ ਰੱਖਣ ਦੇ ਲਈ ਆਪਾਂ ਨੂੰ ਕਿਸੇ ਹੋਰ ਚੀਜ਼ ਦੀ ਸਹਾਇਤਾ ਲੈਣੀ ਪੈਂਦੀ ਹੈ, ਉਸ ਚੀਜ਼ ਨੂੰ ਕਿਊ ਡਿਪੈਂਡੈਂਟ ਫੋਰਗੈਟਿੰਗ ਥਿਊਰੀ ਬੋਲਿਆ ਜਾਂਦਾ ਹੈ। ਕਿ ਇੱਕ ਇਨਸਾਨ ਕੋਈ ਚੀਜ਼ ਨੂੰ ਤਾਂ ਭੁੱਲ ਗਿਆ ਹੈ, ਪਰ ਉਸ ਚੀਜ਼ ਨੂੰ ਆਪਾਂ ਨੂੰ ਦੁਬਾਰਾ ਇੱਕ ਚੀਜ਼ ਦੇ ਨਾਲ ਯਾਦ ਕਰਵਾਉਣਾ ਪੈਂਦਾ ਹੈ। ਦੈਟ ਕੁਡ ਬੀ ਵਿਦ ਦੀ ਹੈਲਪ ਆਫ ਐਸੋਸੀਏਸ਼ਨ। ਕਿਸੇ ਇੱਕ ਚੀਜ਼ ਦੀ ਐਸੋਸੀਏਸ਼ਨ ਤੋਂ ਆਪਾਂ ਨੂੰ ਸਾਰੀ ਗੱਲ ਯਾਦ ਆਉਂਦੀ ਹੈ। ਜਦੋਂ ਨਾਰਮਲੀ ਦੇਖਿਆ ਜਾਂਦਾ ਹੈ ਕਿ ਕਿਸੇ ਨੂੰ ਕੋਈ ਮੈਮਰੀ ਜਦੋਂ ਨਹੀਂ ਯਾਦ ਆਉਂਦੀ ਹੈਗੀ, ਤਾਂ ਆਪਾਂ ਉਸ ਚੀਜ਼ ਨੂੰ ਯਾਦ ਦਿਲਾਉਣ ਦੇ ਲਈ ਕੁਝ ਹਿੰਟ ਦਿੰਦੇ ਹਾਂ, ਉਸਨੂੰ ਕਿਊ ਡਿਪੈਂਡੈਂਟ ਫੋਰਗੈਟਿੰਗ ਥਿਊਰੀ ਬੋਲਿਆ ਜਾਂਦਾ ਹੈ। ਕਿ ਉਹ ਮੈਮਰੀ ਤਾਂ ਭੁੱਲ ਚੁੱਕੇ ਹਨ, ਪਰ ਉਸਨੂੰ ਯਾਦ ਦਿਲਾਉਣ ਦੇ ਲਈ ਕੁਝ ਪਿਕਚਰਸ ਜਾਂ ਫਿਰ ਕੁਝ ਇਹੋ ਜਿਹੀ ਮੈਮਰੀ ਉਹਨਾਂ ਦੇ ਅੱਗੇ ਪੇਸ਼ ਕਰਨੀ ਪੈਂਦੀ ਹੈ, ਜਿਸ ਕਰਕੇ ਉਹ ਉਸ ਚੀਜ਼ ਨੂੰ ਯਾਦ ਕਰ ਪਾਉਂਦੇ ਹਨ। ਫਿਰ ਆਉਂਦਾ ਹੈ ਇਨਕੋਡਿੰਗ ਫੇਲੀਅਰ। ਜਦੋਂ ਇਨਕੋਡਿੰਗ ਹੁੰਦਾ ਹੈ, ਜਦੋਂ ਆਪਾਂ ਕੋਈ ਵੀ ਮੈਮਰੀ ਨੂੰ ਯਾਦ ਕਰਨਾ ਹੁੰਦਾ ਹੈ, ਪਰ ਜਦੋਂ ਆਪਾਂ ਉਸ ਮੈਮਰੀ ਨੂੰ ਯਾਦ ਹੀ ਨਹੀਂ ਕਰ ਪਾਉਂਦੇ, ਉਸ ਚੀਜ਼ ਵੱਲ ਆਪਾਂ ਅਟੈਂਸ਼ਨ ਹੀ ਨਹੀਂ ਦੇ ਪਾਉਂਦੇ, ਉਸ ਚੀਜ਼ ਦੇ ਵਿੱਚ ਜਦੋਂ ਪ੍ਰੋਬਲਮ ਆਉਣੀ ਸਟਾਰਟ ਹੋ ਜਾਂਦੀ ਹੈ, ਉਸ ਚੀਜ਼ ਨੂੰ ਵੀ ਫੋਰਗੈਟਿੰਗ ਬੋਲਿਆ ਜਾਂਦਾ ਹੈ। ਜਿਵੇਂ ਇਨਕੋਡਿੰਗ ਫੇਲੀਅਰ ਦੇ ਵਿੱਚ ਦੇਖ ਪਾਉਂਦੇ ਹਾਂ ਕਿ ਜਿਹੜੀ ਆਪਣੀਆਂ ਸੈਂਸਿਸ ਹਨ ਉਹ ਵਰਕ ਕਰਦੀਆਂ ਹਨ। ਜਦੋਂ ਆਪਣੀਆਂ ਸੈਂਸਿਸ ਹੀ ਵਰਕ ਨਾ ਕਰ ਪਾਉਣ, ਆਪਾਂ ਉਸ ਚੀਜ਼ ਵੱਲ ਇਨਕੋਡਿੰਗ ਹੀ ਨਾ ਕਰ ਪਾਈਏ, ਉਸ ਚੀਜ਼ ਨੂੰ ਕੋਡ ਮਤਲਬ
जिस चीज़ ਵੱਲ ਆਪਾਂ ਧਿਆਨ ਦੇਣਾ ਉਸ ਚੀਜ਼ ਨੂੰ ਆਪਾਂ ਸਮਝ ਹੀ ਨਾ ਪਾਈਏ, ਟੈਨਸ਼ਨ ਹੀ ਨਾ ਦੇ ਪਾਈਏ, ਉਸ ਚੀਜ਼ ਦੇ ਵਿੱਚ ਜਦੋਂ ਫੇਲੀਅਰ ਆ ਜਾਂਦਾ ਹੈ, ਦੈਟ ਇਜ਼ ਇਨਕੋਡਿੰਗ ਫੇਲੀਅਰ। ਸੋ ਫੋਰਗੇਟਿੰਗ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਥਿਊਰੀ ਆਫ ਇੰਟਰਫੇਰੈਂਸ ਤੋਂ ਸਮਝਾਂਗੇ ਵਿਦ ਦ ਰੈਟਰੋਐਕਟਿਵ ਇਨਹਿਬਿਸ਼ਨ, ਪ੍ਰੋਐਕਟਿਵ ਇਨਹਿਬਿਸ਼ਨ, trace decay theory, cue dependent forgetting theory and encoding failure। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਕਿਹੜੀਆਂ-ਕਿਹੜੀਆਂ ਇਹੋ ਜਿਹੀਆਂ ਟੈਕਨੀਕਸ ਹਨ ਜਿਹਦੇ ਨਾਲ ਆਪਾਂ ਆਪਣੀ ਮੈਮਰੀ ਨੂੰ ਸਟਰੋਂਗ ਕਰ ਸਕਦੇ ਹਾਂ ਜਾਂ ਆਪਾਂ ਆਪਣੀ ਮੈਮਰੀ ਨੂੰ ਇੰਪਰੂਵ ਕਰ ਸਕਦੇ ਹਾਂ। ਸੋ ਯਾਦ ਰੱਖਦੇ ਹਾਂ ਆਪਾਂ ਫਰੋਮ ਦ ਸੈਂਸੇਸ਼ਨ, ਫਰੋਮ ਸੈਂਸਰੀ ਮੈਮਰੀ, ਸ਼ਾਰਟ ਟਰਮ ਮੈਮਰੀ ਵਿਚ ਕਨਵਰਟਸ ਇਨਟੂ ਲੌਂਗ ਟਰਮ ਮੈਮਰੀ। ਬਕਾਇਦਾ ਆਪਣੀ ਜਿਹੜੀ ਮੈਮਰੀ ਹੈ ਉਹ ਸੈਂਸਰੀ ਮੈਮਰੀ, ਸ਼ਾਰਟ ਟਰਮ ਤੇ ਲੌਂਗ ਟਰਮ ਮੈਮਰੀ ਦੇ ਵਿੱਚੋਂ ਵਰਕ ਕਰਕੇ ਜਾਂਦੀ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਕਿਸੇ ਚੀਜ਼ ਨੂੰ, ਕਿਸੇ ਚੀਜ਼ਾਂ ਨੂੰ ਆਪਾਂ ਯਾਦ ਕਰ ਪਾਉਂਦੇ ਹਾਂ, ਆਪਣੀ ਮੈਮਰੀ ਦੇ ਵਿੱਚ ਸਟੋਰ ਕਰ ਪਾਉਂਦੇ ਹਾਂ। ਤਾਂ ਹੁਣ ਇਸ ਦੀਆਂ ਜਿਹੜੀਆਂ ਟੈਕਨੀਕਸ ਹਨ, ਟੈਕਨੀਕਸ ਕਿਹੜੀਆਂ-ਕਿਹੜੀਆਂ ਹਨ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪ੍ਰੋਸੈਸ ਫॉर ਮੀਨਿੰਗ। ਹੁਣ ਜੇ ਆਪਾਂ ਕਿਸੇ ਵੀ ਚੀਜ਼ ਨੂੰ ਲਰਨ ਕਰਨਾ ਹੈ, ਕਲਾਸ ਦੇ ਵਿੱਚ ਜਦੋਂ ਇੱਕ ਟੀਚਰ ਇੱਕ ਲੈਕਚਰ ਦੇ ਰਹੀ ਹੁੰਦੀ ਹੈ ਤਾਂ ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਟੀਚਰ ਨੂੰ ਜਦੋਂ ਸੁਣਦੇ ਹਾਂ ਤਾਂ ਟੀਚਰ ਆਪਣੀ ਕਲਾਸ ਦੇ ਵਿੱਚ ਉਹ ਲੈਕਚਰ ਕਿੱਦਾਂ ਦਿੰਦੀ ਹੈ, ਵਿਦ ਦ ਮੀਨਿੰਗ। ਟੀਚਰ ਆਪਣੇ ਕਲਾਸ ਦੇ ਵਿੱਚ ਲੈਕਚਰ ਨੂੰ ਐਜ਼ ਅ ਮੀਨਿੰਗ ਸਮਝਾਉਂਦੀ ਹੈ, ਐਨ ਅ ਲੇਮੈਨ ਟਰਮ ਸਮਝਾਉਂਦੀ ਹੈ, ਉਸ ਚੀਜ਼ ਦੇ ਨਾਲ ਰਿਲੇਟ ਕਰਦੀ ਹੈ, ਕੁਝ ਐਗਜ਼ਾਮਪਲਸ ਦਿੰਦੀ ਹੈ। ਦਿਸ ਇਜ਼ ਹਾਊ ਵੀ ਆਰ ਏਬਲ ਟੂ ਲਰਨ ਦ ਲੈਕਚਰਸ। ਜਦੋਂ ਆਪਾਂ ਨੂੰ ਟੀਚਰ ਪੜ੍ਹਾਉਂਦੀ ਹੈ, ਆਪਾਂ ਨੂੰ ਮੀਨਿੰਗ ਸਮਝਾਉਂਦੀ ਹੈ ਕਿਸੇ ਚੀਜ਼ ਦਾ, ਉਸ ਮੀਨਿੰਗ ਦੇ ਨਾਲ ਨਾਲ ਆਪਾਂ ਨੂੰ ਐਸੋਸੀਏਟ ਕਰਵਾਉਂਦੀ ਹੈ। ਸੋ ਦਿਸ ਇਜ਼ ਹਾਊ ਆਪਣੀ ਮੈਮਰੀ ਵਰਕ ਕਰਦੀ ਹੈ। ਸੋ ਪ੍ਰੋਸੈਸ ਫॉर मीनिंग, सब तो पहला उस मीनिंग ਨੂੰ ਚੈੱਕ ਕਰਨਾ ਕਿ ਉਸ ਚੀਜ਼ ਦਾ ਮਤਲਬ क्या है। ਮਤਲਬ ਤਾਂ ਜਦੋਂ ਆਪਾਂ ਕਿਸੇ ਚੀਜ਼ ਨੂੰ ਸਮਝਦੇ ਹਾਂ ਤਾਂ ਆਪਣੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਹੈ, ਤਾਂ ਆਪਾਂ ਆਪਣੇ ਵਰਡਸ ਦੇ ਵਿੱਚ ਵੀ ਇਸ ਚੀਜ਼ ਨੂੰ ਸਮਝ ਕੇ ਉਸ ਮੈਮਰੀ ਨੂੰ ਰਿਟਰੀਵ ਕਰ ਪਾਉਂਦੇ ਹਾਂ। फिर आता है रिट्रीवल प्रोसैस। सो इन रिट्रीवल प्रोसैस इट इज सीन एज किसी चीज़ ਨੂੰ ਬਾਰ-ਬਾਰ ਰਿਹਰਸਲ ਕਰਨ ਤੋਂ ਬਾਅਦ ਜਦੋਂ ਉਸ ਮੈਮਰੀ ਨੂੰ ਆਪਾਂ ਯਾਦ ਕਰਦੇ ਹਾਂ, ਉਸ ਚੀਜ਼ ਨੂੰ ਆਪਾਂ ਰਿਟਰੀਵ ਕਰਕੇ, ਜਦੋਂ ਆਪਾਂ ਨੇ ਕੋਈ ਇੱਕ ਲੈਕਚਰ ਹੈ ਲਰਨ ਕੀਤਾ, ਉਸ ਲਰਨਿੰਗ ਨੂੰ ਆਪਾਂ ਨੂੰ ਪਤਾ ਹੈ ਕਿ ਕੱਲ ਆਪਣਾ ਟੈਸਟ ਹੈ, ਤਾਂ ਵਾਟ ਵੀ ਵਿਲ ਡੂ ਇਜ਼ ਆਪਾਂ ਉਸ ਚੀਜ਼ ਦੀ ਬਾਰ-ਬਾਰ ਰਿਹਰਸਲ ਕਰਾਂਗੇ। ਰਿਹਰਸਲ ਕਰਨ ਤੋਂ ਬਾਅਦ ਕਲਾਸ ਦੇ ਵਿੱਚ ਜਦੋਂ ਆਪਾਂ ਟੈਸਟ ਦੇਣ ਲੱਗਾਂਗੇ ਆਪਾਂ ਉਸ ਚੀਜ਼ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ। ਦੈਟ ਇਜ਼ ਆਰ ਰਿਟਰੀਵਲ। ਜਿਹੜਾ ਆਪਾਂ ਉਹ ਟੈਸਟ ਦੇ ਰਹੇ ਹਾਂ ਉਹ ਆਪਾਂ ਨੂੰ ਕਿਤੇ ਨਾ ਕਿਤੇ ਹੈਲਪ ਕਰ ਰਿਹਾ ਹੈ, ਆਪਾਂ ਨੇ ਜੋ ਵੀ ਇਨਕੋਡ ਕੀਤਾ, ਜੋ ਵੀ ਮੈਮਰੀ ਸਟੋਰ ਕੀਤੀ, ਜੋ ਵੀ ਲੈਕਚਰ ਆਪਾਂ ਨੇ ਲਰਨ ਕੀਤਾ, ਉਸ ਚੀਜ਼ ਨੂੰ ਆਪਾਂ ਰਿਟਰੀਵ ਕਰ ਸਕੀਏ ਇਨ ਆਰ ਟੈਸਟ। ਤੇ ਉਹ ਜਿਹੜਾ ਆਪਣਾ ਟੈਸਟ ਹੈ ਉਹ ਆਪਣੀ ਇੱਕ ਪਹਿਚਾਣ ਹੁੰਦੀ ਹੈ ਕਿ ਆਪਾਂ ਨੇ ਆਪਣੀ ਮੈਮਰੀ ਆਪਣੀ ਕਿੰਨੀ ਕੁ ਸਟਰੋਂਗ ਹੈ ਦੇਖਣ ਦੇ ਲਈ। ਜੇ ਆਪਾਂ ਉਸ ਟੈਸਟ ਦੇ ਲਈ ਕਾਫੀ ਜ਼ਿਆਦਾ ਲਾਈਕ ਲੋਇਲ ਰਹੀਏ, ਲੀਨੀਅੰਟ ਰਹੀਏ ਤੇ ਆਪਾਂ ਆਪਣਾ ਜਿਹੜਾ ਟੈਸਟ ਹੈ ਬਿਲਕੁਲ ਆਪਣੀ ਓਨੈਸਟੀ ਦੇ ਨਾਲ ਦਈਏ ਤਾਂ ਆਪਾਂ ਨੂੰ ਆਈਡੀਆ ਲੱਗ ਸਕਦਾ ਹੈ ਕਿ ਆਪਣਾ ਜਿਹੜਾ ਟੈਸਟ ਹੈ ਉਹ ਆਪਾਂ ਨੂੰ ਕਿੰਨੇ ਚੰਗੀ ਤਰ੍ਹਾਂ ਆਪਾਂ ਉਸ ਚੀਜ਼ ਨੂੰ ਰਿਟਰੀਵ ਕਰ ਪਾਏ। ਦੈਨ ਇਜ਼ ਮੇਟਾ ਮੈਮਰੀ। ਮੇਟਾ ਮੈਮਰੀ ਇਜ਼ ਦ ਮੈਮਰੀ ਵਿਚ ਵੀ ਆਲਰੇਡੀ ਹੈਵ। ਉਸਨੂੰ ਆਪਾਂ ਜਦੋਂ ਦੁਬਾਰਾ ਬਾਰ-ਬਾਰ ਦੁਹਰਾਉਂਦੇ ਹਾਂ ਤਾਂ ਉਸ ਚੀਜ਼ ਨੂੰ ਆਪਾਂ ਬਾਰ-ਬਾਰ ਯਾਦ ਕਰਦੇ ਹਾਂ ਤਾਂ ਉਸ ਨੂੰ ਮੈਟਾ ਮੈਮਰੀ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ। ਉਸ ਇੱਕ ਮੈਮਰੀ ਨੂੰ ਜਦੋਂ ਆਪਾਂ ਬਾਰ-ਬਾਰ ਦੁਹਰਾਉਂਦੇ ਹਾਂ ਉਸ ਨੂੰ ਮੈਟਾ ਮੈਮਰੀ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ। ਦੈਨ ਇਜ਼ ਡਿਸਟਰੀਬਿਊਟਿਡ ਲਰਨਿੰਗ ਔਰ ਪ੍ਰੈਕਟਿਸ। ਜਦੋਂ ਆਪਾਂ ਕਿਸੇ ਇੱਕ ਲੈਕਚਰ ਨੂੰ ਲਰਨ ਕਰਨਾ ਹੈ, ਆਪਾਂ ਉਸ ਚੀਜ਼ ਨੂੰ ਜੇ ਆਪਾਂ ਪੋਮੋਡੋਰੋ ਇਫੈਕਟ ਦੇ ਨਾਲ ਲਰਨ ਕਰੀਏ, ਪੋਮੋਡੋਰੋ ਯਾਨੀ ਕਈ ਵਾਰ ਆਪਾਂ ਉਸ ਲੈਕਚਰ ਨੂੰ 50 ਸੈਕਿੰਡਸ ਜਾਂ ਫਿਰ 50 ਮਿੰਟਸ ਦਈਏ ਤਾਂ 50 ਮਿੰਟਸ ਤੋਂ ਬਾਅਦ 10 ਮਿੰਟਸ ਦਾ ਗੈਪ ਦੇਣ ਤੋਂ ਬਾਅਦ ਜਦੋਂ ਆਪਾਂ ਫਿਰ ਉਸ ਚੀਜ਼ ਨੂੰ ਰਿਹਰਸਲ ਦਈਏ, ਪ੍ਰੈਕਟਿਸ ਕਰੀਏ, ਉਸ ਚੀਜ਼ ਨੂੰ ਦੁਬਾਰਾ ਲਰਨ ਕਰੀਏ ਵਿਦ ਡਿਸਟਰੀਬਿਊਟਿਡ ਟਾਈਮਿੰਗਸ ਐਂਡ ਡਿਸਟਰੀਬਿਊਟਿਡ ਮਿੰਟਸ ਆਫ ਟਾਈਮ, ਜਿਹਦੇ ਵਿੱਚ ਆਪਾਂ ਰਿਹਰਸਲ ਵੀ ਕਰ ਰਹੇ ਹਾਂ ਤੇ ਆਪਾਂ ਉਸ ਚੀਜ਼ ਨੂੰ ਬਾਰ-ਬਾਰ ਪ੍ਰੈਕਟਿਸ ਵੀ ਕਰ ਰਹੇ ਹਾਂ, ਆਪਣੇ ਆਪ ਨੂੰ ਟਾਈਮ ਦੇ ਰਹੇ ਹਾਂ, ਤਾਂ ਉਸ ਨੂੰ ਡਿਸਟਰੀਬਿਊਟਿਡ ਲਰਨਿੰਗ ਔਰ ਪ੍ਰੈਕਟਿਸ ਕਿਹਾ ਜਾਂਦਾ ਹੈ। ਫਿਰ ਆਉਂਦੇ ਹਨ ਨਿਮੋਨਿਕਸ ਯੂਜ਼ਿੰਗ ਇਮੇजेस। ਜੇ ਆਪਾਂ ਕਿਸੇ ਚੀਜ਼ ਨੂੰ ਯਾਦ ਕਰਨਾ ਹੁੰਦਾ ਹੈ ਤਾਂ ਕਈ ਵਾਰ ਆਪਾਂ ਉਸ ਨੂੰ ਐਜ਼ ਅ ਸੈਂਟੈਂਸਸ ਦੇ ਨਾਲ ਲਰਨ ਨਹੀਂ ਕਰਦੇ, ਕਈ ਵਾਰ ਆਪਾਂ ਉਸ ਚੀਜ਼ ਦੀ ਪਿਕਚਰਸ ਦੇ ਨਾਲ ਆਪਾਂ ਉਸ ਚੀਜ਼ ਨੂੰ ਅੱਛੀ ਤਰ੍ਹਾਂ ਯਾਦ ਕਰ ਪਾਉਂਦੇ ਹਾਂ। ਸੋ ਦਿਸ ਇਜ਼ ਨੋਨ ਐਜ਼ ਮੈਥਡ ਆਫ ਲੋਸੀ ਜਾਂ ਫਿਰ ਪਲੇਸਿੰਗ ਇਮੇजेस ਐਟ ਲੋਕੇਸ਼ਨ। ਆਪਾਂ ਜਿੱਦਾਂ ਇੱਕ ਛੋਟੇ ਬੱਚੇ ਨੂੰ ਐਪਲ ਬੀ ਬਾਲ ਸਿਖਾਉਣਾ ਹੁੰਦਾ ਹੈ ਤਾਂ ਆਪਾਂ ਕਈ ਵਾਰੀ ਐਪਲ ਲਰਨ ਕਰਵਾਉਣ ਦੀ ਬਜਾਏ ਉਸ ਨੂੰ ਐਜ਼ ਅ ਪਿਕਚਰ ਹੀ ਦਿਖਾਉਂਦੇ ਹਾਂ ਕਿ ਉਹ ਰੈੱਡ ਕਲਰ ਦਾ ਐਪਲ ਹੈ ਤੇ ਉਸਨੂੰ ਐਪਲ ਬੋਲਦੇ ਹਾਂ, ਬੀ ਫॉर ਬਾਲ, ਸੀ ਫॉर ਕੈਟ। ਤਾਂ ਉਸਦੀ ਜਦੋਂ ਆਪਾਂ ਪਿਕਚਰ ਦਿਖਾਉਂਦੇ ਹਾਂ ਉਸਦੀ ਇਮੇजेस ਤੋਂ ਹੀ ਬੱਚਾ ਲਰਨ ਕਰ ਲੈਂਦਾ ਹੈ। ਕੀਵਰਡ ਮੈਥਡ ਦੇ ਵਿੱਚ ਆ ਜਾਂਦਾ ਹੈ ਕਿ ਜਦੋਂ ਆਪਾਂ ਕਿਸੇ ਵਰਡ ਨੂੰ ਯਾਦ ਕਰਨਾ ਹੈ ਤਾਂ ਸਾਰੇ ਸੈਂਟੈਂਸ ਨੂੰ ਲਰਨ ਕਰਨ ਦੀ ਬਜਾਏ ਉਸਦਾ ਸਿਰਫ ਫਸਟ ਵਰਡ ਨੂੰ ਜੇ ਆਪਾਂ ਯਾਦ ਰੱਖੀਏ ਤਾਂ ਉਹਦਾ ਐਜ਼ ਅ ਕੀਵਰਡ ਮੈਥਡ ਆਪਾਂ ਨੂੰ ਇੱਕ ਵਰਡ ਤੋਂ ਆਪਾਂ ਨੂੰ ਸਾਰਾ ਸੈਂਟੈਂਸ ਯਾਦ ਆ ਜਾਂਦਾ ਹੈ। ਦੈਨ ਇਜ਼ ਨਿਮੋਨਿਕਸ ਯੂਜ਼ਿੰਗ ਆਰਗੇਨਾਈਜੇਸ਼ਨ। ਸੋ ਫਸਟ ਇਜ਼ ਚੰਕਿੰਗ। ਆਪਾਂ ਜਦੋਂ ਪੂਰੇ ਇੱਕ ਵੱਡੇ ਅਕਸ਼ਰ ਨੂੰ ਆਪਾਂ ਥੋੜੇ-ਥੋੜੇ ਵਰਡਸ ਦੇ ਵਿੱਚ ਤੋੜ ਲੈਂਦੇ ਹਾਂ, ਦੈਟ ਇਜ਼ ਨੋਨ ਐਜ਼ ਚੰਕਿੰਗ। ਚੰਕ ਕਰਕੇ ਜਦੋਂ ਆਪਾਂ ਉਸ ਵਰਡ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਾਂ ਨੂੰ
ਵਰਡਸ ਅਲੱਗ-ਅਲੱਗ ਵਰਡਸ ਦੇ ਨਾਲ ਦੇਖ ਕੇ ਆਪਾਂ ਉਸਨੂੰ ਐਜ਼ ਅ ਕੰਬਾਈਨ ਕਰਦੇ ਹਾਂ ਤਾਂ ਆਪਾਂ ਨੂੰ ਵਰਡ ਜ਼ਿਆਦਾ ਚੰਗੀ ਤਰ੍ਹਾਂ ਯਾਦ ਰਹਿੰਦਾ ਹੈ। ਚੰਕਿੰਗ ਦੇ ਵਿੱਚ ਆਪਾਂ 5 ਪਲੱਸ ਮਾਈਨਸ ਰੂਲ ਪਲੱਸ ਮਾਈਨਸ 2 ਰੂਲ ਨੂੰ ਦੇਖਦੇ ਹਾਂ। ਆਪਾਂ ਇੱਕ ਟਾਈਮ ਦੇ ਵਿੱਚ ਸਿਰਫ 5 ਟੂ 7 ਵਰਡਸ ਨੂੰ ਹੀ ਯਾਦ ਕਰ ਪਾਉਂਦੇ ਹਾਂ। ਦੈਨ ਇਸ ਫਸਟ ਲੈਟਰ ਟੈਕਨੀਕ, ਜਿਸ ਦੇ ਵਿੱਚ ਅਗੇਨ ਆਪਾਂ ਫਸਟ ਲੈਟਰ ਨੂੰ ਹਾਈਲਾਈਟ ਕਰਦੇ ਹਾਂ, ਫਸਟ ਲੈਟਰ ਤੋਂ ਹੀ ਆਪਾਂ ਵਰਡਸ ਨੂੰ ਯਾਦ ਕਰਦੇ ਹਾਂ। ਜਿਵੇਂ ਵਿਬਗਿਓਰ ਨੂੰ ਯਾਦ ਕਰਨ ਦੇ ਲਈ ਕਿ ਆਪਣੇ ਰੇਨਬੋ ਦੇ ਵਿੱਚ ਕਿਹੜੇ 7 ਕਲਰਸ ਹੁੰਦੇ ਹਨ, ਤਾਂ ਆਪਾਂ ਰੇਨਬੋ ਦੇ ਜਿੰਨੇ ਵੀ ਕਲਰਸ ਹਨ ਸੋ ਆਪਾਂ ਉਸਨੂੰ VIBGYOR ਦੇ ਨਾਲ ਯਾਦ ਕਰਦੇ ਹਨ, ਜਿਸ ਦੇ ਨਾਲ ਆਪਾਂ ਨੂੰ ਫਸਟ ਵਰਡ ਤੋਂ ਹੀ ਯਾਦ ਆ ਜਾਂਦਾ ਹੈ ਕਿ ਆਪਣੇ ਰੇਨਬੋ ਦੇ ਵਿੱਚ ਕਿਹੜੇ ਕਿਹੜੇ ਕਲਰਸ ਯੂਜ਼ ਹੁੰਦੇ ਹਨ। ਐਂਡ ਲਾਸਟ ਇਜ਼ ਰਾਈਮਸ। ਜਦੋਂ ਆਪਾਂ ਇੱਕ ਸੌਂਗ ਦੇ ਬੇਸਿਸ ਤੇ, ਆਪਾਂ ਇੱਕ ਸਟੋਰੀ ਟੈਲਿੰਗ ਦੇ ਬੇਸਿਸ ਤੇ ਆਪਾਂ ਬੱਚਿਆਂ ਨੂੰ ਰਾਈਮਸ ਦੇ ਨਾਲ ਆਪਾਂ ਕੋਈ ਸਟੋਰੀ ਨੂੰ ਲਰਨ ਕਰਵਾਉਂਦੇ ਹਾਂ, ਉਸ ਦੇ ਨਾਲ ਵੀ ਬੱਚੇ ਦੀ ਜਿਹੜੀ ਮੈਮਰੀ ਹੈ ਉਹ ਜ਼ਿਆਦਾ ਸ਼ਾਰਪ ਰਹਿੰਦੀ ਹੈ। ਸੋ ਦਿਸ ਵਾਜ਼ ਇਟ ਫॉर ਟੂਡੇ। ਆਪਾਂ ਫੇਰ ਮਿਲਦੇ ਹਾਂ ਵਿਦ ਦ ਲਰਨਿੰਗ ਚੈਪਟਰ। ਥੈਂਕ ਯੂ।